when some Jarnail Singh Pindwala, he started fighting. He also fought for a reason. And what was the reason? A strong federal structure. But he was a terrorist. But he was a terrorist. No, please understand. We have to understand this. ਜਦ ਤੱਕ ਅਸੀਂ ਗੋਲ ਤਾਂ ਭਰਨੋਂ ਹਟਣਾ ਨਹੀਂ ਅੰਮ੍ਰਿਤਸਰ ਤੇ ਆਪਣੇ ਪਿੰਡ ਨਹੀਂ ਕੋਈ ਪੈਸੇ ਲਾਉਣੇ, ਉਹ ਤਾਂ ਹੋ ਹੀ ਜਾਣਾ ਕੰਮ। ਸੋ ਜ਼ਿੰਮੇਵਾਰੀ ਤੁਹਾਡੀ ਵੀ ਆ। ਸੋ ਸਾਡੀਆਂ ਅਪੀਲਾਂ ਸੋਸ਼ਲ ਮੀਡੀਆ ਤੇ ਆ, ਸਾਡੀਆਂ ਅਪੀਲਾਂ ਤੁਹਾਡੇ ਨਾਲ ਆ। ਤੁਸੀਂ ਸ਼ੇਅਰ ਕਰੋ ਸਾਡੇ ਪੋਸਟ, ਤੁਸੀਂ ਸ਼ੇਅਰ ਕਰੋ ਸਾਡੇ ਫੰਡ ਰੇਜ਼ਿੰਗ। ਹੁਣ ਤੁਸੀਂ ਆਨਲਾਈਨ ਪੇਜ ਤੇ ਜਿਹੜਾ ਅਸੀਂ ਲਿੰਕ ਆ ਪੋਸਟ ਤੇ ਪਾਇਆ ਆ, ਤੁਸੀਂ 1 ਲੱਖ ਪਾਉਂਡ ਤੋਂ ਉੱਪਰ ਡੋਨੇਟ ਕਰਤਾ ਸੰਗਤ ਨੇ। ਦੂਜੀ ਗੱਲ, ਸਭ ਤੋਂ ਵੱਡਾ ਸਵਾਲ ਸਰਦਾਰ ਸਾਹਿਬ, ਮੈਨੂੰ ਸਿਰਫ ਸੰਖੇਪ 'ਚ ਇਹ ਦੱਸ ਦਿਓ ਕਿ ਹੁਣ ਤੱਕ ਖਾਲਸਾ ਏਡ ਨੇ ਤੁਹਾਡੀ ਕਿਸੇ ਵੀ ਪੱਧਰ ਤੇ ਪਿਛਲੇ 15-20 ਸਾਲਾਂ 'ਚ ਕੋਈ ਮਦਦ ਕੀਤੀ ਹੈ ਅਫਗਾਨੀ ਸਿੱਖਾਂ ਦੀ ਕਿਤੇ ਵੀ, ਜਦੋਂ ਦੀ ਇਹ ਸੰਸਥਾ ਹੋਣੀ ਚਾਹੀਦੀ? ਮੇਰੀ ਜਾਣਕਾਰੀ ਦੇ ਵਿੱਚ ਕਿਤੇ ਵੀ ਨਹੀਂ ਹੈ। ਅੱਛਾ, ਦੂਜਾ ਸਵਾਲ ਜੀ। ਮੈਂ 2 ਦਿਨ ਪਹਿਲੇ ਰਵੀ ਸਿੰਘ ਦਾ ਇੱਕ ਫੇਸਬੁੱਕ 'ਚ ਆਪਣੀ ਗੱਡੀ 'ਚ ਬੈਠ ਕੇ ਗੱਲ ਕਰ ਰਹੇ ਸੀ ਕਿ ਅਫਗਾਨੀ ਸਿੱਖਾਂ ਦੇ ਨਾਂ ਤੇ ਲੋਕ ਪੈਸੇ ਇਕੱਠੇ ਕਰ ਰਹੇ ਨੇ ਸਾਡੇ ਨਾਂ ਤੇ ਯੂਜ਼ ਕਰਕੇ, ਪਰ ਕਹਿੰਦੇ ਸੀ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਸੋਰਸ ਨਹੀਂ ਮਿਲਿਆ ਅਫਗਾਨੀ ਸਿੱਖਾਂ ਦਾ। ਮੈਂ ਚਾਹੁੰਦਾ ਹਾਂ ਕੁਝ ਕਰਾਂ ਜਾਂ ਕੋਈ ਪੈਸਾ ਇਨਵੈਸਟ ਕਰਾਂ, ਲੇਕਿਨ ਅਗਰ ਕੋਈ ਢੂੰਡੇ ਤਾਂ ਉਹ ਰੋਹਿੰਗਿਆ ਦੇ ਕਿਹੜਾ ਐਡਰੈਸ ਉਹਨਾਂ ਨੂੰ ਮਿਲ ਗਿਆ, ਕੌਣ ਉਹਨਾਂ ਨੂੰ ਗਾਈਡ ਕੀਤਾ, ਤੇ ਸੀਰੀਆ ਤੇ ਇਧਰ ਕਿਹਨਾਂ ਨੇ ਗਾਈਡ ਕੀਤਾ ਕਿ ਅਫਗਾਨਿਸਤਾਨ ਵਿੱਚ ਉਹਨਾਂ ਨੂੰ ਗਾਈਡੈਂਸ ਚਾਹੀਦੀ ਸੀ, ਜਦ ਕਿ ਅਫਗਾਨੀ ਸਿੱਖ ਦਿੱਲੀ ਵਿੱਚ, ਇੰਗਲੈਂਡ ਵਿੱਚ, ਸਾਰੀ ਦੁਨੀਆ ਦੇ ਵਿੱਚ ਵਸਦੇ ਨੇ। ਕਿਸੇ ਨੂੰ ਮਿਲ ਕੇ ਵੀ ਉਹਨਾਂ ਨੂੰ ਕੁਝ ਗਾਈਡੈਂਸ ਚਾਹੀਦੀ ਸੀ, ਮਿਲ ਜਾਂਦੀ ਸੀ। ਰਵੀ ਸਿੰਘ ਖਾਲਸਾ ਐਡ ਮਤਲਬ ਉਹ ਵੀ ਸ਼ਾਇਦ ਸੁਣ ਹੀ ਰਿਹਾ ਹੋਊਗਾ ਜਾਂ ਵੇਖ ਰਿਹਾ ਹੋਊਗਾ। ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਮਤਲਬ ਫੇਸਬੁੱਕ 'ਤੇ ਉਹਨਾਂ ਬਾਰੇ ਪੜ੍ਹਿਆ, ਮੈਂ ਉਹਨਾਂ ਨੂੰ ਮੈਸੇਜ ਵੀ ਕੀਤਾ, ਅਪੀਲ ਕੀਤੀ ਹੱਥ ਜੋੜ ਕੇ, ਜਦ ਕਿ ਸਾਡਾ ਫਰਜ਼ ਨਹੀਂ ਆ ਅਪੀਲ ਕਰਨ ਦਾ। ਮੈਂ ਇਹਨਾਂ ਨੂੰ ਕਿਹਾ ਭਾਜੀ ਮੈਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਰੂਰਤ ਆ। ਮੈਨੂੰ ਕਹਿੰਦੇ ਅਸੀਂ ਫੋਨ ਕਰਾਂਗੇ ਰਵੀ ਸਿੰਘ ਹੁਣਾਂ ਨੂੰ, ਭਾਜੀ ਹੁਣਾਂ ਨੂੰ, ਅਤੇ ਉਹਨਾਂ ਕੋਲ ਅਪੁਆਇੰਟਮੈਂਟ ਲੈ ਕੇ ਫਿਰ ਤੁਹਾਨੂੰ ਦੱਸਾਂਗੇ। ਹਜੇ ਤੱਕ ਦੱਸ ਰਹੇ ਆ ਮੈਨੂੰ, ਪਰ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਬਾਰੇ ਕੋਈ ਨਹੀਂ ਪੁੱਛ ਰਿਹਾ। ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਤੁਹਾਡਾ ਆਪਣਾ ਸੁਖੀ ਚਹਿਲ, ਫਾਊਂਡਰ ਐਂਡ ਪ੍ਰੈਜ਼ੀਡੈਂਟ ਆਫ ਦੀ ਖਾਲਸਾ ਟੂਡੇ। ਮੈਂ ਕੈਲੀਫੋਰਨੀਆ ਤੋਂ ਵਾਸ਼ਿੰਗਟਨ DC, ਜਿਹੜੀ ਕਿ ਅਮਰੀਕਾ ਦੀ ਰਾਜਧਾਨੀ ਹੈ, ਟਰੈਵਲ ਕਰ ਰਿਹਾ ਸੀ। ਕੱਲ੍ਹ ਮੈਂ ਇੱਥੋਂ ਇੱਕ ਵੀਡੀਓ ਪਾਈ ਹੈਗੀ ਸੀ ਜਿਹਦੇ ਵਿੱਚ ਮੈਂ ਆਪਣੀ ਜੋ ਦਿਲ ਦੀਆਂ ਗੱਲਾਂ ਹੈਗੀਆਂ ਸੀ ਕਿਸਾਨ ਮੋਰਚੇ ਪ੍ਰਤੀ, ਵੀ ਕਿਉਂ ਹੋਇਆ, ਕਿਵੇਂ ਹੋਇਆ, US ਦੀ ਜੋ ਕੈਪੀਟਲ ਬਿਲਡਿੰਗ ਹੈਗੀ ਹੈ ਉਹਦੇ ਸਾਹਮਣੇ ਖੜ੍ਹ ਕੇ ਇੱਕ ਵੀਡੀਓ ਪਾਈ ਹੈਗੀ ਸੀ। ਉਸ ਤੋਂ ਬਾਅਦ ਮੈਨੂੰ ਕਾਫੀ ਲੋਕਾਂ ਦੇ, ਯਾਰਾਂ ਦੋਸਤਾਂ ਦੇ, ਹੋਰ ਵੀ ਸੱਜਣਾਂ ਦੇ ਬਹੁਤ ਮੈਸੇਜ ਆਏ। ਉਹ ਕਹਿੰਦੇ ਵੀ ਇੱਕ ਤੁਸੀਂ ਵੀਡੀਓ ਹੋਰ ਰਿਕਾਰਡ ਕਰੋ। ਅਤੇ ਇਹ ਜਿਹੜੀ ਮੈਂ ਵੀਡੀਓ ਰਿਕਾਰਡ ਕਰ ਰਿਹਾ ਹੈਗਾ, ਇਹ ਖਾਲਸਾ ਏਡ ਦੇ ਫਾਊਂਡਰ ਅਤੇ ਸ਼ਾਇਦ ਅੱਜ ਕੱਲ੍ਹ ਪ੍ਰੈਜ਼ੀਡੈਂਟ ਵੀ ਹੈਗੇ ਨੇ, ਮਿਸਟਰ ਰਵੀ ਸਿੰਘ ਖਾਲਸਾ, ਰਵਿੰਦਰ ਸਿੰਘ ਉਰਫ ਰਵੀ ਖਾਲਸਾ, ਉਹਨਾਂ ਦੇ ਰਿਲੇਟਡ, ਉਹਨਾਂ ਦੀ ਅੱਜ ਤੱਕ ਕੀ ਭੂਮਿਕਾ ਰਹੀ ਹੈਗੀ ਹੈ ਇਸ ਅੰਦੋਲਨ ਦੇ ਵਿੱਚ, ਉਹਦੇ ਬਾਰੇ ਗੱਲ ਕਰਨੀ ਹੈਗੀ ਹੈ। ਕਿਉਂਕਿ ਕਾਫੀ ਲੋਕੀ ਚਾਹੁੰਦੇ ਸੀ ਵੀ ਉਹ ਗੱਲ ਕਰਨ, ਪਰ ਕੋਈ ਪਲੇਟਫਾਰਮ ਨਹੀਂ ਹੈਗਾ ਸੀਗਾ। ਪਰ ਕਈ ਵਾਰੀ ਕੋਈ ਬੰਦਾ ਝਿਜਕਦਾ ਹੁੰਦਾ ਹੈਗਾ, ਅਤੇ ਉਹ ਕਹਿੰਦੇ ਵੀ ਚਹਿਲ ਸਾਹਿਬ ਤੁਸੀਂ ਕੋਸ਼ਿਸ਼ ਕਰੋ। ਅਤੇ ਰਵੀ ਭਾਜੀ, ਇਹ ਮੈਂ ਤੁਹਾਨੂੰ ਸੰਬੋਧਨ ਕਰਕੇ, ਮੈਨੂੰ ਉਮੀਦ ਹੈ, ਮੈਨੂੰ ਯਕੀਨ ਹੈ ਕਿ ਤੁਸੀਂ ਇਹ ਵੀਡੀਓ ਵਾਚ ਕਰ ਰਹੇ ਹੋਵੋਗੇ, ਔਰ ਜਿਹੜੀ ਇਹ ਵੀਡੀਓ ਦੇ ਵਿੱਚ ਜੋ ਵੀ ਮੈਂ ਗੱਲਾਂ ਕਹਾਂਗਾ, ਜਿਨ੍ਹਾਂ ਦਾ ਜ਼ਿਕਰ ਹੋਏਗਾ, ਮੈਂ ਉਮੀਦ ਕਰਦਾ ਕਿ ਤੁਸੀਂ ਉਸ ਨੂੰ ਠੰਡੇ ਦਿਮਾਗ ਦੇ ਨਾਲ ਸੁਣੋਗੇ। ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੁੰਦੇ ਹੈਗੇ ਹੋ, ਫੇਸਬੁੱਕ 'ਤੇ ਹਮੇਸ਼ਾ ਲਾਈਵ ਹੁੰਦੇ ਰਹਿੰਦੇ ਹੋ ਅਕਸਰ, ਇਹਨਾਂ ਗੱਲਾਂ ਦਾ ਜਵਾਬ ਸੰਗਤ ਦੇ ਲਈ, ਸੰਗਤ ਦੇ ਫਾਇਦੇ ਲਈ ਤੁਸੀਂ ਜ਼ਰੂਰ ਦੇਵੋਗੇ। ਸਭ ਤੋਂ ਪਹਿਲਾਂ ਤਾਂ ਮੈਂ ਰਵੀ ਸਿੰਘ ਖਾਲਸਾ ਦਾ, ਖਾਲਸਾ ਏਡ ਦਾ, ਖਾਲਸਾ ਏਡ ਦੀ ਸਾਰੀ ਟੀਮ ਦਾ, ਵਲੰਟੀਅਰ ਦਾ, ਉਹਨਾਂ ਦੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ। ਮੈਂ ਸ਼ੁਕਰ ਅਦਾ ਕਰਦਾ ਹੈਗਾ ਵੀ ਤੁਸੀਂ ਲੋਕਾਂ ਨੇ
20-21 ਸਾਲ ਦੀ ਮਿਹਨਤ ਕਰਕੇ ਸਿੱਖ ਕੌਮ ਦਾ ਜਿਹੜਾ ਨਾਮ ਉੱਚਾ ਚੁੱਕਿਆ ਹੈਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਔਰ ਮੈਂ ਵੀ ਤੁਹਾਡੇ 'ਤੇ ਮਾਣ ਕਰਦਾ, ਔਰ ਹੋਰ ਵੀ ਬਹੁਤ ਲੋਕੀ ਤੁਹਾਡੇ 'ਤੇ ਮਾਣ ਕਰਦੇ ਨੇ, ਵਿਸ਼ਵਾਸ ਕਰਦੇ ਨੇ। ਤੁਹਾਨੂੰ ਸਮੇਂ-ਸਮੇਂ 'ਤੇ ਜਿੰਨਾ ਹੋ ਸਕਦਾ ਹੈਗਾ ਸੀਗਾ, ਹਰ ਇੱਕ ਬੰਦੇ ਨੇ ਤੁਹਾਨੂੰ ਡੋਨੇਸ਼ਨ ਵੀ ਦਿੱਤੀ ਹੈਗੀ ਹੈ, ਤੁਹਾਡੇ ਨਾਲ ਖੜੇ ਹੈਗੇ ਨੇ, ਤੁਹਾਡੀ ਗੱਲ ਵੀ ਸੁਣੀ ਹੈਗੀ ਹੈ। ਤੇ ਬਹੁਤ ਅੱਛੀ ਗੱਲ ਹੈ, ਤੁਸੀਂ ਬਹੁਤ ਚੰਗਾ ਕੰਮ ਕਰਿਆ ਹੈਗਾ। ਲੰਗਰ ਦੀ ਜਿਹੜੀ ਪਰੰਪਰਾ ਹੈਗੀ ਹੈ, ਉਹਦੀ ਸਾਰੀ ਦੁਨੀਆ ਦੇ ਵਿੱਚ ਸ਼ਲਾਘਾ ਹੋਈ ਹੈ, ਉਹਦਾ ਕ੍ਰੈਡਿਟ ਤੁਹਾਨੂੰ ਜਾਂਦਾ ਹੈਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ, ਕਿਉਂਕਿ ਲੰਗਰ ਸਿੱਖ ਫਿਲਾਸਫੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਔਰ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ, ਤੁਸੀਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਤੁਸੀਂ ਲੰਗਰ ਲਗਾਇਆ ਹੈ, ਔਰ ਤੁਸੀਂ ਸਿੱਖਾਂ ਦੀ ਪਹਿਚਾਣ ਨੂੰ ਪੋਜ਼ਿਟਿਵ ਨੈਰੇਟਿਵ ਬਿਲਡ ਕਰਿਆ ਹੈਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਪਰ ਜਿਹੜੀ ਮੈਂ ਅੱਜ ਗੱਲ ਕਰ ਰਿਹਾ ਹੈਗਾ, ਇਹ ਮੇਰੀ ਪਰਸਨਲ ਪਰਸੈਪਸ਼ਨ ਨਹੀਂ ਹੈਗੀ। ਕੁਝ ਲੋਕਾਂ ਦੀ, ਬਹੁਤ ਲੋਕਾਂ ਨੇ ਮੈਨੂੰ ਇਹ ਕੁਐਸਚਨ ਕਰੇ, ਤੇ ਉਹੀ ਕੁਐਸਚਨ ਮੈਂ ਤੁਹਾਨੂੰ ਕਰ ਰਿਹਾ ਹੈਗਾ, ਕੁਝ ਆਪਣੇ ਵੱਲੋਂ ਤੇ ਕੁਝ ਜਿਹੜੇ ਮੇਰੇ ਯਾਰਾਂ ਦੋਸਤਾਂ ਨੇ ਸੰਗਤ ਦੇ ਵੱਲੋਂ। ਵੀ ਪਹਿਲੀ ਗੱਲ ਤਾਂ ਜੋ ਸਿੱਖਾਂ ਦਾ ਨਹੀਂ, ਸਿਰਫ ਸਾਰੇ ਕਿਸਾਨਾਂ ਦਾ ਇੱਕ ਅੰਦੋਲਨ ਚੱਲ ਰਿਹਾ ਹੈਗਾ, ਉਹਦੀ ਡੀਟੇਲ ਦੇ ਵਿੱਚ ਮੈਂ ਬਹੁਤ ਨਹੀਂ ਜਾਣਾ ਚਾਹੁੰਦਾ, ਕਿਉਂਕਿ ਹਰ ਕੋਈ ਭਲੀ ਭਾਂਤੀ ਜਾਣਦਾ ਹੈਗਾ, ਸੰਗਤ ਜਾਣਦੀ ਹੈਗੀ ਹੈ ਕਿੱਥੋਂ ਸ਼ੁਰੂ ਹੋਇਆ, ਕਿਵੇਂ ਸ਼ੁਰੂ ਹੋਇਆ, ਕਿਹਨੇ ਸ਼ੁਰੂ ਕਰਿਆ ਹੈਗਾ, ਕਿਵੇਂ ਪਹਿਲਾਂ ਉਹਨਾਂ ਲੋਕਾਂ ਨੇ 5-6 ਮਹੀਨੇ ਪੰਜਾਬ ਦੇ ਵਿੱਚ ਮਿਹਨਤ ਕਰੀ ਹੈਗੀ ਹੈ, ਪਲੇਟਫਾਰਮਾਂ 'ਤੇ ਬੈਠੇ, ਗੱਡੀਆਂ ਰੋਕੀਆਂ, ਟੋਲ ਪਲਾਜ਼ਿਆਂ 'ਤੇ ਬੈਠੇ, ਮੋਬਿਲਾਈਜ਼ ਕਰਿਆ ਲੋਕਾਂ ਨੂੰ, ਤੇ ਫਿਰ ਦਿੱਲੀ ਵੱਲ ਆਏ। ਔਰ ਦਿੱਲੀ ਵਿੱਚ ਆ ਕੇ ਜੋ 26 ਜਨਵਰੀ ਦੇ ਵਿੱਚ ਜੋ ਝੰਡਾ ਚਾੜਿਆ ਹੈਗਾ ਲਾਲ ਕਿਲੇ ਦੇ ਉੱਤੇ, ਉਸ ਦੀ ਆਲੋਚਨਾ ਦੁਨੀਆ ਭਰ ਦੇ ਵਿੱਚ ਹੋ ਰਹੀ ਹੈਗੀ ਹੈ। ਔਰ ਸਿੱਖਾਂ ਦੀ, ਸਪੈਸ਼ਲੀ ਕਿਸਾਨਾਂ ਦੀ ਇਸ ਮੁਹਿੰਮ ਨੂੰ, ਪੀਸਫੁਲ ਮੁਹਿੰਮ ਸੀ ਜਿਹੜੀ ਹੈਗੀ, ਐਜੀਟੇਸ਼ਨ ਜਿਹੜੀ ਹੈਗੀ ਹੈ, ਜਿਹੜੀ ਕਿ ਡੈਮੋਕ੍ਰੈਟਿਕ ਹੈਗੀ ਸੀ, ਜਿਹਦੀ ਕਿ ਦੁਨੀਆ ਭਰ ਦੇ ਵਿੱਚ ਸਾਰੇ ਇਲੈਕਟਡ ਮੈਂਬਰ ਵੀ ਜਿਹੜੇ ਹੈਗੇ ਸੀ, ਲੀਡਰਸ ਹੈਗੇ ਸੀਗੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ, ਉਹਨਾਂ ਨੇ ਬਿਆਨ ਦਿੱਤੇ ਕਿਸਾਨਾਂ ਦੇ ਹੱਕ ਦੇ ਵਿੱਚ। ਕਿਉਂਕਿ ਇਹ ਮੂਵਮੈਂਟ ਸੀ, ਕਿਸਾਨ ਲੀਡਰਸ਼ਿਪ ਬਹੁਤ ਸਿਆਣੀ ਲੀਡਰਸ਼ਿਪ ਹੈਗੀ ਹੈ। ਜਿੰਨੇ 30-32 ਜਿਹੜੀਆਂ ਲੀਡਰਸ਼ਿਪ ਦੀ ਉੱਥੇ ਯੂਨੀਅਨ ਦੇ ਲੀਡਰਸ ਬੈਠੇ ਹੈਗੇ ਨੇ, ਰਾਜੇਵਾਲ ਸਾਹਿਬ ਨੂੰ ਮੈਂ ਅਕਸਰ ਫੋਲੋ ਕਰਦਾ ਹੈਗਾ, ਹੋਰ ਵੀ ਕਾਫੀ ਸਾਰੇ ਲੀਡਰਾਂ ਨੂੰ ਫੋਲੋ ਕਰਦੇ ਹੈਗੇ ਆ। ਉਹਨਾਂ ਦੇ ਵਿੱਚ, ਉਹਨਾਂ ਦੀਆਂ ਗੱਲਾਂ ਦੇ ਵਿੱਚ ਇੱਕ ਬਹੁਤ ਵੱਡੀ ਸਿਆਣਪ ਨਜ਼ਰ ਆਉਂਦੀ ਹੈ, ਔਰ ਸਿਆਣਪ ਦੇ ਨਾਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਨਜ਼ਰ ਆਉਂਦੀ ਹੈ। ਉਹਨਾਂ ਨੂੰ ਕੰਸਰਨ ਹੈ, ਜਿਹੜੇ ਲੋਕੀ ਉਹਨਾਂ ਦੀ ਕਾਲ 'ਤੇ ਆ ਕੇ ਬੈਠੇ ਨੇ, ਉਹ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੈਗੇ ਨੇ। ਉਹ ਆਪਣੇ ਪਰਿਵਾਰ ਦੀ ਤਰ੍ਹਾਂ, ਆਪਣੇ ਬੱਚਿਆਂ ਦੀ ਤਰ੍ਹਾਂ ਉਹਨਾਂ ਲੋਕਾਂ ਨੂੰ, ਜੇ ਸਪੈਸ਼ਲੀ ਜਿਹੜੇ ਯੂਥ ਹੈਗੇ ਨੇ, ਉਹਨਾਂ ਨੂੰ ਡੀਲ ਕਰ ਰਹੇ ਹੈਗੇ ਨੇ। ਉਹ ਨਹੀਂ ਚਾਹੁੰਦੇ ਵੀ ਕਿਸੇ ਮਾਂ ਦਾ ਪੁੱਤ ਆਇਆ ਹੋਵੇ ਉੱਥੇ, ਉਹਨਾਂ ਦੀ ਥੋੜ੍ਹੀ ਜਿਹੀ ਗਲਤੀ ਕਰਕੇ ਇੱਕ ਤਾਂ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ, ਦੂਜਾ ਵੀ ਜੇਕਰ ਕੋਈ ਇੱਥੇ ਵਾਇਲੈਂਸ ਹੋ ਗਿਆ ਇਸ ਮੂਵਮੈਂਟ ਦੇ ਦੌਰਾਨ, ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਬਦਨਾਮੀ ਹੋਏਗੀ। ਔਰ ਜੋ ਲਾਲ ਕਿਲੇ 'ਤੇ ਝੰਡਾ ਚੜ੍ਹਾ ਕੇ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੈਗਾ ਝੰਡਾ ਚੜ੍ਹਾਇਆ ਹੈਗਾ, ਉਹ ਸਿਰਫ ਨਿਸ਼ਾਨ ਸਾਹਿਬ ਦੀ ਬੇਅਦਬੀ ਨਹੀਂ ਹੈਗੀ, ਉਹ ਸਾਰੇ ਸਿੱਖਾਂ ਦੇ ਜਿਹੜੇ ਸਿਰ ਨੀਵੇਂ ਹੋਏ ਨੇ ਉਸ ਚੀਜ਼ ਦੇ ਨਾਲ। ਕਿਉਂਕਿ ਉਹ ਜਿਹੜੀ ਜਗ੍ਹਾ ਹੈਗੀ ਸੀ, ਚਾਹੇ ਉਹ ਖਾਲਿਸਤਾਨ ਦਾ ਝੰਡਾ ਨਹੀਂ ਸੀਗਾ, ਉਹ ਕੇਸਰੀ ਝੰਡਾ ਸੀਗਾ। ਔਰ ਕੇਸਰੀ ਝੰਡਾ ਕਦੇ ਕਿਲਿਆਂ ਦੇ ਉੱਤੇ, ਐਸੀ ਜਗ੍ਹਾ ਦੇ ਉੱਤੇ ਨਹੀਂ ਚੜ੍ਹਦਾ, ਔਰ ਉਹਦੀ ਇੱਕ ਜਗ੍ਹਾ ਬਣੀ ਹੋਈ ਹੈ। ਇਸ ਕਰਕੇ ਮੈਂ ਚਾਹੁੰਦਾ ਹੈਗਾ, ਔਰ ਇਹ ਬਾਕੀ ਲੋਕਾਂ ਦੀ ਵੀ ਸਲਾਹ ਹੈਗੀ ਸੀ, ਵੀ ਜਿਹੜਾ ਉਹ ਕੇਸਰੀ ਝੰਡਾ ਉੱਥੇ ਚੜਾਉਣਾ ਹੈਗਾ ਸੀਗਾ, ਉਹ ਕੋਈ ਬਹੁਤ ਅੱਛੀ ਗੱਲ ਨਹੀਂ ਹੈਗੀ ਸੀ। ਉਹਦੇ ਵਿੱਚ ਜਿਹੜੇ ਬੰਦਿਆਂ ਨੇ ਚੜਾਇਆ ਹੈਗਾ, ਉਹਨਾਂ ਦਾ ਨਾਮ ਤੁਹਾਨੂੰ ਪਤਾ, ਤੁਹਾਡੇ ਬਹੁਤ ਕਲੋਜ਼ ਹੈਗੇ ਨੇ, ਤੁਹਾਡੇ ਦਿਲ ਦੇ ਬਹੁਤ ਕਲੋਜ਼ ਨੇ। ਤੁਸੀਂ ਉਹਨਾਂ ਦੀ ਪਿਛਲੇ ਕਾਫੀ ਮਹੀਨਿਆਂ ਤੋਂ
ਸਪੋਰਟ ਡਟ ਕੇ ਕਰੀ ਹੈ ਦੀਪ ਸਿੱਧੂ ਦੀ, ਲੱਖੇ ਸਿਧਾਣੇ ਦੀ, ਹੋਰ ਵੀ ਜਿਹੜੇ ਸੱਜਣ ਹੈਗੇ ਸੀਗੇ। ਸਪੈਸ਼ਲੀ ਦੀਪ ਸਿੱਧੂ ਦੀ ਤੁਸੀਂ ਬਹੁਤ ਜ਼ਿਆਦਾ ਕਾਫੀ ਮਹੀਨਿਆਂ ਤੋਂ ਤੁਸੀਂ ਆਪਣੀ ਫੇਸਬੁੱਕ ਦਾ ਪ੍ਰੋਫਾਈਲ ਜਾ ਕੇ ਦੇਖ ਲਓ। ਮੈਂ ਸਾਰੇ ਸੱਜਣਾਂ ਨੂੰ ਵੀ ਜਿਹੜੇ ਸੰਗਤ ਦੇਖ ਰਹੀ ਹੈਗੀ ਹੈ, ਇਹ ਮੈਨੂੰ ਸੁਣ ਰਹੀ ਹੈਗੀ ਹੈ, ਮੈਂ ਚਾਹੁੰਦਾ ਹੈਗਾ ਬਜਾਏ ਕਿ ਮੇਰੀਆਂ ਗੱਲਾਂ ਤੇ ਯਕੀਨ ਕਰੋ, ਰਵੀ ਸਿੰਘ ਖਾਲਸਾ ਦਾ ਜਿਹੜਾ ਪੇਜ ਹੈਗਾ, ਜਿਹੜੀ ਉਹਨਾਂ ਦਾ ਅਕਾਊਂਟ ਹੈਗਾ, ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਪਈ ਹੈਗੀ ਹੈ ਵੀ ਪਿਛਲੇ ਕਾਫੀ ਮਹੀਨਿਆਂ ਤੋਂ ਇਹ ਬਹੁਤ ਵਾਰੀ ਰਵੀ ਖਾਲਸਾ ਜੀ ਲਾਈਵ ਹੋ ਕੇ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਹੈਗੇ ਸੀ ਦੀਪ ਸਿੱਧੂ ਦੀ। ਬਾਅਦ ਫਿਰ ਉਹ ਮੁੰਡਾ ਚੱਕਿਆ ਗਿਆ ਤੇ ਉਸ ਮੁੰਡੇ ਨੂੰ ਖਤਮ ਕੀਤਾ ਗਿਆ, ਮਾਰਿਆ ਗਿਆ। ਬੇਗੁਨਾਹ ਨੂੰ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਜਿਹੜਾ ਸੁਰਜੀਤ ਸਿੰਘ ਸਿੱਧੂ ਉਹ ਕੌਣ ਸੀ? ਸੁਰਜੀਤ ਸਿੰਘ ਸਿੱਧੂ ਪੂਰਾ ਨਾਮ? ਸੁਰਜੀਤ ਸਿੰਘ ਸਿੱਧੂ ਕੌਣ ਸੀ? ਉਹ ਬਠਿੰਡੇ ਦਾ ਵਕੀਲ ਸੀ ਔਰ ਉਹ ਸੀਗਾ ਦੀਪ ਸਿੱਧੂ ਦਾ ਬਾਪ। ਦੀਪ ਸਿੱਧੂ ਦੇ ਬਾਪ ਦਾ ਨਾਮ? ਦੀਪ ਸਿੱਧੂ ਦੇ ਬਾਪ, ਬਿਲਕੁਲ ਬਿਲਕੁਲ। ਮੈਂ ਹੁਣ ਵਕੀਲ ਦੀਪ ਸਿੱਧੂ ਦਾ ਬਾਪ ਜਿਹੜਾ ਹੈਗਾ ਉਹਦੇ ਤੇ ਇਹ ਇਲਜ਼ਾਮ ਸੀ, ਉਸ ਵੇਲੇ ਇਹ ਇਲਜ਼ਾਮ ਸੀ ਕਿ ਉਸ ਬੰਦੇ ਨੇ ਸੌਦੇਬਾਜ਼ੀ ਕਰਵਾ ਕੇ ਪੁਲਿਸ ਨਾਲ ਪੈਸੇ ਦੇ ਕੇ ਸੌਦੇਬਾਜ਼ੀ ਕਰਵਾਉਂਦਾ ਸੀ ਤੇ ਬੰਦੇ ਮਰਵਾਉਂਦਾ ਸੀ ਖਾੜਕੂਵਾਦ ਦੇ ਦੌਰ 'ਚ। ਅੱਛਾ। ਅੱਜ ਮੈਂ ਮੈਂ ਬਹੁਤ ਸਬਰ ਨਾਲ ਉਡੀਕਦਾ ਸੀ, ਮੈਂ ਬੜੀਆਂ ਉਹਦੀਆਂ ਵੀਡੀਓ ਸੁਣਦਾ ਹਾਂ ਜਿਹੜੀਆਂ ਉਹ ਵੀਡੀਓ ਬਣਾ ਕੇ ਪਾਉਂਦਾ ਦੀਪ ਸਿੱਧੂ। ਇੱਕ ਵੀਡੀਓ ਦੇ ਵਿੱਚ ਉਹਨੇ ਲਿਖਿਆ, ਮੈਂ ਕਿਸਾਨ ਹਾਂ, ਮੇਰਾ ਪਿਓ ਵੀ ਖੇਤੀਬਾੜੀ ਕਰਦਾ ਸੀ, ਮੇਰਾ ਦਾਦਾ ਵੀ ਖੇਤੀਬਾੜੀ ਕਰਦਾ ਸੀ, ਪਿਓ ਤਾਂ ਆਹ ਕੰਮ ਕਰਦਾ ਸੀ। ਔਰ ਉਹਦੇ ਪਿਓ ਦਾ ਚਲਾਨ ਹੋਇਆ, ਉਹਦਾ ਪਿਓ ਜੇਲ੍ਹ ਦੇ ਵਿੱਚ ਰਿਹਾ ਜੀ। ਸੁਰਜੀਤ ਸਿੰਘ ਸਿੱਧੂ ਦੀ ਮਾਂ ਮਰ ਜਾਂਦੀ ਹੈ, ਉਹ ਜੇਲ੍ਹ ਦੇ ਵਿੱਚ ਸੀ, ਆਪਦੀ ਮਾਂ ਦੇ ਸੰਸਕਾਰ ਦੇ ਉੱਤੇ ਪੁਲਿਸ ਦੀ ਕਸਟਡੀ 'ਚ ਆਇਆ ਸੀ ਅਦਾਲਤ 'ਚੋਂ ਲੈ ਕੇ। ਅੱਛਾ। ਜਿਹੜੇ ਬੰਦੇ ਦੀ ਦਾ ਪਿਛੋਕੜ ਇਹ ਹੋਵੇ, ਮੈਂ ਨਹੀਂ ਕਹਿੰਦਾ ਕਿ ਔਲਾਦ ਸਾਰੀ ਮਾੜੀ ਹੁੰਦੀ ਹੈ, ਬੜੇ ਗਦਾਰ ਹੁੰਦੇ ਆ ਤੇ ਮੁੰਡੇ ਬੜੇ ਇਨਕਲਾਬੀ ਨਿਕਲ ਜਾਂਦੇ ਆ, ਬੜੇ ਨਿਕਲ ਜਾਂਦੇ ਆ, ਪਰ ਜੇ ਆਪਾਂ ਦੇਖੀਏ ਸਾਰੀਆਂ ਤੰਦਾਂ ਜੋੜ ਕੇ ਦੇਖੀਏ ਜੋ ਕੁਝ ਹੋ ਰਿਹਾ ਤਾਂ ਉਹੀ ਕੁਝ ਹੋ ਰਿਹਾ ਜੋ ਪਿਓ ਕਰਦਾ ਸੀ ਲੋਕਾਂ ਨੂੰ ਮਰਵਾਉਣ ਵਾਸਤੇ, ਤੇ ਉਹੀ ਕੁਝ ਜਿਹੜੇ ਹੈ ਅੰਦੋਲਨ ਨੂੰ ਮਰਵਾਉਣ ਵਾਸਤੇ। ਪੂਰੇ ਕਿਸਾਨ ਅੰਦੋਲਨ ਤੇ ਦੇਖੋ 15 ਲੱਖ ਲੋਕ ਜਿਹੜਾ ਜਿਹੜੀਆਂ ਇੱਕ ਕਿੱਡਾ ਮਤਲਬ ਖੁਸ਼ਵੀਰ ਤੁਸੀਂ ਇਹਨਾਂ ਨੇ ਬਹੁਤ ਸਪੋਰਟ ਕਰਿਆ ਹੈਗਾ। ਹਾਲਾਂਕਿ ਬਹੁਤ ਲੋਕੀ ਉਦੋਂ ਕੁਐਸਚਨ ਰੇਜ਼ ਕਰਦੇ ਹੈਗੇ ਸੀਗੇ ਵੀ ਦੀਪ ਸਿੱਧੂ ਦੇ ਜਿਹੜੇ ਕਨੈਕਸ਼ਨ ਹੈਗੇ ਨੇ ਉਹ ਬੀਜੇਪੀ ਨਾਲ ਹੈਗੇ ਨੇ। ਉਹਨਾਂ ਦੀਆਂ ਫੋਟੋਆਂ ਵੀ ਜੱਗ ਜ਼ਾਹਰ ਹੋਈਆਂ, ਸਨੀ ਦਿਓਲ ਵਾਲੀਆਂ ਹੈਗੀਆਂ, ਵੱਖ-ਵੱਖ ਲੀਡਰਾਂ ਦੇ ਨਾਲ ਜਿਹੜੀਆਂ ਫੋਟੋਆਂ ਹੈਗੀਆਂ ਉਹ ਜੱਗ ਜ਼ਾਹਰ ਜਿਹੜੇ ਲੋਕੀ ਅੱਜ ਪਾ ਰਹੇ ਹੈਗੇ ਨੇ ਉਹ ਉਦੋਂ ਵੀ ਪਾ ਰਹੇ ਹੈਗੇ ਸੀਗੇ। ਸਮਹਾਓ ਰਵੀ ਸਿੰਘ ਜੀ ਤੁਸੀਂ ਬਹੁਤ ਜ਼ਿਆਦਾ ਐਕਟਿਵ ਹੈਗੇ ਹੋ, ਤੁਹਾਡੇ ਕੋਲ ਇੱਕ ਸੋਸ਼ਲ ਮੀਡੀਆ ਤੇ ਡੈਡੀਕੇਟਡ ਟੀਮ ਹੈਗੀ ਹੈ ਜਿਹੜੀ ਕਿ ਮੈਨੇਜ ਕਰਦੀ ਹੈਗੀ ਹੈ ਤੁਹਾਡੇ ਮਿਲੀਅਨਸ ਆਫ ਡਾਲਰ ਜਿਹੜਾ ਤੁਸੀਂ ਰੇਜ਼ ਕਰਿਆ ਹੈਗਾ। ਆਰਗੇਨਾਈਜੇਸ਼ਨ ਤੁਹਾਡੀ ਚਲਾਉਂਦੀ ਹੈਗੀ ਹੈ, ਤੁਹਾਨੂੰ ਸਾਰਾ ਕੁਝ ਪਤਾ ਹੈਗਾ ਸੀ ਵੀ ਕੌਣ ਬੰਦਾ ਕੀ ਕਰ ਰਿਹਾ ਹੈਗਾ। ਤੁਹਾਡੀ ਉੱਥੇ ਇੰਡੀਆ ਦੇ ਵਿੱਚ ਵੀ ਟੀਮ ਹੈਗੀ ਹੈ ਜਿਹਦੀ ਕਿ ਤੁਸੀਂ ਅਕਸਰ ਨਾਂ ਲੈਂਦੇ ਹੈਗੇ ਹੋ। ਉਹ ਇਸ ਕਿਸਾਨ ਦੇ ਵਿੱਚ ਬਹੁਤ ਦੇਰ ਤੋਂ ਸ਼ੁਰੂ ਦੇ ਵਿੱਚ ਹੀ ਆ ਕੇ ਉਹ ਇਸ ਦਾ ਹਿੱਸਾ ਬਣ ਗਏ ਹੈਗੇ ਸੀਗੇ। ਇਸ ਕਰਕੇ ਵੀ ਤੁਹਾਡੇ ਲਈ ਕੋਈ ਨਵੀਂ ਚੀਜ਼ ਨਹੀਂ ਹੈਗੀ ਸੀ, ਤੁਹਾਨੂੰ ਇਹ ਨਹੀਂ ਬੰਦਾ ਕਹਿ ਸਕਦਾ ਵੀ ਸਾਨੂੰ ਉਹਦੇ ਬਾਰੇ ਨਹੀਂ ਪਤਾ ਹੈਗਾ ਸੀਗਾ। ਦੀਪ ਸਿੱਧੂ ਦੇ ਜਿਹੜੇ ਵਿਚਾਰ ਸੀਗੇ ਉਹ ਤੁਹਾਨੂੰ ਅੱਛੇ ਲੱਗੇ ਜਦੋਂ ਵੀ ਕੋਈ ਖਾਲਿਸਤਾਨ ਦੀ ਗੱਲ ਹੁੰਦੀ ਹੈਗੀ ਸੀ ਜਾਂ ਹੋਰ ਕਿਸੇ ਰਿਲੀਜੀਅਸ ਲੀਡਰ ਦੀ ਗੱਲ ਕਰਦੇ ਹੈਗੇ ਸੀ। ਉਹ ਸਪੈਸ਼ਲੀ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਸੀ ਤੁਸੀਂ ਉਸ ਤੋਂ ਬਾਅਦ ਲਾਈਵ ਹੋ ਕੇ ਉਹਨੂੰ ਹਮੇਸ਼ਾ ਸਪੋਰਟ ਕਰਦੇ ਹੈਗੇ ਸੀਗੇ। ਹਾਲਾਂਕਿ ਤੁਹਾਡਾ ਜਿਹੜਾ ਮੇਨ ਮਕਸਦ ਹੈਗਾ ਸੀਗਾ, ਤੁਹਾਡੀ ਜਿਹੜੀ ਆਇਡੈਂਟੀਟੀ ਬਣੀ ਹੈਗੀ ਹੈ, ਲੋਕਾਂ ਨੇ ਤੁਹਾਨੂੰ ਸਪੋਰਟ ਕਰਿਆ ਹੈਗਾ, ਉਹ ਕਰਿਆ ਹੈਗਾ ਸੀਗਾ ਵੀ ਤੁਸੀਂ ਲੰਗਰ ਦੀ ਵਜ੍ਹਾ ਕਰਕੇ, ਲੰਗਰ ਕਰਕੇ ਇੱਕ ਰਿਲੀਜੀਅਸ ਇੱਕ ਆਰਗੇਨਾਈਜੇਸ਼ਨ ਤੁਸੀਂ ਚਲਾਉਂਦੇ ਹੈਗੇ ਹੋ, ਤੁਹਾਡੀ ਚੈਰਿਟੀ ਹੈਗੀ ਹੈ ਖਾਲਸਾ ਏਡ ਕਰਕੇ, ਉਹੀ ਤੁਹਾਡੀ ਆਇਡੈਂਟੀਟੀ ਹੈਗੀ ਸੀ। ਪਰ ਤੁਸੀਂ ਸਮਹਾਓ ਉਸ ਦੇ ਦੌਰਾਨ ਇੱਕ ਲੰਗਰ ਲਗਾ ਕੇ ਤੁਸੀਂ ਕਿਸਾਨ ਮੂਵਮੈਂਟ ਦੇ ਵਿੱਚ ਐਂਟਰ ਕਰਦੇ ਹੈਗੇ ਹੋ, ਪਰ ਬਾਅਦ ਦੇ ਵਿੱਚ ਤੁਹਾਡੀ ਜਿਹੜੀ ਐਕਟੀਵਿਟੀ ਹੈਗੀ ਹੈ ਉਹ ਹਮੇਸ਼ਾ ਹੀ ਤੁਹਾਨੂੰ ਹੁੰਦੀ ਹੈਗੀ, ਕੋਸ਼ਿਸ਼ ਹੁੰਦੀ ਹੈ ਵੀ ਖਾਲਿਸਤਾਨ ਦੀ ਗੱਲ ਹੋਵੇ, ਬਾਕੀ ਜਿਹੜੇ ਹੋਰ ਮੁੱਦੇ ਹੈਗੇ ਨੇ ਉਹ ਚੁੱਕੇ ਜਾਣ। ਮੈਂ ਤੁਹਾਡੀ ਪ੍ਰੋਫਾਈਲ ਦੇਖ ਰਿਹਾ ਹੈਗਾ, ਉਹ ਸਾਰੀ ਮੈਂ ਡਾਊਨਲੋਡ ਕਰੀ ਹੈਗੀ ਸੀ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਹੁਣ ਉਹ ਡਿਲੀਟ ਨਾ ਕਰੋਗੇ ਕਿਉਂਕਿ ਇਹ ਪਬਲਿਕ ਦੇ ਵਿੱਚ ਹੈਗੀ ਹੈ। ਤੁਸੀਂ ਹਮੇਸ਼ਾ ਬਹੁਤ ਵਾਰੀ ਲਾਈਵ ਹੋ ਕੇ ਵੀ ਕਹਿੰਦੇ ਹੁੰਦੇ ਹੈਗੇ ਹੋ, ਆਪਣੀਆਂ ਸਫਾਈਆਂ ਵੀ ਬਹੁਤ ਵਾਰੀ ਪੇਸ਼ ਕਰੀਆਂ ਹੈਗੀਆਂ ਨੇ, ਐ ਨਹੀਂ ਹੋਣਾ ਚਾਹੀਦਾ, ਐ ਹੋਣਾ ਚਾਹੀਦਾ ਹੈਗਾ। ਪਰ ਜਿਹੜੀ ਇਸ ਮੂਵਮੈਂਟ ਦੇ ਵਿੱਚ ਕਿਸਾਨ ਲੀਡਰਸ਼ਿਪ ਹੈਗੀ ਹੈ ਉਹ ਪਹਿਲੇ ਦਿਨ ਤੋਂ
ਦੀਪ ਸਿੱਧੂ ਨੂੰ ਉਹਨਾਂ ਨੇ ਆਪਣੇ ਨਾਲ ਨਹੀਂ ਰਲਾਇਆ? ਉਹਦੀ ਕੋਈ ਵਜ੍ਹਾ ਹੋਏਗੀ। ਸਾਡੇ ਨਾਲ ਧੋਖਾ ਕੀਤਾ ਹੈ, ਗਦਾਰੀ ਕੀਤੀ ਹੈ, ਬੇਈਮਾਨੀ ਕੀਤੀ ਹੈ। ਸਾਡੇ ਕਿਸਾਨ ਜਿਹੜੇ ਲਗਾਤਾਰ ਠੰਡ ਦੇ ਵਿੱਚ, ਮੀਂਹ ਪੈਂਦੇ ਦੇ ਵਿੱਚ, ਝੱਖੜਾਂ ਦੇ ਵਿੱਚ ਇੱਥੇ ਰਹਿ ਰਹੇ ਸੀ, ਉਹਨਾਂ ਸਾਰਿਆਂ ਦੇ ਨਾਲ, ਸਾਡੇ ਨਾਲ ਨਹੀਂ ਜਥੇਬੰਦੀਆਂ ਨਾਲ, ਤੁਹਾਡੇ ਸਾਰਿਆਂ ਦੇ ਨਾਲ, ਆਪਣੇ ਸਾਰਿਆਂ ਦੇ ਨਾਲ ਇਹਨਾਂ ਨੇ ਧੋਖਾ ਕੀਤਾ ਤੇ ਗਦਾਰੀ ਕੀਤੀ ਹੈ। ਆਓ ਇਹੋ ਜਿਹੀਆਂ ਤਾਕਤਾਂ ਤੋਂ ਸੁਚੇਤ ਰਹੀਏ। ਮੇਰੇ ਪਹਿਲੇ ਬੁਲਾਰੇ ਰਾਜੇਵਾਲ ਸਾਹਿਬ ਨੇ ਬਹੁਤ ਸਪਸ਼ਟ ਚੀਜ਼ਾਂ ਕੀਤੀਆਂ ਨੇ। ਇੱਕ ਬੰਦਾ ਗਲਤ ਹੋ ਸਕਦਾ ਹੈ, 2 ਗਲਤ ਹੋ ਸਕਦੇ ਹੈਗੇ ਨੇ, 5 10, ਪਰ ਜਿਹੜੀਆਂ 20 ਤੋਂ ਜ਼ਿਆਦਾ ਜਿਹੜੀਆਂ ਕਿਸਾਨ ਲੀਡਰਸ਼ਿਪ ਸੀ ਉਹ ਤਾਂ ਸਾਰੇ ਗਲਤ ਨਹੀਂ ਹੋ ਸਕਦੇ। ਉਹਨਾਂ ਨੇ ਬਹੁਤ ਮਿਹਨਤ ਕਰੀ। ਇਸੇ ਕਰਕੇ ਜਿਹੜੇ ਦੀਪ ਸਿੱਧੂ ਨੇ ਆਪਣਾ ਜਿਹੜਾ ਸੀਗਾ ਮੋਰਚਾ ਉਹ ਸ਼ੰਭੂ ਬਾਰਡਰ ਤੇ ਲਗਾ ਲਿਆ। ਸ਼ੰਭੂ ਬਾਰਡਰ ਦੇ ਉੱਤੇ ਕਾਫੀ ਖਾਲਿਸਤਾਨ ਦਾ ਰੌਲਾ ਪਿਆ ਹੈਗਾ, ਕਾਫੀ ਐਕਟੀਵਿਟੀ ਹੋਈ ਹੈਗੀ, ਜਿਹਦੀ ਕਿ ਮੈਨੂੰ ਡੀਟੇਲ ਦੇ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤੁਹਾਨੂੰ ਜਦੋਂ ਪਤਾ ਹੈਗਾ ਸੀਗਾ ਇਹ ਕਿਸਾਨਾਂ ਦੀ ਮੂਵਮੈਂਟ ਹੈ, ਤੁਸੀਂ ਲੰਗਰ ਲਾਉਣੇ ਸ਼ੁਰੂ ਕਰੇ, ਤੁਹਾਨੂੰ ਕਿਸੇ ਨੇ ਮਨਾ ਨਹੀਂ ਕਰਿਆ ਹੈਗਾ, ਕਿਸੇ ਕਿਸਾਨ ਲੀਡਰ ਨੇ ਤੁਹਾਨੂੰ ਕੁਛ ਨਹੀਂ ਕਿਹਾ ਹੈਗਾ, ਔਰ ਤੁਸੀਂ ਆਪਣੀਆਂ ਹਮੇਸ਼ਾ ਵੀਡੀਓ ਦੇ ਵਿੱਚ ਇਹ ਦੱਸਿਆ ਹੈਗਾ ਵੀ ਤੁਹਾਡਾ ਜਿਹੜਾ ਲੰਗਰ ਹੁੰਦਾ ਹੈਗਾ, ਜਿਹੜਾ ਤੁਸੀਂ ਸੇਵਾ ਕਰਦੇ ਹੈਗੇ ਹੋ, ਉਹ ਸੰਗਤ ਦੀ ਡੋਨੇਸ਼ਨ ਹੈਗੀ ਹੈ, ਉਹ ਤੁਹਾਡੀ ਨਹੀਂ ਹੈਗੀ ਸੀ। ਸੰਗਤ ਦੇ ਪੈਸਿਆਂ ਦੇ ਨਾਲ ਖਰੀਦੀ ਹੋਈ ਜਾਂ ਸੰਗਤ ਦੁਆਰਾ ਦਿੱਤੀ ਹੋਈ ਹੈਗੀ, ਜਾਂ ਜਿਹੜਾ ਆਲਰੇਡੀ ਕੋਈ ਲੈ ਕੇ ਸਮਾਨ ਆਇਆ ਹੈਗਾ ਤੁਸੀਂ ਉਹ ਅੱਗੇ ਵਰਤਾਇਆ ਹੈਗਾ। ਔਰ ਉਸ ਦੇ ਦੌਰਾਨ ਤੁਹਾਡੀ ਟੀਮ ਨੇ, ਜਿਹੜਾ ਵੀ ਉੱਥੇ ਸੈਲੈਬ੍ਰਿਟੀ ਆਉਂਦਾ ਸੀ, ਕੋਈ ਸਿੰਗਰ ਆਉਂਦਾ ਸੀ, ਉਹ ਤੋਂ ਸਭ ਤੋਂ ਪਹਿਲਾਂ ਤੁਸੀਂ ਜੈਕਟ ਪਵਾਈ ਹੈ ਖਾਲਸਾ ਏਡ ਦੀ, ਉਹ ਤੋਂ ਕੁਛ ਮਿੰਟ ਵਾਸਤੇ ਉੱਥੇ ਸੇਵਾ ਕਰਵਾਈ ਹੈ ਲੋਕਾਂ ਦੀ, ਉਹਦੀਆਂ ਫੋਟੋਆਂ ਖਿੱਚ ਕੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਬੱਲੇ ਬੱਲੇ ਕਰਵਾਈ ਹੈ। ਇਹ ਕੋਈ ਪਹਿਲੀ ਗੱਲ ਨਹੀਂ ਹੋਈ, ਪਹਿਲੀ ਵਾਰੀ ਨਹੀਂ ਹੋਇਆ, ਇਹ ਪਹਿਲਾਂ ਵੀ ਬਹੁਤ ਵਾਰੀ ਹੋ ਚੁੱਕਿਆ ਹੈਗਾ ਸੀਗਾ। ਔਰ ਕਾਫੀ ਲੋਕਾਂ ਨੇ ਕੁਐਸਚਨ ਕਰੇ ਹੈਗੇ ਸੀਗੇ। ਸਾਡੇ ਕੈਲੀਫੋਰਨੀਆ ਤੋਂ ਵੀ ਕੋਈ ਸੱਜਣ ਹੈਗੇ ਨੇ, ਉਹਨਾਂ ਨੇ ਕਾਫੀ ਜ਼ਿਆਦਾ ਵੀਡੀਓ ਪਾਈਆਂ ਹੈਗੀਆਂ ਸੀ ਸੋਸ਼ਲ ਮੀਡੀਆ ਤੇ, ਜਿਹੜੀਆਂ ਦੇ ਕਿ ਹੁਣ ਵੀ ਪਈਆਂ ਹੈਗੀਆਂ ਨੇ। ਠੀਕ ਹੈ, ਇਹ ਨਹੀਂ ਕਰਦੇ, ਇਹ ਕੀ ਕਰਦੇ, ਪੇਜ ਬਣਾ ਕੇ ਪੈਸੇ ਇਕੱਠੇ ਕਰਕੇ ਤੇ ਮਨੀ ਲਾਂਡਰਿੰਗ ਕਰਦੇ ਨੇ, ਪੈਸਾ ਇੰਗਲੈਂਡ ਨੂੰ ਪਹੁੰਚ ਜਾਂਦਾ ਰਵੀ ਸਿੰਘ ਨੂੰ। ਅੱਛਾ ਜੀ, ਦੇਖੋ ਤੁਸੀਂ ਮੈਨੂੰ ਦਿਖਾਓ ਵੀ ਕੀ ਖਾਲਸਾ ਅਗਰ ਇੰਟਰਨੈਸ਼ਨਲ ਹੈ ਤੇ ਅਗਰ ਇਹ ਆਸਟ੍ਰੇਲੀਆ 'ਚ ਪੈਸੇ ਇਕੱਠੇ ਕਰ ਰਹੀ ਹੈ, ਕੀ ਰਜਿਸਟਰਡ ਐਨਜੀਓ ਹੈ ਆਸਟ੍ਰੇਲੀਆ ਦੀ? ਠੀਕ ਹੈ ਜੀ, ਇੱਕ ਆਪਾਂ ਕਾਲ ਲੈ ਲਈਏ, ਮੇਰੇ ਖਿਆਲ ਜੋ ਤੋਂ ਕੋਈ ਕਾਲ ਦੇਖ ਲਿਓ ਜੀ। ਹਾਂਜੀ, ਰਜਿਸਟਰਡ ਐਨਜੀਓ ਹੈ ਆਸਟ੍ਰੇਲੀਆ। ਹੈਲੋ ਹੈਲੋ ਜੀ, ਮੇਰੇ ਖਿਆਲ ਚਲੋ ਐਨੀਵੇ ਆਪਣੀ ਤੁਸੀਂ ਗੱਲ ਜਾਰੀ। ਅੱਛਾ ਤੁਸੀਂ ਅਗਲੀ ਗੱਲ ਸੁਣੋ, ਇਹ ਕਹਿੰਦੇ ਨੇ ਪੰਜਾਬ 'ਚ ਕੰਮ ਕਰਦੇ ਨੇ। ਹਾਂ ਹਾਂ, ਇਹਨਾਂ ਦਾ ਇੱਕ ਜਦੋਂ ਅਸੀਂ ਨਾ ਪੰਜਾਬ 'ਚ ਆਉਂਦੇ ਆ ਤੇ ਇਹਨਾਂ ਦਾ ਜਿਹੜਾ ਅਕਾਊਂਟ ਹੈਗਾ ICICI ਦਾ, ਜਿਹੜਾ ਨਾਰਾਇਣਾ 'ਚ ਬ੍ਰਾਂਚ ਹੈ, ਠੀਕ, ਤੁਸੀਂ ਉਹ ਇਹਨਾਂ ਦੀ ਮੈਂ ਫੋਟੋ ਵੀ ਸ਼ੇਅਰ ਕਰਾਂਗਾ, ਉਹ ਬੇਟੀ ਨੇ ਪਕੜੀ ਹੋਈ, ਉਹਦੇ ਥੱਲੇ ਤੁਸੀਂ ਦੇਖੋ ਕੀ ਲਿਖਿਆ ਹੋਇਆ। ਕੀ ਲਿਖਿਆ ਤੁਸੀਂ ਦੱਸਣਾ ਚਾਹੋਗੇ? ਜਿਹੜਾ ਇਹਦਾ ਅਕਾਊਂਟ ਨੰਬਰ ਹੈ ਉਹਦੇ ਥੱਲੇ ਇਹ ਲਿਖਿਆ, ਪਹਿਲੀ ਲਾਈਨ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਇਹਦੇ 'ਚ ਫੋਰਨ ਕਰੰਸੀ ਜਮ੍ਹਾਂ ਨਹੀਂ ਕਰ ਸਕਦੇ, ਕਿਉਂਕਿ ਉਹ ਕਰਨ ਵਾਸਤੇ ਇੱਕ FCRA ਨੰਬਰ ਲੈਣਾ ਹੁੰਦਾ ਵਾ, ਉਹ ਸਰਕਾਰ ਉਹਨੂੰ ਦਿੰਦੀ ਹੈ ਜਿਹਦੇ ਡਾਟੇ ਕਲੀਅਰ ਹੁੰਦੇ ਨੇ, ਜਿਹਦੇ ਪੇਪਰ ਵਰਕ ਬਿਲਕੁਲ ਟਰਾਂਸਪੇਰੈਂਟ ਹੁੰਦਾ, ਜਿਹਦੀ ਮਨੀ। ਠੀਕ ਹੈ, ਜੇ ਇਹਨਾਂ ਦੀ ਮਨੀ ਟਰਾਂਸਪੇਰੈਂਟ ਹੈ ਤੇ ਇਹਨਾਂ ਨੇ FCRA ਕਿਉਂ ਨਹੀਂ ਲਿਆ, ਤੇ ਜੇ ਇਹਨਾਂ FCRA ਨਹੀਂ ਲਿਆ ਤੇ ਇਹ ਇੰਡੀਆ ਪੈਸੇ ਕਿਵੇਂ ਭੇਜਣਗੇ? ਠੀਕ ਹੈ, ਇਹਨਾਂ ਨੇ ਹਾਲਾਂ ਦੌਰਾਨ 2 ਕਰੋੜ ਰੁਪਏ ਇਹਨਾਂ ਨੇ ਇਕੱਠਾ ਕੀਤਾ, ਆਪਣੇ ਮੂੰਹ ਕਹਿੰਦੇ ਆ। ਹਾਂ, ਉਹ ਤੋਂ ਜ਼ਿਆਦਾ ਕੀਤਾ ਹੋਣਾ, ਕਿਉਂਕਿ ਅਸੀਂ ਜੋ ਦੱਸਦੇ ਆ, ਅਸੀਂ ਕਿਹੜਾ ਕੋਲ ਬਹਿ ਕੇ ਪੈਸੇ ਗਿਣਦੇ ਆ। ਠੀਕ, ਚਲੋ 2 ਕਰੋੜ ਮੰਨ ਲਓ। ਹਾਂਜੀ, ਉਹ ਇੰਡੀਆ ਕਿਵੇਂ ਭੇਜਣਗੇ? ਕਹਿੰਦੇ ਇੰਡੀਆ ਭੇਜਣਾ, ਪਰ ਕਿਵੇਂ ਭੇਜਣਗੇ? ਹਵਾਲਾ ਕਰਨਗੇ, ਕਿਉਂਕਿ ਵੈਸਟਰਨ ਯੂਨੀਅਨ ਦੇ ਕਰ ਨਹੀਂ ਸਕਦੇ, ਔਰ FCRA ਇਹਨਾਂ ਕੋਲ ਹੈ ਨਹੀਂਗਾ, ਇਹ ਫੰਡ ਟ੍ਰਾਂਸਫਰ ਨਹੀਂ ਕਰ ਸਕਦੇ। ਤਾਂ ਮੇਰਾ ਸਵਾਲ ਹੈ ਕਿ ਪੰਜਾਬ ਪੈਸੇ ਕਿਵੇਂ ਭੇਜਣਗੇ? ਪਰ ਤੁਸੀਂ ਉਹਨਾਂ ਵੀਡੀਓ ਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਸੀ ਉਹਨਾਂ ਦਾ। ਪਰ ਮੁੜ ਆਪਾਂ ਉਹਨੇ ਹੈਗੇ ਆ ਜਿਹੜਾ ਕਿਸਾਨ ਮੂਵਮੈਂਟ ਦੀ ਹੈ, ਜਦੋਂ ਇੱਥੋਂ ਦੀ ਲੀਡਰਸ਼ਿਪ ਹੈਗੀ ਹੈ, ਉਹ ਨਹੀਂ ਚਾਹੁੰਦੀ ਹੈਗੀ ਵੀ ਸਿੱਧੂ ਜਿਹੜਾ ਦੀਪ ਸਿੱਧੂ ਹੈਗਾ ਜਾਂ ਉਹਦੇ ਜਿਹੜੇ ਜੋਟੀਦਾਰ ਹੈਗੇ ਨੇ, ਅਸੀਂ ਉਹਨਾਂ ਦੇ ਨਾਲ ਸਾਡਾ ਕੋਈ ਤਲਕਤ ਨਹੀਂ ਹੈਗਾ। ਖਾਲਸਾ ਜੀ, ਤੁਸੀਂ ਬਹੁਤ ਕੋਸ਼ਿਸ਼ ਕਰੀ ਹੈਗੀ, ਤੁਸੀਂ ਬਹੁਤ ਜ਼ਿਆਦਾ ਉਹਨਾਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰੀ ਹੈਗੀ। ਤੁਹਾਡੀਆਂ ਵੀਡੀਓ ਦੇ ਵਿੱਚ ਸਾਰਾ ਕੁਝ ਮੈਂਸ਼ਨ ਹੈਗਾ। ਤੁਸੀਂ ਫਿਰ ਕਹਿੰਦੇ ਹੁੰਦੇ ਸੀ ਮੈਂ ਬੇਨਤੀ ਕਰਦਾ ਹੈਗਾ, ਮੈਂ ਸੁਝਾਅ ਦਿੰਦਾ ਹੈਗਾ, ਤੁਸੀਂ ਜ਼ੂਮ ਕਾਲ ਕਰੋ। ਇਹ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਜਾਂ ਜਿਹੜੀਆਂ
ਕਿਸਾਨ ਯੂਨੀਅਨ ਹੈਗੇ ਨੇ ਉਹਨਾਂ ਨੂੰ ਐਦਾਂ ਕਰਨਾ ਚਾਹੀਦਾ ਹੈ, ਉਹਨਾਂ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਹੈਗਾ, ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ। ਮਤਲਬ ਕਿ ਜਿਹੜਾ ਦੀਪ ਸਿੱਧੂ ਤੇ ਲੱਖਾ ਸਿਧਾਣਾ ਹੈਗੇ ਸੀ ਉਹਨਾਂ ਨੂੰ ਇਕੱਠੇ ਕਰੋ। ਕਿ ਜਿਹੜੇ ਉੱਥੇ ਇੰਨੇ ਲੱਖਾਂ ਲੋਕੀ ਆਏ ਹੈਗੇ ਸੀ ਉਹਨਾਂ ਨੂੰ ਨਹੀਂ ਦਿੰਦਾ? ਤੁਸੀਂ ਤਾਂ ਲੰਡਨ ਦੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜੋ ਤੁਸੀਂ ਦੇਖਦੇ ਹੋ ਤੁਸੀਂ ਉਹ ਪਾਈ ਜਾਂਦੇ ਹੋ, ਪਰ ਗਰਾਊਂਡ ਰਿਐਲਿਟੀ ਤਾਂ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਉਹ ਸਿਆਣੇ ਲੋਕੀ ਜਿਨ੍ਹਾਂ ਦੇ ਪਿੱਛੇ ਵਿਸ਼ਵਾਸ ਕਰਕੇ ਲੋਕੀ ਚੱਲ ਕੇ ਆ ਗਏ ਹੈਗੇ ਸੀਗੇ। ਤੁਸੀਂ ਹਮੇਸ਼ਾ ਵਾਰੀ-ਵਾਰੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਿਆ ਹੈਗਾ, ਉਹਨਾਂ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਕੋਸ਼ਿਸ਼ ਕਰੀ ਹੈ ਤੁਸੀਂ ਇਕੱਠੇ ਹੋ ਜਾਓ ਜੀ। ਫਿਰ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਨੈਰੇਟਿਵ ਬਿਲਡਅਪ ਕਰਿਆ ਹੈਗਾ ਵੀ ਉਹ ਇੱਕ ਕਿਸਾਨ ਯੂਨੀਅਨ ਹੈ, ਇੱਕ ਇਹ ਜਿਹੜੇ ਹੈਗੇ ਸੀ ਦੀਪ ਸਿੱਧੂ ਐਂਡ ਪਾਰਟੀ ਸੀ, ਇਹ ਇੱਕ ਯੂਥ ਲੀਡਰ ਨੇ, ਵੀ ਨੌਜਵਾਨ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਹੈਗੇ ਨੇ, ਜਿਹੜੀ ਕਿ ਰਿਐਲਿਟੀ ਨਹੀਂ ਹੈਗੀ ਸੀ। ਨੌਜਵਾਨ ਦੂਜੇ ਪਾਸੇ ਵੀ ਬਹੁਤ ਜ਼ਿਆਦਾ ਨੌਜਵਾਨ ਹੈਗੇ ਸੀਗੇ। ਜਦੋਂ ਆਏ ਹੈਗੇ ਨੇ ਸ਼ੰਭੂ ਬਾਰਡਰ ਤੋਂ ਅੱਗੇ ਜਿੱਥੇ ਪਾਣੀ ਦੀਆਂ ਵਿਛਾੜਾਂ ਹੋਈਆਂ ਹੈਗੀਆਂ ਸੀਗੀਆਂ, ਉਹ ਸਾਰੇ ਨੌਜਵਾਨ ਉਹ ਕਿਸਾਨ ਯੂਨੀਅਨ ਦੀ ਲੀਡਰਸ਼ਿਪ ਦੇ ਕਾਲ ਤੇ ਆਏ ਹੈਗੇ ਸੀਗੇ। ਉਸ ਸਮੇਂ ਤੁਹਾਡਾ ਜਿਹੜਾ ਦੀਪ ਸਿੱਧੂ ਹੈਗਾ ਸੀ ਕਿਤੇ ਨਜ਼ਰ ਨਹੀਂ ਆਇਆ ਹੈਗਾ ਸੀਗਾ। ਤੁਸੀਂ ਵਾਰੀ-ਵਾਰੀ ਫ੍ਰਿਕਸ਼ਨ ਪੈਦਾ ਕਰਨ ਦੀ ਉਹਨਾਂ 'ਚ ਕੋਸ਼ਿਸ਼ ਕਰੀ ਹੈਗੀ ਹੈ, ਕੋਸ਼ਿਸ਼ ਕਰੀ ਹੈ ਵੀ ਕਿਸੇ ਨਾ ਕਿਸ ਤਰ੍ਹਾਂ ਇਹਨਾਂ ਨੂੰ ਇਹਨਾਂ ਦੇ ਸਟੇਜ ਦੇ ਉੱਤੇ ਚਾੜ ਦਿੱਤਾ ਜਾਵੇ। ਔਰ ਬਹੁਤ ਵਾਰੀ ਤੁਸੀਂ ਕਿਹਾ ਹੈਗਾ ਵੀ ਇਹਨਾਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈਗਾ, ਇਕੱਠੇ ਹੋ ਕੇ ਚੱਲੋ ਜੀ, ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਸੀਗਾ। ਔਰ ਜੋ ਨਾਲ ਦੀ ਨਾਲ ਦੀਪ ਸਿੱਧੂ ਖਾਲਿਸਤਾਨ ਦਾ ਇਸ਼ੂ ਉਠਾਉਂਦਾ ਹੈਗਾ ਸੀਗਾ, ਉਹ ਇਸ ਮੂਵਮੈਂਟ ਦੇ ਦੌਰਾਨ ਉਹ ਕੋਈ ਸਹੀ ਫੈਸਲਾ ਨਹੀਂ ਹੈਗਾ ਸੀਗਾ। ਉਹ ਉਦੋਂ ਵੀ ਲੋਕੀ ਜੋ ਉਹ ਕਹਿ ਰਹੇ ਹੈਗੇ ਸੀਗੇ ਉਹ ਅੱਜ ਪ੍ਰੂਵ ਹੋ ਗਿਆ ਹੈਗਾ। ਇਸੇ ਦੌਰਾਨ ਹੋਰ ਵੀ ਲੱਖਾਂ ਲੋਕਾਂ ਨੇ ਸੇਵਾ ਕਰੀ ਹੈ, ਤੁਹਾਡੀ ਆਰਗੇਨਾਈਜੇਸ਼ਨ ਨੇ ਵੀ ਉੱਥੇ ਸੇਵਾ ਕਰੀ ਹੈ। ਤੁਸੀਂ ਆਪਣਾ ਉੱਥੇ ਬੂਥ ਲਾ ਲਿਆ ਹੈਗਾ, ਲੋਕੀ ਆਉਂਦੇ ਸੀ ਖਾਲਸਾ ਏਡ ਦੇ ਨਾਲ ਫੋਟੋ ਖਿਚਾਓ, ਸੋਸ਼ਲ ਮੀਡੀਆ ਤੇ ਪਾਓ, ਪਬਲਿਸਿਟੀ ਕਰੀ ਹੋਈ ਹੈ। ਚਲੋ ਕੋਈ ਗੱਲ ਨਹੀਂ, ਤੁਸੀਂ ਸੇਵਾ ਕਰੀ ਹੈਗੀ ਹੈ, ਪਬਲਿਸਿਟੀ ਹੋ ਗਈ ਨਾ, ਕੋਈ ਗੱਲ ਨਹੀਂ। ਪਰ ਉਹਦੇ ਵਿੱਚ ਹੀ ਹੋਰ ਕਿੰਨੀਆਂ ਆਰਗੇਨਾਈਜੇਸ਼ਨ ਨੂੰ ਕੋਈ ਕੰਟਰੋਵਰਸੀ ਨਹੀਂ ਖੜੀ ਹੋਈ ਹੈਗੀ। ਵਰਖਾ ਦੱਤ ਦੀ ਜਿਹੜੀ ਇੰਟਰਵਿਊ ਹੈਗੀ ਸੀ ਦੀਪ ਸਿੱਧੂ ਦੇ ਨਾਲ, ਖਾਲਿਸਤਾਨ ਦੇ ਉੱਤੇ ਕਾਫੀ ਉਹ ਕਾਕਾ ਜੀ ਬੋਲੇ ਸੀਗੇ, ਹਾਲਾਂਕਿ ਉਹ ਕਿਸਾਨਾਂ ਦੀ ਸਟੇਜ ਤੇ ਬੈਠੇ ਹੈਗੇ ਨੇ ਉਸ ਟਾਈਮ ਤੇ, ਔਰ ਮੁੱਦਾ ਖਾਲਿਸਤਾਨ ਦਾ ਆ ਗਿਆ ਹੈਗਾ ਜੀ। ਉਸ ਤੋਂ ਬਾਅਦ ਤੁਸੀਂ ਉਸ ਇਨਫੋਰਮੇਸ਼ਨ ਨੂੰ ਚੱਕ ਕੇ ਉਸ ਵੀਡੀਓ ਨੂੰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਘੁਮਾਇਆ, ਦੀਪ ਸਿੱਧੂ ਦੀ ਸਪੋਰਟ ਕਰੀ ਹੈਗੀ ਹੈ। ਉਸ ਤੋਂ ਬਾਅਦ ਜਿਹੜਾ ਇੰਡੀਆ ਦਾ ਇੱਕ ਮੀਡੀਆ ਹੈਗਾ, ਕੋਈ ਸੈਕਸ਼ਨ ਹੈਗਾ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਹਾਂ, ਉਹਨਾਂ ਨੇ ਤੁਹਾਨੂੰ ਜਦੋਂ ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੈਗੇ ਹੋ ਔਰ ਉਹਨਾਂ 'ਚੋਂ ਕਿਸੇ ਪੱਤਰਕਾਰ ਨੇ ਤੁਹਾਨੂੰ ਅੱਤਵਾਦੀ ਕਿਹਾ ਹੈਗਾ, ਔਰ ਉਹੀ ਬਸ ਉਹਨਾਂ ਦੀ ਕਹਿਣ ਦੀ ਜ਼ਰੂਰਤ ਹੈਗੀ ਸੀ, ਤੁਸੀਂ ਇਸ ਚੀਜ਼ ਨੂੰ ਇੱਕ ਮੋਮੈਂਟਮ ਬਣਾ ਲਿਆ ਹੈਗਾ, ਇੱਕ ਮੂਵਮੈਂਟ ਖੜੀ ਕਰ ਲਈ, ਆਪ ਹੀ ਇੱਕ ਹੈਸ਼ਟੈਗ ਸ਼ੁਰੂ ਕਰ ਦਿੱਤਾ, ਆਈ ਐਮ ਵਿਦ ਖਾਲਸਾ ਏਡ। ਔਰ ਲੋਕੀ ਕੁਛ ਦਿਨ ਵਾਸਤੇ ਕਿਸਾਨਾਂ ਦੀ ਐਜੀਟੇਸ਼ਨ ਨੂੰ ਭੁੱਲ ਗਏ ਹੈਗੇ ਸੀ, ਉਹ ਸਾਰਾ ਖਾਲਸਾ ਏਡ ਦੁਨੀਆ ਭਰ ਦੇ ਵਿੱਚ ਹੋ ਗਈ। ਔਰ ਸਪੈਸ਼ਲੀ ਉਸ ਟਾਈਮ ਤੇ ਜਦੋਂ ਇਹ ਮੂਵਮੈਂਟ ਪੀਸਫੁਲ ਚੱਲ ਰਹੀ ਹੈਗੀ ਹੈ, ਕਿਸਾਨ ਲੀਡਰਸ਼ਿਪ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਵੀ ਇਹਦੇ ਵਿੱਚ ਕੋਈ ਵਾਇਲੈਂਸ ਨਾ ਹੋਵੇ, ਕੋਈ ਹੋਰ ਮੁੱਦਾ ਨਾ ਉਠਾਇਆ ਜਾਵੇ ਹੈਗੇ, ਵੀ ਦੈਟ ਵਾਜ਼ ਨਾਟ ਦਾ ਰਾਈਟ ਟਾਈਮ ਖਾਲਿਸਤਾਨ ਦੀ ਗੱਲ ਕਰਨੀ, ਜਾਂ ਹੋਰ ਵੀ ਕੋਈ ਪੁਰਾਣੇ ਮਸਲੇ ਹੈਗੇ ਨੇ, ਆਊਟਸਟੈਂਡਿੰਗ ਇਸ਼ੂ ਹੈਗੇ ਨੇ, ਹੈਗੇ ਵੀ ਨੇ, 84 ਦਾ ਇਸ਼ੂ ਵੀ ਹੈਗਾ, ਔਰ ਜਿਹੜਾ ਕਿ ਆਪਾਂ ਕਦੇ ਭੁੱਲ ਨਹੀਂ ਸਕਦੇ, ਬਟ ਦਿਸ ਵਾਜ਼ ਨਾਟ ਦਾ ਰਾਈਟ ਟਾਈਮ। ਇਸ ਮੂਵਮੈਂਟ ਦੇ ਵਿੱਚ ਹਿੰਦੂ ਵੀ ਨੇ, ਇਹਦੇ ਵਿੱਚ ਸਿੱਖ ਵੀ ਹੈਗੇ ਨੇ, ਹੋਰ ਵੀ ਜਾਤਾਂ ਦੇ ਹੋਰ ਵੀ ਕਾਫੀ ਲੋਕੀ ਡਿਫਰੈਂਟ ਵਰਗ ਦੇ ਲੋਕੀ ਬੈਠੇ ਹੈਗੇ ਨੇ, ਇਕੱਲੇ ਪੰਜਾਬ ਦੇ ਨਹੀਂ, ਹਰਿਆਣਾ, ਰਾਜਸਥਾਨ ਤੋਂ, ਯੂਪੀ ਤੋਂ ਹੋਰ ਵੀ ਆ ਕੇ ਬੈਠੇ ਹੋਏ ਨੇ। ਉਹਨਾਂ ਦੇ ਲੀਡਰ ਵੀ ਅਲੱਗ-ਅਲੱਗ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਨੇ, ਉਹਦੇ 'ਚ ਇਕੱਲੇ ਸਿੱਖ ਨਹੀਂ ਹੈਗੇ। ਔਰ ਜਦੋਂ ਤੁਸੀਂ ਖਾਲਿਸਤਾਨ ਦਾ ਜਿਹੜਾ ਮੁੱਦਾ ਚੁੱਕੋਗੇ ਹੈਗੇ, ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਏਗੀ ਜਿਹੜੇ ਕਿ ਤੁਹਾਡੇ ਖਾਲਿਸਤਾਨ ਦੇ ਸਪੋਰਟਰ ਨਹੀਂ ਹੈਗੇ। ਤੁਸੀਂ ਇਹ ਹਮੇਸ਼ਾ ਜਾਣਬੁੱਝ ਕੇ ਇੱਕ ਉਹਦੇ ਵਿੱਚੋਂ ਜਿਹੜਾ ਮੂਵਮੈਂਟ ਚੱਲਦੀ ਹੈਗੀ ਸੀ, ਉਹਦੇ ਵਿੱਚ ਕੋਈ ਨਾ ਕੋਈ ਪੰਗਾ, ਜਿਹਨੂੰ ਆਪਾਂ ਪੰਜਾਬੀ 'ਚ ਸਾਡੇ ਮਾਨਸਾ ਬਠਿੰਡੇ ਜ਼ਿਲ੍ਹੇ ਦੀ ਇੱਕ ਬੋਲੀ ਕਹਿੰਦੇ ਨੇ ਵੀ ਸਿਆਪਾ, ਹਮੇਸ਼ਾ ਕੋਈ ਨਾ ਕੋਈ ਸਿਆਪਾ ਪਾਇਆ ਹੈਗਾ। ਉਸ ਸਮੇਂ ਤੁਹਾਡੀ ਬੱਲੇ ਬੱਲੇ ਹੋਈ, ਤੁਸੀਂ ਹੈਸ਼ਟੈਗ ਸ਼ੁਰੂ ਕਰ ਦਿੱਤਾ ਹੈਗਾ, ਪੂਰੀ ਸੋਸ਼ਲ ਮੀਡੀਆ ਤੇ ਘੁਮਾਇਆ,
ਔਰ ਤੁਹਾਨੂੰ ਡੋਨੇਸ਼ਨ ਵੀ ਬਹੁਤ ਅੱਛੀ ਆਈ ਹੈਗੀ ਉਸ ਟਾਈਮ ਤੇ। ਉਹ ਜਿਹੜੀ ਡੋਨੇਸ਼ਨ ਆਈ ਹੈਗੀ ਹੈ ਉਹ ਤੁਹਾਨੂੰ ਉਸ ਟਾਈਮ ਤੇ ਨਾਟ ਓਨਲੀ ਖਾਲਸਾ ਏਡ ਕਰਕੇ ਆਈ ਹੈਗੀ ਹੈ, ਉਹ ਕਿਉਂਕਿ ਤੁਸੀਂ ਕਿਸਾਨਾਂ ਦੇ ਨਾਲ ਜੁੜੇ ਹੋਏ ਹੈਗੇ ਸੀ, ਤੁਸੀਂ ਕਿਸਾਨਾਂ ਦੀ ਵੀ ਗੱਲ ਕਰਦੇ ਹੈਗੇ ਸੀ। ਲੋਕਾਂ ਨੇ ਤੁਹਾਨੂੰ, ਕੋਈ ਕੈਨੇਡਾ ਤੋਂ ਤੁਹਾਨੂੰ ਲੱਖ ਭੇਜ ਰਿਹਾ ਹੈਗਾ, ਕੋਈ 50,000 ਭੇਜ ਰਿਹਾ ਹੈਗਾ, ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਕਹਿਣ ਮੁਤਾਬਕ ਕਈ ਮਿਲੀਅਨ ਪਾਉਂਡ ਤੁਹਾਡੇ ਕੋਲੇ ਉਸ ਟਾਈਮ ਤੇ ਆਏ ਹੈਗੇ ਨੇ, ਸਿਰਫ UK ਦੇ ਅੰਦਰ। ਮੈਂ ਬਾਕੀ ਕੰਟਰੀਆਂ ਦੀ ਗੱਲ ਨਹੀਂ ਕਰਦਾ ਹੈਗਾ। ਪਰ ਕੀ ਤੁਹਾਡੇ ਵੱਲੋਂ ਜਿਹੜੀ ਇਹ ਐਕਟੀਵਿਟੀ ਸੀ, ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ, ਤੁਹਾਨੂੰ ਉਹਨਾਂ ਲੋਕਾਂ ਦੇ ਬੈਕਗਰਾਉਂਡ ਪਤਾ ਹੋਣ ਦੇ ਬਾਵਜੂਦ ਵੀ, ਫਿਰ ਵੀ ਤੁਸੀਂ ਉਹਨਾਂ ਦੀ ਜਾਣਬੁੱਝ ਕੇ ਸਪੋਰਟ ਕਰੀ ਹੈਗੀ ਹੈ? ਔਰ ਕੁਝ ਲੋਕੀ ਇਹ ਸਵਾਲ ਉਠਾਉਂਦੇ ਹੈਗੇ ਨੇ ਵੀ ਇਹ ਪ੍ਰੀ ਪਲਾਨਡ ਹੈਗਾ ਸੀਗਾ। ਤੁਸੀਂ ਜਦੋਂ ਇੱਕ ਪਾਸੇ ਲੀਡਰਸ਼ਿਪ ਪੂਰਾ ਸਟੈਂਡ ਲਈ ਬੈਠੀ ਹੈਗੀ, ਅਸੀਂ ਇਹਨਾਂ ਨੂੰ ਨਹੀਂ ਨਾਲ ਲੈਣਾ ਹੈਗਾ, ਔਰ ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ ਹੋ। ਔਰ ਜੋ ਲੀਡਰਸ਼ਿਪ ਕਿਸਾਨਾਂ ਦੀ ਕਹਿੰਦੀ ਹੈਗੀ ਹੈ ਉਹਦੇ ਨਾਲ ਉਹ ਕਾਕਾ ਜੀ ਸਹਿਮਤ ਨਹੀਂ ਹੈਗੇ। ਹੁਣ ਟਰੈਕਟਰ ਰੈਲੀ ਤੇ ਆ ਜਾਓ, ਪੀਸਫੁਲ ਸਾਰਾ ਕੁਝ ਹੋ ਗਿਆ ਸੀ ਗਵਰਨਮੈਂਟ ਦੇ ਨਾਲ, ਇੱਥੇ ਇੰਨੇ ਵਜੇ ਤੋਂ ਸ਼ੁਰੂ ਕਰਨਾ, ਇੱਥੇ ਜਾਣਾ ਹੈਗਾ। ਕਿਸੇ ਨੇ ਕੋਈ ਅੰਦਾਜ਼ਾ ਵੀ ਨਹੀਂ ਹੈਗਾ ਸੀ ਕਿਸੇ ਨੂੰ ਵੀ ਉੱਧਰ ਜਾਣਗੇ ਹੈਗੇ ਇਹ ਲਾਲ ਕਿਲੇ ਦੇ ਉੱਤੇ ਆ ਕਰਤੂਤ ਕਰਨਗੇ ਆਪਣੀ ਜਾ ਕੇ, ਔਰ ਸਾਡੀਆਂ ਪੱਗਾਂ ਨੂੰ ਦਾਗ ਲਾਉਣਗੇ, ਸਾਨੂੰ ਇੱਕ ਜਾਣੀ ਕਿ ਸ਼ਰਮਿੰਦਾ ਕਰਨਗੇ ਇਹ ਸਾਰੀ ਦੁਨੀਆ ਦੇ ਵਿੱਚ। ਜਦੋਂ ਕਿ ਜਿਸ ਦਿਨ ਦੁਨੀਆ ਭਰ ਦਾ ਮੀਡੀਆ ਸਾਨੂੰ ਦੇਖ ਰਿਹਾ ਹੈਗਾ, ਇਹਨਾਂ ਨੇ ਜੋ ਕਰਤੂਤ ਕਰੀ ਹੈਗੀ ਹੈ ਉਹ ਬਖਸ਼ਣਯੋਗ ਨਹੀਂ ਹੈਗੀ। ਇਹਨਾਂ ਲੋਕਾਂ ਨੇ, ਔਰ ਜਿਹੜੇ ਉਹਨਾਂ ਦੇ ਨਾਲ ਗਏ ਹੈਗੇ, ਉਹਨਾਂ ਨੇ ਉੱਥੇ ਜਾ ਕੇ ਜੋ ਗੰਦ ਪਾਇਆ ਹੈਗਾ, ਉਹ ਪੰਜਾਬੀ ਦੇ ਵਿੱਚ, ਮੈਂ ਫੇਰ ਕਹਿਣਾ ਹੈਗਾ, ਸਾਡੇ ਮਾਨਸਾ ਬਠਿੰਡੇ ਵਾਲੇ ਉਹਨੂੰ ਕਹਿੰਦੇ ਹੈਗੇ ਨੇ ਗਦਾਰ। ਮੈਨੂੰ ਨਹੀਂ ਪਤਾ ਵੀ ਤੁਸੀਂ ਕੀ ਕਹਿੰਦੇ ਹੈਗੇ ਹੋ। ਔਰ ਜਿਹੜੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਹੈਗੇ ਨੇ ਉਸ ਕੰਮ ਕਰਾਉਣ ਵਾਸਤੇ, ਉਹ ਵੀ ਮਹਾਂ ਗਦਾਰ ਹੁੰਦੇ ਹੈਗੇ ਨੇ। ਝੰਡਾ ਚੜਾਉਣ ਤੋਂ ਬਾਅਦ ਜੋ ਉੱਥੇ ਪੁਲਿਸ ਦੀ ਕੁੱਟਮਾਰ ਹੋਈ ਹੈ ਉਹਦੀ ਵੀਡੀਓ ਆ ਚੁੱਕੀਆਂ ਨੇ ਸਾਹਮਣੇ। ਤੁਸੀਂ ਦੇਖੋ ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਹੋਇਆ ਹੈਗਾ। ਹੋਰ ਕਿਸੇ ਮੂਵਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਛੋਟੀ ਜਿਹੀ ਕੋਈ ਐਜੀਟੇਸ਼ਨ ਹੁੰਦੀ ਹੈ, ਉਹ ਮਾਰ ਕੇ ਉੱਥੇ ਬੁਰਾ ਹਾਲ ਕਰ ਦਿੰਦੇ ਹੈਗੇ ਨੇ। ਇਹ ਪਹਿਲੀ ਵਾਰੀ ਹੋਈ ਹੈ ਕਿ ਦਿੱਲੀ ਦੀ ਪੁਲਿਸ ਕਿੰਨੀ ਪੀਸਫੁਲ ਰਹੀ ਹੈਗੀ ਹੈ। ਔਰ ਜਿਨ੍ਹਾਂ ਨੇ 84 ਦੇਖਿਆ ਹੈਗਾ ਨਾ, ਉਹਦੇ ਉਸ ਟਾਈਮ ਦੀ ਦਿੱਲੀ ਦੀ ਪੁਲਿਸ ਦੀ ਭੂਮਿਕਾ ਥੋੜ੍ਹੀ ਜਿਹੀ ਆਪਾਂ ਨੂੰ ਦੇਖ ਲੈਣੀ ਚਾਹੀਦੀ ਹੈਗੀ ਹੈ। ਲਾਲ ਕਿਲੇ ਤੇ ਝੰਡਾ ਚੜਾਉਣ ਤੋਂ ਬਾਅਦ ਜੋ ਤੁਸੀਂ, ਜਿਹੜੀ ਪੁਲਿਸ ਦੇ ਕੋਲੇ ਕੋਈ ਵੈਪਨ ਵੀ ਨਹੀਂ ਹੈਗਾ ਸੀਗਾ, ਦੇਖੋ ਉਹਨਾਂ ਦੀ ਸਿਆਣਪ ਦੇਖੋ ਕਿੱਡੀ ਵੱਡੀ ਉਸ ਲੀਡਰਸ਼ਿਪ ਨੇ ਕਰੀ ਹੈਗੀ। ਉਹਨਾਂ ਦੇ ਕੋਲੇ ਕਿਸੇ ਕੋਲੇ ਵੈਪਨ ਨਹੀਂ ਹੈਗਾ ਸੀ, ਉਹਨਾਂ ਦੇ ਕੋਲੇ ਰਾਈਫਲ ਹੁੰਦੀ ਹੈਗੀ, ਗਨ ਹੁੰਦੀ ਉਹਨਾਂ ਦੇ ਕੋਲੇ, ਉਹਨਾਂ ਨੇ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਚਲਾਉਣੀ ਸੀ। ਉੱਥੇ ਇੰਨੇ ਲੋਕੀ ਹੈਗੇ ਸੀ, ਉੱਥੇ 150 ਬੰਦਾ ਮਰ ਸਕਦਾ ਹੈਗਾ ਸੀਗਾ, ਮਾਮਾ ਦੇ ਪੁੱਤ ਮਰ ਸਕਦੇ ਹੈਗੇ ਸੀਗੇ। ਔਰ ਜੋ ਅੱਗ ਲਾਉਣੀ ਚਾਹੁੰਦੇ ਹੈਗੇ ਹੋ, ਇਹ ਕੁਛ ਲੋਕੀ ਜਿਹੜੇ ਹੈਗੇ ਸੀ ਭੜਕਾਉਣਾ ਚਾਹੁੰਦੇ ਹੈਗੇ ਸੀ, ਉਹ ਉੱਥੇ ਲੱਗ ਜਾਣੀ ਸੀ। ਇਹਦੇ ਵਿੱਚ ਸਿਆਣਪ ਜਿਹੜੀ ਹੈਗੀ ਹੈ ਪੁਲਿਸ ਦੀ ਹੈਗੀ ਹੈ, ਉਹਨਾਂ ਦੀ ਸਰਕਾਰ ਦੀ ਹੈਗੀ ਹੈ। ਮੈਂ ਕਹੂੰਗਾ ਉਸ ਟਾਈਮ ਦੇ ਉੱਤੇ ਵਾਇਲੈਂਸ ਨਹੀਂ ਹੋਇਆ। ਹਾਲਾਂਕਿ ਤੁਸੀਂ ਦੇਖੋ ਛਾਲਾਂ ਮਾਰ ਕੇ ਜਿਹੜੀ ਪੁਲਿਸ ਹੈਗੀ ਹੈ, ਉਹਨਾਂ ਨੇ ਆਪਣਾ ਕਿੰਨਾ ਬੁਰਾ ਹਾਲ ਕਰਵਾਇਆ ਹੈਗਾ। ਥੋੜ੍ਹਾ ਤਰਸ ਕਰਨਾ ਚਾਹੀਦਾ। ਆਪਾਂ ਐਡੇ ਬਦਮਾਸ਼ ਕੌਮ ਨਹੀਂ ਹੈਗੇ, ਆਪਾਂ ਇੰਨੇ ਘੈਂਟ ਨਹੀਂ ਹੈਗੇ, ਸਟੇਟ ਦੇ ਨਾਲ ਪੰਗਾ ਨਹੀਂ ਲੈ ਸਕਦੇ ਹੈਗੇ। ਔਰ ਸਾਡੀ ਪਾਪੂਲੇਸ਼ਨ 1.5% ਤੋਂ ਘੱਟ ਹੈਗੀ ਹੈ, ਜਿੰਨੀ ਪੰਜਾਬ 'ਚ, ਉਸ ਤੋਂ ਵੱਧ ਸਿੱਖ ਪੰਜਾਬ ਤੋਂ ਬਾਹਰ ਵੱਸਦਾ ਹੈਗਾ। ਇੱਥੇ ਥੋੜ੍ਹੀ ਜਿਹੀ ਚਿੰਗਾੜੀ ਲੱਗਦੀ, ਜੋ ਕੋਈ ਇੰਦੌਰ ਰਹਿੰਦਾ ਹੈ, ਕੋਈ ਬੰਗਲੌਰ ਰਹਿੰਦਾ, ਕੋਈ ਬੰਬੇ ਰਹਿੰਦਾ, ਕੋਈ ਦਿੱਲੀ ਰਹਿੰਦਾ ਹੈਗਾ, ਉਹਨਾਂ ਸਿੱਖਾਂ ਬਾਰੇ ਸੋਚੋ, ਉਹਨਾਂ ਸਿੱਖਾਂ ਦੇ ਬੱਚਿਆਂ ਬਾਰੇ ਸੋਚੋ, ਉਹਨਾਂ ਦੀਆਂ ਕੁੜੀਆਂ ਬਾਰੇ ਸੋਚੋ। ਉਹ ਵੀ ਸਾਡੀਆਂ ਧੀਆਂ ਭੈਣਾਂ ਹੈਗੀਆਂ ਨੇ। ਇੱਥੇ ਤੁਹਾਡਾ ਪਾਇਆ ਹੋਇਆ ਗੰਦ, ਉੱਥੇ ਕੁਝ ਬੰਦੇ ਮਰ ਜਾਂਦੇ ਹੈਗੇ, ਇੱਥੇ ਇੱਕ ਰਾਈਟਸ ਸ਼ੁਰੂ ਹੋ ਸਕਦੇ ਹੈਗੇ ਸੀਗੇ। ਲੱਖਾਂ ਬੰਦਾ, ਕੋਈ ਮਾਵਾਂ ਭੈਣਾਂ ਬਜ਼ੁਰਗ ਉੱਥੇ ਆ ਕੇ ਬੈਠੇ ਹੈਗੇ ਨੇ, ਜਿਹੜੇ ਇਹ ਕਿਸਾਨ ਲੀਡਰਸ਼ਿਪ ਦੇ ਉਹਨਾਂ ਦੀ ਸਪੋਰਟ ਤੇ ਆਏ ਹੈਗੇ ਸੀਗੇ, ਉਹ ਵੀ ਵਿੱਚ ਹੀ ਲਪੇਟੇ ਜਾਣੇ ਹੈਗੇ ਸੀਗੇ। ਥੋੜੀ ਮੋਟੀ ਇਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਹੈਗੀ ਸੀ। ਰਵੀ ਸਿੰਘ ਜੀ, ਫੇਰ ਵੀ ਤੁਸੀਂ ਉਸ ਇਨਸੀਡੈਂਟ ਤੋਂ ਬਾਅਦ ਵੀ
ਤੁਸੀਂ ਫੇਰ ਵੀ ਕਹਿ ਰਹੇ ਹੋ ਵੀ ਕੇਸਰੀ ਝੰਡਾ ਚੜਾਉਣਾ ਉੱਥੇ ਕੋਈ ਮਾੜੀ ਗੱਲ ਨਹੀਂ ਹੈਗੀ ਸੀ, ਉਹਨੂੰ ਡਿਫੈਂਡ ਕਰ ਰਹੇ ਹੈਗੇ ਹੋ। ਔਰ ਇਹ ਬਹੁਤ ਬਹੁਤ ਦੁੱਖ ਦੀ ਗੱਲ ਹੈ। ਔਰ ਤੁਹਾਨੂੰ ਪਤਾ ਹੈਗਾ ਤੁਸੀਂ ਜਿੰਨਾ ਸਪੋਰਟ ਕਰਿਆ ਹੈਗਾ ਸੀ ਦੀਪ ਸਿੱਧੂ ਨੂੰ, ਤੁਸੀਂ ਉਸ ਤੋਂ ਬਾਅਦ ਆ ਕੇ ਇੱਕ ਵੀ ਬਿਆਨ ਨਹੀਂ ਦਿੱਤਾ ਹੈਗਾ ਵੀ ਉਹਨੇ ਮਾੜਾ ਕੰਮ ਕਰਿਆ, ਜਿਹਨੂੰ ਕੋਈ ਦੁਨੀਆ ਭਰ ਦੇ ਲੋਕੀ ਕਹਿ ਰਹੇ ਹੈਗੇ ਨੇ ਵੀ ਉਸ ਬੰਦੇ ਨੇ ਬਹੁਤ ਵੱਡੀ ਗਦਾਰੀ ਸਿੱਖ ਕੌਮ ਨਾਲ ਕਰੀ ਹੈਗੀ ਹੈ, ਕਿਸਾਨਾਂ ਦੀ ਲੀਡਰਸ਼ਿਪ ਨਾਲ ਕਰੀ ਹੈਗੀ ਹੈ। ਤੁਸੀਂ ਸੋਸ਼ਲ ਮੀਡੀਆ ਤੇ ਇੰਨੇ ਐਕਟਿਵ ਹੈਗੇ ਹੋ, ਪਰ ਤੁਸੀਂ ਬਿਲਕੁਲ ਉਹਦੇ ਅਗੇਂਸਟ ਕੋਈ ਇੱਕ ਵੀ ਸ਼ਬਦ ਨਹੀਂ ਬੋਲਿਆ ਹੈਗਾ। ਕਿ ਇਹ ਪ੍ਰੀ ਪਲਾਨਡ ਸਟ੍ਰੈਟੇਜੀ ਨਹੀਂ ਹੈਗੀ, ਇਹ ਇੱਕ ਗਿਣੀ ਮਿੱਥੀ ਸਿਆਸਤ ਨਹੀਂ ਲੱਗਦੀ ਹੈਗੀ, ਇਹ ਸਾਜ਼ਿਸ਼ ਨਹੀਂ ਲੱਗਦੀ ਹੈਗੀ। ਇਸ ਕਰਕੇ ਮੈਂ ਚਾਹੁੰਦਾ ਹੈਗਾ ਰਵੀ ਸਿੰਘ ਜੀ, ਤੁਸੀਂ ਆਪਣੀ ਜੋ ਹੋਇਆ ਉੱਥੇ, ਜੋ ਤੁਹਾਡੇ ਇਹ ਜਿਹੜੇ ਯੂਥ ਜਿਨ੍ਹਾਂ ਦੀ ਤੁਸੀਂ ਬਹੁਤ ਸਪੋਰਟ ਕਰਦੇ ਹੈਗੇ ਸੀ, ਇਹਨਾਂ ਦੀ ਕਰਤੂਤ ਕਰਕੇ ਸਾਰਿਆਂ ਦਾ ਸਿੱਖਾਂ ਦਾ ਸਿਰ ਨੀਵਾਂ ਹੋਇਆ ਹੈਗਾ, ਉਹਦੇ ਬਾਰੇ ਵੀ ਬਿਆਨ ਦਿਓ। ਕਿਉਂਕਿ ਇਹ ਸਵਾਲ ਲੋਕੀ ਤੈਨੂੰ ਬਾਰੀ-ਬਾਰੀ ਤੁਹਾਨੂੰ ਪੁੱਛਣਗੇ ਹੈਗੇ, ਉਹਨਾਂ ਦਾ ਫਰਜ਼ ਬਣਦਾ ਹੈਗਾ। ਕਿਉਂਕਿ ਤੁਸੀਂ ਲੋਕਾਂ ਨੇ ਸਪੈਸ਼ਲੀ ਜਿਹੜੇ ਇੱਥੇ ਗਏ ਹੈਗੇ ਸੀ ਝੰਡਾ ਚੜਾਉਣ, ਉਹਨਾਂ ਦੀ ਕਰਤੂਤਾਂ ਦੀ ਵਜ੍ਹਾ ਕਰਕੇ ਜਿਹੜੀ ਐਜੀਟੇਸ਼ਨ ਨੂੰ ਇੱਕ ਬਹੁਤ ਵੱਡੀ ਸੱਟ ਲੱਗੀ ਹੈਗੀ ਹੈ, ਗੱਡੀ ਲਾਈਨ ਤੋਂ ਲੈ ਚੁੱਕੀ ਹੈ, ਦੁਬਾਰਾ ਚੜ੍ਹਦੀ ਹੈ, ਕਿਵੇਂ ਚੜ੍ਹਦੀ ਹੈ, ਕਿੰਨੀ ਚੜ੍ਹਦੀ ਹੈ, ਉਹ ਆਉਣ ਵਾਲਾ ਸਮਾਂ ਦੱਸੂਗਾ। ਔਰ ਉਸ ਤੋਂ ਬਾਅਦ ਬਾਂਦਰ ਕੰਧ ਨੂੰ ਅੱਗ ਲਾ ਕੇ ਉਹ ਤਾਂ ਜਾ ਕੇ ਕੰਧ ਤੇ ਚੜ੍ਹ ਗਿਆ ਹੈਗਾ, ਜਦੋਂ ਲੋਕਾਂ ਨੇ ਕਰਿਆ ਹੈਗਾ ਪਿੱਛੇ ਪਏ ਹੈਗੇ ਤੇ ਉਹ ਲੈ ਕੇ ਬੰਬੂ ਕਾਟ ਆਪਣਾ ਭੱਜ ਗਿਆ ਹੈਗਾ। ਪਰ ਸਿੱਖ ਕੌਮ ਤੋਂ ਕੋਈ ਬੰਦਾ ਭੱਜ ਨਹੀਂ ਸਕਦਾ ਹੈਗਾ, ਇਹ ਲੱਭ ਲੈਣਗੇ। ਮਾਮਾ ਦੇ ਪੁੱਤ ਹੈਗੇ ਨੇ ਜਿਹੜੇ ਇੰਨੀ ਮਿਹਨਤ ਕਰਕੇ ਉੱਥੇ ਬੈਠੇ ਹੈਗੇ ਸੀ, ਉਹਨਾਂ ਨੇ ਲੱਭ ਲੈਣਾ ਹੈਗਾ। ਇਹ ਦੁਨੀਆ ਦੇ ਉੱਤੋਂ ਉਹਨਾਂ ਨੇ ਲੈ ਆਉਣਾ ਜਿੱਥੇ ਵੀ ਹੋਊਗਾ ਹੈਗਾ। ਔਰ ਇਸ ਚੀਜ਼ ਦਾ ਖਮਿਆਜ਼ਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਕਰਤੂਤ ਕਰੀ ਹੈਗੀ ਹੈ ਕਿਸਾਨਾਂ ਦੇ ਨਾਲ, ਉਹਨਾਂ ਨੂੰ ਭੁਗਤਣਾ ਪਏਗਾ। ਅੱਜ ਨਹੀਂ ਤਾਂ ਕੱਲ੍ਹ ਕਿਸੇ ਦੇ ਮਾਮਾ ਦੇ ਪੁੱਤ ਮਰ ਸਕਦੇ ਹੈਗੇ ਸੀਗੇ, ਜਾਨੀ ਨੁਕਸਾਨ ਹੋ ਸਕਦਾ ਹੈਗਾ ਸੀਗਾ, ਬਹੁਤ ਕੁਝ ਹੋ ਸਕਦਾ ਹੈਗਾ ਸੀਗਾ। ਕਿਸੇ ਕੋਲ ਇੱਕ ਤਲਵਾਰਾਂ ਹੈਗੀਆਂ ਨੇ, ਤੁਸੀਂ ਪੁਲਿਸ ਨੂੰ ਕੁੱਟ ਰਹੇ ਹੈਗੇ ਹੋ, ਉਹਨਾਂ ਦਾ ਕੀ ਕਸੂਰ ਕੀ ਹੈ? ਤੁਸੀਂ ਉੱਥੇ ਗੱਡੀਆਂ ਦੇ ਉੱਤੇ, ਉਹਨਾਂ ਦੀਆਂ ਕਾਰਾਂ ਦੇ ਉੱਤੇ ਤੁਸੀਂ ਉੱਥੇ ਟਰੈਕਟਰ ਚੜਾ ਰਹੇ ਹੈਗੇ ਹੋ, ਬਦਮਾਸ਼ੀ ਕਰ ਰਹੇ ਹੈਗੇ ਹੋ, ਉਹ ਵੀ ਦਿੱਲੀ ਦੇ ਵਿੱਚ ਜਾ ਕੇ। ਥੋੜੀ ਮੋਟੀ ਸ਼ਰਮ ਕਰੋ। ਆਪਾਂ ਕਾਲਾ ਦੌਰ ਦੇਖਿਆ ਹੋਇਆ ਹੈ, ਅੱਧੇ ਜਿਹੜੇ ਉਹਦੇ ਵਿੱਚੋਂ ਲਗੌੜ ਤੁਰੀ ਫਿਰਦੀ ਹੈਗੀ ਸੀ ਉੱਥੇ ਨਾ, ਉਦੋਂ ਜੰਮੇ ਵੀ ਨਹੀਂ ਹੈਗੇ ਸੀਗੇ ਜਦੋਂ ਅੱਤਵਾਦ ਜਿਹਨੇ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਹੈਗਾ, ਉਹਨਾਂ ਲਈ ਇਹ ਤਮਾਸ਼ਾ ਸੀਗਾ। ਉਹ ਉੱਥੇ ਵੱਡੇ ਤੀਰ ਖਾਂ ਬਣੇ ਫਿਰਦੇ ਹੈਗੇ ਸੀ, ਪਤਾ ਨਹੀਂ ਅਸੀਂ ਕੀ ਸਾਨੂੰ ਕੋਈ ਰੋਕ ਹੀ ਨਹੀਂ ਸਕਦਾ ਹੈਗਾ। ਜੇਕਰ ਸਰਕਾਰ ਚੁੱਪ ਸੀ, ਉਹ ਸਰਕਾਰ ਜਿਹੜੀ ਯੂਨੀਅਨ ਦੇ ਨਾਲ ਬਾਕੀ 30-35 ਜਿਹੜੀਆਂ ਲੀਡਰਸ਼ਿਪ ਹੈਗਾ ਸੀ, ਉਹਨਾਂ ਦੇ ਨਾਲ ਡਾਇਲੌਗ ਚੱਲ ਰਿਹਾ ਹੈਗਾ ਸੀਗਾ, ਉਹਨਾਂ ਦੀ ਅੱਖ ਦੀ ਸ਼ਰਮ ਹੁੰਦੀ ਹੈਗੀ ਹੈ। ਨਾ ਕਿ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਰਵੀ ਸਿੰਘ ਖਾਲਸਾ, ਜਿਨ੍ਹਾਂ ਨੂੰ ਤੁਸੀਂ ਯੂਥ ਵਿੰਗ ਕਹਿੰਦੇ ਹੈਗੇ ਹੋ ਜਾਂ ਤੁਸੀਂ ਯੂਥ ਲੀਡਰਸ਼ਿਪ ਕਹਿੰਦੇ ਹੈਗੇ ਹੋ, ਇਹ ਟੋਟਰੂ ਜਿਹੜੇ ਹੈਗੇ ਉੱਥੇ ਜਾ ਕੇ ਜਿਨ੍ਹਾਂ ਨੇ ਗੰਦ ਪਾਇਆ ਹੈਗਾ, ਇਹਨਾਂ ਨੂੰ ਉੱਥੇ ਕਿਸੇ ਨੇ ਨਹੀਂ ਪੁੱਛਣਾ ਹੈਗਾ ਸੀਗਾ। ਇਹਦੇ ਨਾਲ ਹੀ ਹੁਣ ਤੁਸੀਂ ਥੋੜਾ ਜਿਹਾ ਸਾਈਡ ਟਰੈਕ ਤੇ ਮੈਂ ਕਰਦਾ ਹੈਗਾ ਗੱਲ, ਤੇ ਮੈਂ ਉਮੀਦ ਕਰਾਂਗਾ ਕਿ ਤੁਸੀਂ ਜਲਦੀ ਇਸ ਤੇ ਬਿਆਨ ਦੇ ਦੋਗੇ, ਇਹ ਤੁਸੀਂ ਐਕਸਪਲੇਨ ਕਰ ਦੋਗੇ ਹੈਗੇ। ਔਰ ਫਿਰ ਮੈਂ ਤੁਹਾਨੂੰ ਕਹਿਣਾ ਹੈਗਾ ਵੀ ਫਿਰ ਮੈਂ ਤੁਹਾਡੀ ਇੱਜ਼ਤ ਕਰਦਾ ਹੈਗਾ, ਰਿਸਪੈਕਟ ਕਰਦਾ ਹੈਗਾ ਵੀ ਤੁਸੀਂ ਲੰਗਰ ਦੇ ਮਾਮਲੇ ਦੇ ਵਿੱਚ ਦੁਨੀਆ ਤੇ ਬਹੁਤ ਸੋਹਣੇ ਕੰਮ ਕਰੇ ਨੇ, ਪਰ ਇਸ ਕਿਸਾਨ ਅੰਦੋਲਨ ਦੇ ਵਿੱਚ ਇਹਨੂੰ ਪੋਲੀਟੀਸਾਈਜ਼ ਕਰਨਾ, ਇਹਦੇ ਵਿੱਚ ਅਲੱਗ-ਅਲੱਗ ਦੂਜੇ ਧਰਮਾਂ ਦੇ ਉੱਤੇ ਅਟੈਕ ਕਰਨਾ, ਔਰ ਤੁਹਾਡੇ ਟਵਿੱਟਰ ਦੇ ਉੱਤੇ ਤੁਸੀਂ ਦੇਖੋ ਕਿਸੇ ਹੋਰ ਹਿੰਦੂ ਲੀਡਰ ਦੇ ਉੱਤੇ ਤੁਸੀਂ ਬਹੁਤ ਗੰਦੀ ਸ਼ਬਦਾਵਲੀ ਯੂਜ਼ ਕਰੀ ਹੈਗੀ ਹੈ। ਹੋਰ ਤਾਂ ਹੋਰ ਤੁਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਨਹੀਂ ਬਖਸ਼ਿਆ ਹੈਗਾ, ਉਹਨਾਂ ਦੇ ਉੱਤੇ ਵੀ ਕਿੰਤੂ ਪ੍ਰੰਤੂ ਕਰਿਆ ਹੈਗਾ, ਜਦੋਂ ਕਿ ਉਹਨਾਂ ਨੇ ਬਿਆਨ ਦਿੱਤਾ ਵੀ ਨਹੀਂ, ਇਹ ਰਿਲੀਜੀਅਸ ਇਸ਼ੂ ਨਹੀਂ ਹੈਗਾ, ਕਿਸਾਨਾਂ ਦੇ ਵਿੱਚ ਅਕਾਲ ਤਖਤ ਨਹੀਂ ਦਖਲ ਦੇ ਸਕਦਾ ਹੈਗਾ। ਤੁਸੀਂ ਉਹਨਾਂ ਦੇ ਉੱਤੇ ਵੀ ਕੁਐਸਚਨ ਕਰਿਆ ਹੈਗਾ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਤੁਹਾਡੀ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਸਾਰੀ ਸੰਗਤ ਨੂੰ ਕਹਿੰਦੇ ਵੀ ਤੁਸੀਂ ਜਾ ਕੇ ਸੁਣ ਲਓ। ਭਾਈ ਰਵੀ ਸਿੰਘ ਅਕਾਲ ਤਖਤ ਦੇ ਜਥੇਦਾਰ ਸਾਹਿਬ
ਨੂੰ ਕੀ ਕਹਿ ਰਹੇ ਹੈਗੇ ਨੇ। ਹੁਣ ਦੇਖੋ, ਜਾਂ ਤਾਂ ਫਿਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕੁਛ ਨਹੀਂ ਪਤਾ ਹੈਗਾ ਜਿਹੜੇ ਉਹ ਬਿਆਨ ਦੇ ਰਹੇ ਹੈਗੇ ਨੇ, ਜਿਨ੍ਹਾਂ ਨੂੰ ਕਿ ਭਾਈ ਸਾਹਿਬ ਚੈਲੰਜ ਕਰਦੇ ਹੈਗੇ ਨੇ, ਜਾਂ ਫਿਰ ਜਿਹੜੀ ਯੂਨੀਅਨ ਇੰਨੀਆਂ ਤੁਰੀਆਂ ਹੈਗੀਆਂ ਇੱਥੇ ਫਿਰਦੀਆਂ ਹੈਗੀਆਂ ਨੇ 30-35 ਜਿਹੜੀ ਯੂਨੀਅਨ ਹੈਗੀ ਹੈ ਉਹਨਾਂ ਦੀ ਲੀਡਰਸ਼ਿਪ ਹੈਗੀ ਹੈ, ਇਹਦਾ ਮਤਲਬ ਉਹਨਾਂ ਨੂੰ ਕੁਛ ਨਹੀਂ ਪਤਾ ਹੈਗਾ। ਤੇ ਰਵੀ ਸਿੰਘ ਜਿਹੜੇ ਹੈਗੇ ਨੇ ਲੰਡਨ ਦੇ ਵਿੱਚ ਬੈਠ ਕੇ ਉੱਥੇ ਉਹਨਾਂ ਨੂੰ ਐਡਵਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ। ਇਹ ਗੱਲ ਕਿਹੜੇ ਪਾਸੇ ਜਾਂਦੀ ਹੈਗੀ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈਗੀ ਹੈ। ਹੁਣ ਆਪਾਂ ਕਹਿੰਦੇ ਹਾਂ ਵੀ ਹਾਂ ਸਰਕਾਰ ਨੇ ਕਰਾਤਾ, ਪਲੈਨਡ ਹੈਗਾ ਸੀ ਦਿਸ ਐਂਡ ਦੈਟ, ਪਰ ਆਹ ਤਾਂ ਆਪਾਂ ਨੂੰ ਸਾਰਿਆਂ ਨੂੰ, ਹਰ ਇੱਕ ਬੰਦੇ ਨੂੰ ਪਤਾ ਹੈਗਾ ਸੀ ਨਾ ਵੀ ਦੀਪ ਸਿੱਧੂ ਔਰ ਬਾਕੀ ਇਹਨਾਂ ਲੋਕਾਂ ਦੀ ਬੈਕਗਰਾਊਂਡ ਕੀ ਹੈਗੀ ਹੈ। ਹੁਣ ਤੁਸੀਂ ਰਵੀ ਸਿੰਘ ਜੀ ਕੁਛ ਕੁਐਸਚਨ, ਕਿਉਂਕਿ ਵੀਡੀਓ ਦੇ ਵਿੱਚ ਮੈਂ ਸ਼ੁਰੂ ਕਰ ਦਿੱਤਾ ਹੈਗਾ, ਤੇ ਕੁਛ ਕੁਐਸਚਨ ਤੁਹਾਨੂੰ ਮੈਂ ਹੋਰ ਵੀ ਪੁੱਛ ਲੈਣਾ ਹੈਗਾ ਇਹਦੇ ਦੌਰਾਨ। ਉਮੀਦ ਕਰੋਗੇ ਤੁਸੀਂ ਉਹਦੇ ਨਾਲ ਹੀ ਤੁਸੀਂ ਇਹਨਾਂ ਦਾ ਵੀ ਬਿਆਨ ਦੇ ਦੋਗੇ। ਇੱਕ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਜਿਹੜੀ ਜਦੋਂ ਦੀ ਕਿਸਾਨ ਐਜੀਟੇਸ਼ਨ ਸ਼ੁਰੂ ਹੋਈ ਹੈਗੀ ਹੈ, ਤੁਹਾਡੇ ਬੰਦਿਆਂ ਨੇ ਉੱਥੇ ਲੰਗਰ ਲਾਉਣਾ ਸ਼ੁਰੂ ਕਰਿਆ ਹੈਗਾ, ਉਸੇ ਟਾਈਮ 'ਤੇ ਤੁਹਾਡੀ ਡੋਨੇਸ਼ਨ ਕਾਫੀ ਮਾਤਰਾ ਦੇ ਵਿੱਚ ਆਈ ਹੈ। ਲੋਕਾਂ ਨੇ ਤੁਹਾਨੂੰ ਦਿਲ ਖੋਲ੍ਹ ਕੇ ਦਿੱਤਾ ਹੈਗਾ ਪੈਸਾ। ਉਹ ਜਿਹੜਾ ਪੈਸਾ ਆਇਆ ਹੈਗਾ ਉਹ ਕਿਸਾਨਾਂ ਦੇ ਨਾਂ ਦੇ ਉੱਤੇ ਪੈਸਾ ਆਇਆ ਹੈਗਾ। ਮੈਂ ਉਮੀਦ ਕਰੂੰਗਾ, ਮੈਂ ਬੇਨਤੀ ਵੀ ਕਰੂੰਗਾ ਵੀ ਜਿਹੜੇ ਕਿਸਾਨ ਲੀਡਰਸ਼ਿਪ ਨੂੰ ਇਹ ਜਿੰਨਾ ਪੈਸਾ ਜਿਹੜੀ ਡੋਨੇਸ਼ਨ ਹੈਗੀ ਹੈ ਤੁਹਾਨੂੰ ਉਹਨਾਂ ਨੂੰ ਭੇਜ ਦੇਣਾ ਚਾਹੀਦਾ ਹੈਗਾ। ਔਰ ਇਹਦੀ ਜ਼ਿਆਦਾ ਇੰਤਜ਼ਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ, ਟਾਈਮ ਨਹੀਂ ਲੱਗਦਾ ਹੁੰਦਾ ਹੈਗਾ, ਤੁਸੀਂ ਇੱਕ ਦਿਨ ਦੇ ਵਿੱਚ ਸਾਰਾ ਕੰਮ ਕਰ ਸਕਦੇ ਹੈਗੇ ਹੋ। ਉਹਨਾਂ ਨੂੰ ਟ੍ਰਾਂਸਫਰ ਕਰ ਦੇਣਾ ਚਾਹੀਦਾ ਹੈ। ਔਰ ਇਸੇ ਚੀਜ਼ ਦੇ ਵੀ ਹਾਂ ਤੁਹਾਡਾ ਕਿੰਨਾ ਪੈਸਾ ਆਇਆ ਹੈਗਾ ਸੀਗਾ ਤੁਹਾਨੂੰ ਪਬਲਿਕ ਕਰ ਦੇਣਾ ਚਾਹੀਦਾ ਹੈਗਾ। ਆਪਣੇ ਜਿਹੜੇ ਅਕਾਊਂਟ, ਨਾਟ ਓਨਲੀ ਯੂਕੇ ਵਾਲੇ ਇਕੱਲੇ, ਤੁਹਾਡੇ USA ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਔਰ ਬਾਕੀ ਈਵਨ ਕਿ ਇੰਡੀਆ ਵੀ। ਔਰ ਜਿਹੜਾ ਸਿੰਗਰਾਂ ਨੇ ਪੈਸਾ ਤੁਹਾਨੂੰ ਦਿੱਤਾ ਹੈਗਾ, ਇੰਡੀਆ 'ਚ ਕਿੰਨਾ ਪੈਸਾ ਇਕੱਠਾ ਹੋਇਆ। ਔਰ ਦੂਜੀ ਗੱਲ, ਤੁਸੀਂ ਲਗਾਤਾਰ ਪੈਸਾ ਇਕੱਠਾ ਹੋ ਰਿਹਾ ਹੈਗਾ, ਤੁਹਾਨੂੰ ਪਤਾ ਪੈਸਾ ਬਹੁਤ ਆ ਰਿਹਾ ਹੈਗਾ, ਕਿਸਾਨਾਂ ਕਰਕੇ ਆ ਰਿਹਾ ਹੈਗਾ। ਤੁਸੀਂ ਇੱਕ ਪਾਸੇ ਕਹਿੰਦੇ ਵੀ ਸਾਨੂੰ ਹੋਰ ਪੈਸੇ ਦੀ ਜ਼ਰੂਰਤ ਨਹੀਂ, ਹੋਰ ਨਾ ਡੋਨੇਸ਼ਨ ਕਰੋ, ਹੋਰ ਸਾਡੇ ਕੋਲ ਪੈਸਾ ਬਹੁਤ ਹੈ। ਤੁਸੀਂ 5 ਮਿਲੀਅਨ ਤੋਂ ਜ਼ਿਆਦਾ ਤੁਸੀਂ ਆਪ ਹੀ ਉਦੋਂ ਸ਼ੁਰੂ ਦੇ ਵਿੱਚ ਕਹਿੰਦੇ ਹੈਗੇ ਸੀਗੇ, ਜਿਹੜਾ ਕਿ ਕਿਤੇ ਬਹੁਤ ਜ਼ਿਆਦਾ ਹੈਗਾ। ਇਸ ਤੋਂ ਪੈਸਾ ਬਹੁਤ ਜ਼ਿਆਦਾ ਤੁਹਾਡੇ ਕੋਲੇ ਆਲਰੇਡੀ ਆ ਚੁੱਕਿਆ ਹੈਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ। ਪਰ ਤੁਸੀਂ ਬਜਾਏ ਕਿ ਲੋਕਾਂ ਨੂੰ ਇਹ ਕਹਿ ਰਹੇ ਹੈਗੇ ਹੋ ਵੀ ਤੁਸੀਂ ਸਾਨੂੰ ਪੈਸੇ ਨਹੀਂ ਚਾਹੀਦਾ, ਹੋਰ ਡੋਨੇਸ਼ਨ ਨਾ ਦਿਓ, ਤੁਸੀਂ ਸਿੰਪਲੀ ਜਾ ਕੇ ਜਿਹੜਾ ਡੋਨੇਸ਼ਨ ਦਾ ਬਟਨ ਹੈਗਾ ਸੀ ਤੁਸੀਂ ਡਿਸੇਬਲ ਕਰ ਦਿਓ। ਆਪਣੀ ਸਾਰੀ ਵੈਬਸਾਈਟ 'ਤੇ ਜਾਂ ਕਿਤੇ ਹੋਰ ਵੀ ਜਿੱਥੇ ਤੁਹਾਡੀ ਡੋਨੇਸ਼ਨ ਲੋਕੀ ਉਹ ਕਰਦੇ ਨੇ, ਤੁਸੀਂ ਡਿਸੇਬਲ ਕਰ ਦਿਓ। ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ, ਉੱਥੇ ਮੈਸੇਜ ਪਾ ਦਿਓ, ਹਾਂ ਵੀ ਭਾਈ ਥੈਂਕ ਯੂ ਵੈਰੀ ਮੱਚ, ਤੁਹਾਡਾ ਧੰਨਵਾਦ, ਜਦੋਂ ਜ਼ਰੂਰਤ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ, ਫਿਲਹਾਲ ਸਾਨੂੰ ਪੈਸੇ ਦੀ ਜ਼ਰੂਰਤ ਨਹੀਂ। ਔਰ ਉਹ ਤੁਸੀਂ ਪੈਸਾ ਆਇਆ ਹੈ, ਤੁਸੀਂ ਇਨਡਾਇਰੈਕਟਲੀ ਤੁਸੀਂ ਮੈਸੇਜ ਦੇ ਰਹੇ ਹੋਗੇ, ਹਾਂ ਤੁਸੀਂ ਭੋਲੇ ਬਣ ਕੇ ਹਮੇਸ਼ਾ ਤੁਸੀਂ ਜਦੋਂ ਵੀ ਆਉਣੇ ਹੈਗੇ ਹੋ ਫੇਸਬੁੱਕ 'ਤੇ ਲਾਈਵ ਕਰਦੇ ਹੈਗੇ ਹੋ, ਤੁਹਾਡੀ ਇਹੀ ਆਦਤ ਹੁੰਦੀ ਹੈ, ਤੁਸੀਂ 2-4 ਤੁਸੀਂ ਸਫਾਈਆਂ ਪੇਸ਼ ਕਰਨ ਤੋਂ ਬਾਅਦ ਇਨਡਾਇਰੈਕਟ ਮੈਸੇਜ ਫੇਰਦੇ ਜਾਂਦੇ ਹੈਗੇ ਹੋ। ਔਰ ਉਸ ਟਾਈਮ ਤੋਂ ਹੁਣ ਤੱਕ ਜਿੰਨਾ ਵੀ ਪੈਸਾ ਆਇਆ ਹੈਗਾ, ਮੈਂ ਬੇਨਤੀ ਫੇਰ ਕਰਦਾ ਹੈਗਾ, ਕਿਸਾਨਾਂ ਨੇ ਵਿਚਾਰੇ ਬਹੁਤ ਸੁਈਸਾਈਡ ਕਰ ਗਏ ਹੈਗੇ। ਹੁਣ ਬਹੁਤ ਲੋਕੀ ਘਰੋਂ ਬਾਹਰ ਆਪਣਾ ਕੰਮਕਾਰ ਛੱਡ ਕੇ ਆਏ ਹੈਗੇ ਨੇ, ਉਹਨਾਂ ਨੂੰ ਵੀ ਪੈਸੇ ਦੀ ਜ਼ਰੂਰਤ ਹੈ। ਕਿਸਾਨ ਯੂਨੀਅਨ ਦੀ ਲੀਡਰਸ਼ਿਪ ਨੂੰ ਵੀ ਪੈਸੇ ਦੀ ਜ਼ਰੂਰਤ ਹੈਗੀ ਹੈ। ਇਹ ਪੈਸਾ ਤੁਹਾਡਾ ਨਹੀਂ, ਇਹ ਪੈਸਾ ਉਹਨਾਂ ਲੋਕਾਂ ਦਾ ਹੈਗਾ ਔਰ ਉਹਨਾਂ ਲੋਕਾਂ ਕੋਲੇ ਜਾਣਾ ਚਾਹੀਦਾ ਹੈਗਾ। ਅੱਗੇ ਤੁਸੀਂ ਇਹ ਵੀ ਦੱਸ ਦਿਓ, ਅੱਜ ਤੱਕ ਤੁਹਾਡੀ ਡੋਨੇਸ਼ਨ ਕਿੰਨੀ ਇਕੱਠੀ ਹੋਈ ਹੈਗੀ ਹੈ? ਕੀ ਤੁਸੀਂ ਕਦੇ ਇੰਡੀਆ ਨੂੰ ਪੈਸਾ ਭੇਜਿਆ? ਮੇਰੀ ਜਾਣਕਾਰੀ ਦੇ ਮੁਤਾਬਕ ਤੁਸੀਂ ਪੈਸਾ ਲੀਗਲੀ ਨਹੀਂ ਭੇਜ ਸਕਦੇ ਹੈਗੇ। ਖਾਲਸਾ ਜੀ, ਮੈਂ ਦੁਬਾਰਾ ਫੇਰ ਰਿਪੀਟ ਕਰਦਾ ਹੈਗਾ ਸਾਰੇ ਸਰੋਤਿਆਂ ਦੇ ਲਈ, ਸਾਰੀ ਸੰਗਤ ਦੀ ਜਾਣਕਾਰੀ ਦੇ ਲਈ, ਤੁਹਾਡੀ ਖਾਲਸਾ ਏਡ ਕੋਲੇ FCRA ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਹੁੰਦਾ ਹੈ, ਜਿਹੜਾ FCRA ਨੰਬਰ ਹੁੰਦਾ ਹੈ, ਉਹ ਤੁਹਾਡੇ ਕੋਲੇ ਨਹੀਂ ਹੈਗਾ। ਜਦੋਂ ਕਿਸੇ ਆਰਗੇਨਾਈਜੇਸ਼ਨ ਕੋਲੇ FCRA ਨੰਬਰ ਨਾ ਹੋਵੇ, ਉਹ ਤੁਸੀਂ ਉਸ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ ਪੈਸੇ ਨਹੀਂ ਭੇਜ ਸਕਦੇ ਹੈਗੇ। ਇਸੇ ਕਰਕੇ ਤੁਸੀਂ ਜਿਹੜਾ ਪੈਸਾ ਹੈਗਾ ਉਹ ਲਗਾਤਾਰ UK ਅਕਾਊਂਟ ਦੇ ਵਿੱਚ ਰੱਖ ਰਹੇ ਹੈਗੇ ਹੋ। ਇਹ ਤੁਸੀਂ ਪਲੀਜ਼ ਕਲੈਰੀਫਾਈ ਕਰਦੇ ਹੈਗੇ ਹੋ। ਔਰ ਜੇਕਰ ਤੁਹਾਡੇ ਕੋਲ FCRA ਨੰਬਰ ਨਹੀਂ ਹੈਗਾ, ਫਿਰ ਤੁਸੀਂ ਲਗਾਤਾਰ ਡੋਨੇਸ਼ਨ ਐਕਸੈਪਟ ਕਿਉਂ ਕਰ ਰਹੇ ਹੈਗੇ ਹੋ? ਸਪੈਸ਼ਲੀ ਕਿਸਾਨਾਂ ਦੇ ਦੌਰਾਨ, ਜਦੋਂ ਤੁਹਾਨੂੰ ਪਤਾ ਹੈਗਾ ਵੀ ਅਸੀਂ ਟ੍ਰਾਂਸਫਰ ਹੀ ਨਹੀਂ ਕਰ ਸਕਦੇ, ਦੇ ਹੀ ਨਹੀਂ ਸਕਦੇ ਹੈਗੇ। ਇਸ ਤੋਂ ਥੋੜਾ ਜਿਹਾ ਪਿੱਛੇ ਜਾਈਏ,
ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਦਾ ਵੀ ਤੁਹਾਡੇ ਕੋਲੇ 150 ਕਰੋੜ ਰੁਪਈਆ ਇਕੱਠਾ ਹੋਇਆ ਹੈਗਾ। ਕੀ ਤੁਸੀਂ ਕਿਸੇ ਨੂੰ ਅੱਜ ਤੱਕ ਹਿਸਾਬ ਦਿੱਤਾ ਹੈਗਾ? ਜਿਹੜਾ ਕਿ ਬਹੁਤ ਈਜ਼ੀ ਹੈਗਾ, ਆਪਣੀ ਵੈਬਸਾਈਟ ਦੇ ਉੱਤੇ ਪਾ ਦਿਓ, ਉਹਦਾ ਲਿੰਕ ਪਾ ਦਿਓ। ਤੁਸੀਂ UK ਚੈਰਿਟੀ ਦੇ ਵਿੱਚ 2018 ਦੀ ਜਿਹੜੀ ਹੈਗੀ ਹੈ ਉਹਦੀ ਅਕਾਊਂਟਿੰਗ ਤੁਹਾਡੀ ਪਈ ਹੈ, ਜਿਹਦੇ ਵਿੱਚ ਆਲਮੋਸਟ 5 ਮਿਲੀਅਨ ਜਿਹੜਾ ਹੈਗਾ ਤੁਸੀਂ ਸ਼ੋਅ ਕਰਿਆ ਹੋਇਆ ਹੈਗਾ, ਔਰ 19 ਦਾ ਜਾਂ 20 ਦਾ ਹਾਲੇ ਤੁਸੀਂ ਉੱਥੇ ਹਿਸਾਬ ਕਿਤਾਬ ਨਹੀਂ ਪਾਇਆ ਹੈਗਾ। ਔਰ ਉਹੀ ਇਨਫੋਰਮੇਸ਼ਨ ਬਜਾਏ ਕਿ ਉੱਥੇ ਪਾਉਣ ਦੇ ਤੁਸੀਂ ਆਪਣੀ ਵੈਬਸਾਈਟ 'ਤੇ ਪਾ ਦਿਓ, ਕਿਉਂਕਿ ਤੁਸੀਂ ਐਂਡ ਆਫ ਦਾ ਡੇ ਜਿਹੜਾ ਪੈਸਾ ਹੈਗਾ ਉਹ ਸਿੱਖ ਕੌਮ ਦਾ ਪੈਸਾ ਹੈ। ਮੈਕਸੀਮਮ ਜਿਹੜੇ ਡੋਨਰ ਹੈਗੇ ਨੇ ਤੁਹਾਡੇ ਸਿੱਖ ਹੈਗੇ ਨੇ, ਉਹ ਸੰਗਤ ਦਾ ਪੈਸਾ ਹੈਗਾ, ਔਰ ਸੰਗਤ ਨੂੰ ਪਤਾ ਹੋਣਾ ਚਾਹੀਦਾ। ਔਰ ਜਿੰਨਾ ਮਰਜ਼ੀ ਹੋਵੇ, ਇਹਦੇ ਵਿੱਚ ਤੁਹਾਨੂੰ ਕੋਈ ਲੁਕਾਉਣ ਵਾਲੀ ਕੋਈ ਮੈਨੂੰ ਲੱਗਦੀ ਨਹੀਂ ਹੈਗਾ ਵੀ ਤੁਸੀਂ ਕੋਈ ਇਲਜ਼ਾਮ ਇਹ ਵੀ ਨਹੀਂ ਕਹਿ ਰਹੇ ਹੈਗੇ ਵੀ ਤੁਸੀਂ ਪੈਸੇ ਖਾ ਗਏ, ਪਰ ਐਟਲੀਸਟ ਕਿ ਲੋਕਾਂ ਨੂੰ ਇੱਕ ਪਤਾ ਤਾਂ ਹੋਵੇ ਨਾ, ਟਰਾਂਸਪੇਰੈਂਸੀ ਤਾਂ ਹੋਵੇ ਵੀ ਹਾਂ ਇੰਨੇ ਪੈਸੇ ਆਏ ਹੈਗੇ ਨੇ, ਆ ਇੱਥੇ ਲਾਗੇ ਹੈਗੇ, ਆ ਹੋ ਰਿਹਾ ਹੈਗਾ। ਔਰ ਤੁਸੀਂ ਹਮੇਸ਼ਾ ਕੁਛ ਦਿਨਾਂ ਬਾਅਦ ਫਿਰ ਇੱਕ ਵੀਡੀਓ ਪਾ ਕੇ ਕਹਿ ਦਿੰਦੇ ਹੋ ਹਾਂ ਮੈਂ ਕੋਸ਼ਿਸ਼ ਕਰ ਰਹੇ ਹੈਗੇ, ਹੁਣ ਅਸੀਂ ਲੀਡਰਸ਼ਿਪ ਬਣਾਵਾਂਗੇ, ਅਸੀਂ ਐਂ ਕਰਾਂਗੇ, ਸੁਧਾਰ ਕਰਾਂਗੇ, ਅਸੀਂ ਵੀ ਸਿੱਖ ਰਹੇ ਹੈਗੇ ਫਲਾਨਾ। ਇਹ ਬਹੁਤ ਦੇਰ ਤੋਂ, ਬਹੁਤ ਕਈ ਸਾਲਾਂ ਤੋਂ ਮੈਂ ਇਹ ਦੇਖ ਰਿਹਾ ਹੈਗਾ। ਤੁਹਾਡੇ ਕੋਲੇ FCRA ਨੰਬਰ ਨਹੀਂ ਹੈਗਾ, ਇਸ ਕਰਕੇ ਤੁਸੀਂ ਜਿਹੜਾ 150 ਕਰੋੜ ਰੁਪਈਆ ਆਲਮੋਸਟ ਇਕੱਠਾ ਹੋਇਆ ਹੈਗਾ ਸੀਗਾ ਫਾਰਮ ਇਹਦੇ ਵਿੱਚ, ਸਪੈਸ਼ਲੀ ਹੜ੍ਹਾਂ ਦੇ ਦੌਰਾਨ ਹੜ੍ਹਾਂ ਦੇ ਪੀੜਤਾਂ ਨੂੰ ਨਹੀਂ ਭੇਜਿਆ ਹੈਗਾ। ਉਸ ਕਰਕੇ ਵੀ ਜਿਹੜਾ ਪੈਸਾ ਤੁਹਾਡਾ ਲਗਾਤਾਰ ਇੱਥੇ UK ਅਕਾਊਂਟ ਦੇ ਵਿੱਚ ਉੱਪਰ ਜਾ ਰਿਹਾ ਹੈਗਾ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਸਾਰੇ ਪੇ ਲੈਣੇ ਹੈਗੇ ਉਹਦੇ ਵਿੱਚੋਂ, ਚਾਹੇ 30,000 ਲੈਂਦਾ, ਕੋਈ 50 ਲਵੇ, ਚਾਹੇ ਲੱਖ ਵੀ ਲਵੇ ਹੈਗੇ, ਮੈਨੂੰ ਉਸ ਚੀਜ਼ ਨਾਲ ਕੋਈ ਤਲਕਤ ਨਹੀਂ, ਹੋਰ ਕਿਸੇ ਨੂੰ ਹੋਣਾ ਵੀ ਨਹੀਂ ਚਾਹੀਦਾ। ਜਦੋਂ ਤੁਸੀਂ ਐਡੀ ਵੱਡੀ ਚੈਰਿਟੀ ਰਨ ਕਰਦੇ ਹੈਗੇ ਹੋ, ਤੁਸੀਂ ਆਪਣੇ ਖਰਚੇ ਕੱਢਣੇ ਚਾਹੀਦੇ ਹੈਗੇ ਨੇ, ਕੱਢ ਲੈਣੇ ਚਾਹੀਦੇ ਹੈਗੇ ਨੇ, ਉਹ 'ਚ ਕੋਈ ਉਹ ਨਹੀਂ ਹੈਗਾ, ਕੋਈ ਬੁਰੀ ਗੱਲ ਨਹੀਂ ਹੈਗੀ। ਜਿਹੜੇ ਐਡਮਿਨਿਸਟ੍ਰੇਟਿਵ ਕਾਸਟ ਹੁੰਦੀ ਹੈਗੀ ਹੈ, ਤੁਸੀਂ ਵੀ ਕੰਮ ਛੱਡ ਕੇ ਇਹਦੇ ਉੱਤੇ ਲੱਗੇ ਹੋਏ ਹੈਗੇ ਹੋ, ਉਹਦੇ ਵਿੱਚ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਪਿਛਲੇ ਜਿਹੜੇ ਤੁਹਾਡੀ ਆਲਰੇਡੀ ਅਕਾਊਂਟਿੰਗ ਪਈ ਹੈਗੀ ਹੈ 2018 ਦੀ, 2019 ਤੁਸੀਂ ਟੈਕਸ ਫਾਈਲ ਕਰਿਆ, ਉਹਦੇ ਵਿੱਚ ਇੱਕ ਜਗ੍ਹਾ 'ਤੇ ਤੁਸੀਂ ਸ਼ੋਅ ਕਰਦੇ ਹੈਗੇ ਹੋ ਤੁਹਾਨੂੰ ਡੋਨੇਸ਼ਨ ਇਕੱਠੇ ਕਰਨ ਦੇ ਲਈ ਤੁਹਾਨੂੰ YouTube 'ਤੇ ਔਰ Facebook ਨੂੰ ਆਲਮੋਸਟ 1 ਲੱਖ ਪਾਉਂਡ, ਫਿਰ ਮੈਂ ਤੁਹਾਨੂੰ ਦੁਬਾਰਾ ਫਿਰ ਉਹ ਕਰ ਦਿੰਦਾ ਹੈਗਾ, ਮੇਰੇ ਕੋਲ ਐਗਜ਼ੈਕਟ ਨੰਬਰ ਨਹੀਂ ਹੈਗਾ, ਆਲਮੋਸਟ 1 ਲੱਖ ਪਾਉਂਡ ਤੁਸੀਂ ਡੋਨੇਸ਼ਨ ਇਕੱਠਾ ਕਰਨ ਵਾਸਤੇ ਉਹਨਾਂ 'ਤੇ ਐਡਵਰਟਾਈਜ਼ 'ਤੇ ਖਰਚ ਕਰਿਆ ਹੈਗਾ। ਜੇ ਨਹੀਂ ਕਰਿਆ ਹੈਗਾ ਤੁਸੀਂ ਪਲੀਜ਼ ਇਹਨੂੰ ਐਕਸਪਲੇਨ ਕਰ ਦਿਓ। ਔਰ ਤੁਹਾਡੀ ਟਰੈਵਲਿੰਗ ਦੀ ਜਿਹੜੀ ਖਰਚਾ ਹੈਗਾ ਉਹ ਵੀ ਆਲਮੋਸਟ $1 ਲੱਖ, 1 ਲੱਖ ਪਾਉਂਡ ਦੇ ਵਿੱਚ, ਡਾਲਰ ਨਹੀਂ ਪਾਉਂਡ ਦੇ ਵਿੱਚ, ਉਹ ਸਮਝ ਤੋਂ ਬਾਹਰ ਹੈਗਾ ਵੀ ਤੁਸੀਂ 1 ਲੱਖ ਪਾਉਂਡ ਜਿਹੜਾ ਹੈਗਾ ਸਾਲ ਦੇ ਵਿੱਚ ਤੁਸੀਂ ਟਰੈਵਲਿੰਗ ਕੋਸਟ ਕਿੱਥੇ ਕਰ ਦੋਗੇ ਹੈਗੇ। ਪਰ ਚਲੋ ਤੁਸੀਂ ਉਹ ਜਿਹੜਾ ਹੈਗਾ ਤੁਹਾਡੀ ਚੈਰਿਟੀ ਕਮਿਸ਼ਨ ਦੇ ਵਿੱਚ ਤੁਸੀਂ ਸਾਰਾ ਉੱਥੇ ਲਿਖਤ ਪੜਤ ਕਰੀ ਹੋਈ ਹੈਗੀ ਹੈ, ਮੈਂ ਉਹਦੇ ਵਿੱਚ ਵੀ ਨਹੀਂ ਜਾਂਦਾ ਹੈਗਾ। ਹੁਣ ਜਿਹੜਾ ਇਹ ਪੈਸਾ ਇਕੱਠਾ ਹੋ ਗਿਆ ਹੈਗਾ, ਇਹਦਾ ਕੁਛ ਥੋੜ੍ਹਾ ਮੋਟਾ ਤੁਸੀਂ ਹਰ ਰੋਜ਼ ਤੁਸੀਂ ਦੀਪ ਸਿੱਧੂ ਨੂੰ ਲਾਈਵ 'ਤੇ ਲੈ ਕੇ ਆਉਂਦੇ ਹੋ, ਤੁਸੀਂ ਉਹਦੀ ਇੰਟਰਵਿਊ ਵੀ ਕਰੀ ਹੈਗੀ ਹੈ, ਤੁਸੀਂ ਲੱਖਾ ਸਦਾਣੇ ਨੇ ਵੀ ਆਉਣਾ ਹੈਗਾ ਸੀ, ਉਹ ਆਈ ਥਿੰਕ ਉਸ ਦਿਨ ਜੁਆਇਨ ਨਹੀਂ ਕਰਿਆ ਹੈਗਾ। ਹੋਰ ਤੁਸੀਂ ਹਰ ਰੋਜ਼ ਆਲਮੋਸਟ ਦੂਜੇ ਤੀਜੇ ਦਿਨ ਤਾਂ ਤੁਸੀਂ ਲਾਈਵ ਹੁੰਦੇ ਹੈਗੇ ਹੋ, ਪਰ ਇਸ ਚੀਜ਼ ਬਾਰੇ ਵੀ ਤੁਸੀਂ ਦੱਸ ਦਿਓ ਨਾ ਵੀ ਪੈਸਿਆਂ ਦਾ ਕੀ ਬਣੂਗਾ, ਕਿੰਨੇ ਕੁ ਆ ਗਏ, ਕਿਹਨੂੰ ਭੇਜਾਂਗੇ, ਔਰ ਅੱਜ ਤੱਕ ਕਿੰਨੇ ਕੁ ਭੇਜ ਚੁੱਕੇ ਹੈਗੇ ਹੋ। ਔਰ ਇਸ ਤੋਂ ਸਿਵਾ ਤੁਹਾਨੂੰ ਇੰਡੀਆ ਦੇ ਵਿੱਚ ਜਿਹੜੀ ਇੰਡੀਆ ਦੀ ਫਾਊਂਡੇਸ਼ਨ ਹੈਗੀ ਹੈ ਤੁਹਾਡੀ ਖਾਲਸਾ ਏਡ ਇੰਟਰਨੈਸ਼ਨਲ ਕੋਈ ਲਿਮਟਿਡ ਹੈਗੀ ਹੈ, ਉਹਨੂੰ ਕਿੰਨੀ ਕੁ ਡੋਨੇਸ਼ਨ ਮਿਲ ਗਈ ਹੈਗੀ। ਔਰ ਤੁਸੀਂ ਆਪਣੀ ਫੇਸਬੁੱਕ ਲਾਈਵ ਦੇ ਵਿੱਚ ਤੁਸੀਂ ਇਹ ਕਹਿ ਰਹੇ ਹੈਗੇ ਹੋ ਵੀ ਜਿਹੜੀ ਇਹ ਇੱਥੇ ਜਿਹੜੀ ਇੰਡੀਆ ਦੇ ਵਿੱਚ ਜਿਹੜਾ ਕਿਸਾਨ ਉੱਥੇ ਅੰਦੋਲਨ ਦੇ ਦੌਰਾਨ ਜੋ ਕੁਛ ਵੀ ਤੁਹਾਡੇ ਕੰਮ ਹੈਗਾ, ਤੁਸੀਂ ਤੇ ਤੁਹਾਡੀ ਵਰਡਿੰਗ ਹੈਗੀ ਹੈ ਵੀ 90% ਤੋਂ ਜ਼ਿਆਦਾ ਜਿਹੜੇ ਉਹ ਲੋਕਾਂ ਦਾ ਸੰਗਤ ਦਾ ਦਿੱਤਾ ਹੋਇਆ ਸਮਾਨ ਸੀਗਾ, ਅਸੀਂ ਤਾਂ ਸਿਰਫ ਡਿਸਟਰੀਬਿਊਟ ਕਰ ਰਹੇ ਹੈਗੇ ਹਾਂ। ਔਰ ਬਹੁਤ ਲੋਕਾਂ ਨੇ ਪਹਿਲਾਂ ਵੀ ਕਿਹਾ ਹੈਗਾ ਸੀਗਾ, ਤੁਸੀਂ ਤਾਂ ਸਿਰਫ ਲੈ ਕੇ ਲੋਕਾਂ ਦਾ ਕਈ ਵਾਰੀ ਬਣਾਇਆ ਹੋਇਆ ਲੰਗਰ ਹੁੰਦਾ ਹੈਗਾ, ਤੁਸੀਂ ਫੋਟੋਆਂ ਖਿਚਾਉਣੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਦੀ ਟੀਮ ਦੇ ਵੱਲੋਂ ਕੱਪੜੇ ਵੰਡੇ ਜਾ ਰਹੇ ਆ ਤੇ ਮੋਦੀ ਦੀ ਟੀਮ ਦੇ ਵੱਲੋਂ ਲੋਕਾਂ ਦੇ ਲੀੜੇ ਲਾਏ ਜਾ ਰਹੇ ਆ। ਤੁਸੀਂ ਬਿਲਕੁਲ ਉਲਟ ਰੂਪ ਦੇ ਵਿੱਚ ਕੰਮ ਕਰਕੇ ਦਿਖਾਤਾ, ਉਹ ਕਿਵੇਂ ਤੁਹਾਡੇ ਅੰਦਰ ਬਲਬਲੇ ਉੱਠਦੇ ਆ? ਹਾਂਜੀ, ਦੋ ਗੱਲਾਂ ਵਿੱਚ ਆਉਂਦੀਆਂ। ਇੱਕ ਤਾਂ ਹੈਗੀ ਆ ਦਿੱਲੀ, ਹਰਿਆਣਾ, ਪੰਜਾਬ ਦੀ ਜਿਹੜੀ ਸੰਗਤ ਆ, ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਉਹ ਬਹੁਤ ਸਮਾਨ ਭੇਜ ਰਹੇ ਆ। ਉੱਥੇ ਜਿਹੜਾ ਵੀ ਸਮਾਨ ਤੁਸੀਂ ਦੇਖ ਰਹੇ ਆ, ਜਾਂ ਖਾਲਸਾ ਏਡ ਦਾ ਹੋਵੇ, ਭਾਈ ਅਮਰਪ੍ਰੀਤ ਸਿੰਘ ਹੁਣਾਂ ਨੇ ਇਹ ਬਹੁਤ ਵੱਡਾ ਕਦਮ ਚੱਕਿਆ। ਉੱਥੇ ਜਿਹੜਾ ਤੁਸੀਂ ਕਿਹਾ ਡਿਨਰ ਸੇਵਾ ਕੀਤੀ ਆ, ਕੋਆਰਡੀਨੇਸ਼ਨ ਕੀਤੀ ਆ, ਕਿਸਾਨ ਮੋਲ ਖੋਲਿਆ, ਉਹ 80-90% ਸਮਾਨ ਸਾਰਾ ਡੋਨੇਟ ਹੋ ਰਿਹਾ, ਸਾਰੀ ਸੰਗਤ ਦੇ ਰਹੀ ਆ। ਉਹ ਚੜਾਵਾ ਆ, ਅਸੀਂ ਖਰੀਦ ਨਹੀਂ ਰਹੇ।
ਕਿਉਂਕਿ ਦਿਆਲੂ ਬਹੁਤ ਸੰਗਤ ਬਹੁਤ ਦਿਆਲੂ, ਪਿੰਨੀਆਂ, ਬਦਾਮ, ਕੰਬਲ, ਸ਼ਾਲ, ਸਾਰਾ ਕੁਝ, ਟੂਥਪੇਸਟ, ਸਾਰਾ ਕੁਝ ਆ ਰਿਹਾ ਆ ਸਾਰੀ ਸੰਗਤ ਦੇ। ਅਸੀਂ ਬਾਹਰੋਂ ਨਹੀਂ ਕੁਝ ਕਰ ਰਹੇ, ਨਾ ਕੋਈ ਸਾਡੀ ਇੰਡੀਆ ਟੀਮ ਖਰੀਦ ਰਹੀ, ਉਹ ਸਾਰੀ ਸੰਗਤ ਦੇ ਰਹੀ ਆ। ਸੋ ਦੂਜੀ ਗੱਲ ਇਹ 'ਚ ਆਉਂਦੀ ਆ, ਜਿਹੜੀ ਸਰਕਾਰ ਸਾਨੂੰ ਕਹਿੰਦੀ ਆ ਜੇ ਇੱਥੋਂ ਚਲੋ ਇੱਥੋਂ ਜੇ ਕਦੇ ਆਪ ਵੀ ਬਣਾ ਕੇ ਖਿਲਾ ਦਿਆ ਕਰੋ। ਔਰ ਤੁਸੀਂ ਕਹਿੰਦੇ ਸੀ ਬੰਗਲਾਦੇਸ਼ ਦੇ ਵਿੱਚ ਤੁਸੀਂ ਉਹ ਕਰਕੇ ਆਏ ਹੈਗੇ ਹੋ, ਪਰ ਬੰਗਲਾਦੇਸ਼ ਦੇ ਵਿੱਚ ਕੁਝ ਸੱਜਣ ਹੈਗੇ ਸੀ, ਉਹ ਤੁਹਾਡੇ ਸੋਸ਼ਲ ਮੀਡੀਆ ਤੇ ਕਢਾਈ ਬੈਠੇ ਹੈਗੇ ਨੇ, ਉਹ ਕਹਿੰਦੇ ਬੰਗਲਾਦੇਸ਼ ਵਿੱਚ ਕਦੇ ਵੀ ਖਾਲਸਾ ਏਡ ਰਜਿਸਟਰ ਨਹੀਂ ਹੋਈ ਹੈਗੀ, ਐਂਟਰ ਨਹੀਂ ਕਰੀ ਹੈਗੀ। ਤੁਸੀਂ ਸ਼ੁਰੂ ਦੇ ਵਿੱਚ ਕਹਿੰਦੇ ਹੈਗੇ ਸੀਗੇ ਵੀ ਸੀਰੀਆ ਦੇ ਵਿੱਚ ਅਸੀਂ ਅੰਦਰ ਜਾ ਕੇ ਉੱਥੇ ਜੰਗ ਦੇ ਵਿੱਚ ਅਸੀਂ ਆਈਸਿਸ ਦੇ ਉੱਥੇ ਏਰੀਏ ਦੇ ਵਿੱਚ ਜਾ ਕੇ ਤੁਸੀਂ ਉਹ ਹੈਲਪ ਕਰੀ ਹੈਗੀ ਹੈ, ਪਰ ਜਦੋਂ ਲੋਕਾਂ ਨੇ ਉਹਦੀ ਪੜਤਾਲ ਕੀਤੀ ਹੈਗੀ ਪਤਾ ਚੱਲਿਆ ਤੁਸੀਂ ਕਦੇ ਵੀ ਸੀਰੀਆ ਦੇ ਵਿੱਚ ਨਹੀਂ ਗਏ ਸੀਗੇ। ਔਰ ਤੁਸੀਂ ਕਾਫੀ ਦੇਰ ਇਸ ਚੀਜ਼ ਨੂੰ ਪ੍ਰਮੋਟ ਕਰਦੇ ਰਹੇ ਹੈਗੇ, ਲੋਕੀ ਡੋਨੇਸ਼ਨ ਦਿੰਦੇ ਰਹੇ ਹੈਗੇ, ਪਰ ਇਵੈਂਚੁਅਲੀ ਤੁਸੀਂ ਐਡਮਿਟ ਕਰ ਲਿਆ ਵੀ ਹਾਂ ਤੁਸੀਂ ਕਦੇ ਨਹੀਂ ਗਏ, ਤੁਸੀਂ ਬਾਰਡਰ ਤੇ ਸੀਗੇ। ਜਿਹੜੀ ਤੁਹਾਡੀ ਡੋਨੇਸ਼ਨ ਹੈਗੀ ਹੈ ਉਹ ਮੈਜੋਰਿਟੀ ਆਫ ਦੈਮ ਸਿੱਖ ਕਮਿਊਨਿਟੀ ਵੱਲੋਂ ਆ ਰਹੀ ਹੈਗੀ ਹੈ। ਔਰ ਹਾਲਾਂਕਿ ਆਪਾਂ ਸਰਬੱਤ ਦਾ ਭਲਾ ਮੰਨਦੇ ਹਾਂ, ਸਾਰੇ ਸਰਬੱਤ ਦਾ ਭਲਾ, ਔਰ ਖਾਲਸਾ ਏਡ ਦੀ 90% ਐਕਟੀਵਿਟੀ ਜਿਹੜੀ ਹੈਗੀ ਹੈ ਉਹ ਆਊਟਸਾਈਡ ਇੰਡੀਆ ਹੈਗੀ ਹੈ। ਜ਼ਿਆਦਾ 90% ਜਿਹੜੀ ਐਕਟੀਵਿਟੀ ਉਹ ਇਸਲਾਮਿਕ ਕੰਟਰੀਆਂ ਦੇ ਵਿੱਚ ਹੈਗੀ ਹੈ। ਦੁਬਾਰਾ ਫੇਰ ਮੈਂ ਰਿਪੀਟ ਕਰ ਦਿੰਦਾ ਹੈਗਾ, ਤੁਸੀਂ ਫੈਕਟ ਚੈੱਕ ਕਰ ਲਏ ਹੈਗੇ ਹੋ, ਇਸਲਾਮਿਕ ਕੰਟਰੀਆਂ ਦੇ ਵਿੱਚ ਹੈਗੀ ਹੈ। ਔਰ ਮੈਂ ਉੱਥੇ ਵੀ ਕੋਈ ਨਹੀਂ ਕਹਿ ਰਿਹਾ ਹੈਗਾ ਵੀ ਉੱਥੇ ਨਹੀਂ ਹੋਣੀ ਚਾਹੀਦੀ। ਹਾਲਾਂਕਿ ਇਸਲਾਮਿਕ ਕੰਟਰੀਆਂ ਦੇ ਵਿੱਚ ਬਹੁਤ ਪੈਸੇ ਵਾਲੇ ਉੱਥੇ ਸ਼ੇਖ ਬੈਠੇ ਹੈਗੇ ਨੇ, ਉਹਨਾਂ ਦਾ ਵੀ ਫਰਜ਼ ਬਣਦਾ ਹੈਗਾ। ਔਰ ਚਲੋ ਅੱਛੀ ਗੱਲ ਹੈ ਤੁਸੀਂ ਉੱਥੇ ਕੰਮ ਕਰਿਆ ਹੈਗਾ, ਹੋਰ ਵੀ ਕਾਫੀ ਦੁਨੀਆ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ ਕਰਿਆ ਹੈਗਾ, ਮੰਨਦੇ ਹੈਗੇ। ਪਰ ਇੰਡੀਆ ਦੇ ਵਿੱਚ ਜਿੱਥੇ ਵੀ ਹੁੰਦਾ ਹੈਗਾ ਤੁਸੀਂ ਇਹ ਵੀ ਇੱਕ ਲੋਕਾਂ ਦਾ ਕਹਿਣਾ ਹੈਗਾ ਵੀ ਤੁਸੀਂ ਇੱਕ ਸਭ ਤੋਂ ਪਹਿਲਾਂ ਕੋਈ ਗੱਲ ਹੁੰਦੀ ਹੈ, ਇੱਕ ਵਾਰੀ ਤੁਸੀਂ ਵੈਨ ਲੈ ਕੇ ਫੋਟੋਆਂ ਖਿਚਾਉਣ ਬਾਰੇ ਉੱਥੇ ਆਪਣੀਆਂ ਜੈਕਟਾਂ ਪਾ ਕੇ ਐਕਟੀਵਿਟੀ ਕਰਦੇ ਹੈਗੇ ਹੋ, ਪਰ ਬਾਅਦ ਦੇ ਵਿੱਚ ਤੁਸੀਂ ਲਗਾਤਾਰ ਕੰਸਿਸਟੈਂਟਲੀ ਉੱਥੇ ਕੰਮ ਨਹੀਂ ਕਰਦੇ ਹੈਗੇ। ਇਹ ਮੈਂ ਨਹੀਂ ਕਹਿ ਰਿਹਾ, ਸੋਸ਼ਲ ਮੀਡੀਆ ਤੇ ਤੁਹਾਡੇ ਲੋਕੀ ਵੀਡੀਓ ਪਾ ਕੇ ਕਹਿ ਰਹੇ ਹੈਗੇ ਨੇ। ਜਦੋਂ ਵੀ ਸਿੱਖਾਂ ਦੇ ਉੱਤੇ ਬਾਹਰ ਕਦੇ ਭੀੜ ਪਈ ਹੈਗੀ ਹੈ, ਅਫਗਾਨਿਸਤਾਨ ਦੇ ਵਿੱਚ 26 ਜਿਹੜੇ ਹੈਗੇ ਸੀਗੇ ਸਿੱਖ ਗੁਰਦੁਆਰਾ ਸਾਹਿਬ ਦੇ ਅੰਦਰ ਮਾਰ ਦਿੱਤੇ ਹੈਗੇ ਸੀਗੇ। ਉਹਨਾਂ ਲੋਕਾਂ ਨੇ, ਉਹਨਾਂ ਦੀ ਲੀਡਰਸ਼ਿਪ ਨੇ ਤੁਹਾਡੇ ਅੱਗੇ ਬਹੁਤ ਅਰਜ਼ੋਈਆਂ ਕਰੀਆਂ ਹੈਗੀਆਂ ਵੀ ਸਾਨੂੰ ਹੈਲਪ ਦੀ ਜ਼ਰੂਰਤ ਹੈਗੀ ਹੈ, ਸਾਡੀ ਹੈਲਪ ਕਰੀ ਜਾਵੇ। ਇਸ ਚੀਜ਼ ਦੀ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਹੈਗਾ, ਇਹ ਅਫਗਾਨਿਸਤਾਨ ਦੇ ਸਿੱਖਾਂ ਦੇ ਇੱਕ ਲੀਡਰ ਹੈਗੇ ਨੇ ਦਿੱਲੀ ਦੇ ਵਿੱਚ, ਜਿਨ੍ਹਾਂ ਦੀ ਕਿ ਪਿੱਛੇ ਉਹ ਸਵਰਗਵਾਸ ਹੋ ਚੁੱਕੇ ਹੈਗੇ ਨੇ, ਖਰਜਿੰਦਰ ਸਿੰਘ ਖਰਾਣਾ ਉਹਨਾਂ ਦਾ ਨਾਮ ਹੈਗਾ। ਪੰਜਾਬ ਟੀਵੀ, ਪੰਜਾਬ ਟੈਲੀਵਿਜ਼ਨ ਇੱਕ ਚੈਨਲ ਹੈਗਾ, ਉਹਦੇ ਉੱਤੇ ਹਰਜਿੰਦਰ ਸਿੰਘ ਰੰਧਾਵਾ ਦੇ ਨਾਲ ਉਹਨਾਂ ਨੇ 24 ਅਪ੍ਰੈਲ ਨੂੰ, ਪਿਛਲੇ ਸਾਲ ਦੀ 24 ਅਪ੍ਰੈਲ ਨੂੰ ਇੰਟਰਵਿਊ ਦੇ ਵਿੱਚ ਇਹ ਗੱਲਾਂ ਜੋ ਮੈਂ ਕਹਿ ਰਿਹਾ ਹੈਗਾ, ਜੋ ਉਹਨਾਂ ਦੀ ਹੱਡਬੀਤੀ ਹੈਗੀ ਹੈ, ਉਹਨਾਂ ਨੇ ਕਿਹਾ ਵੀ ਅਸੀਂ ਖਾਲਸਾ ਏਡ ਨੂੰ ਬਹੁਤ ਅਰਦਾਸਾਂ ਕਰੀਆਂ ਹੈਗੀਆਂ, ਅਰਜ਼ੋਈਆਂ ਕਰੀਆਂ, ਹਾੜੇ ਕੱਢੇ, ਵੀ ਸਾਡੀ ਉਹਨਾਂ ਨੇ ਹੈਲਪ ਨਹੀਂ ਕਰੀ। ਦੂਜੀ ਗੱਲ, ਸਭ ਤੋਂ ਵੱਡਾ ਸਵਾਲ ਸਰਦਾਰ ਸਾਹਿਬ, ਮੈਨੂੰ ਸਿਰਫ ਸੰਖੇਪ 'ਚ ਇਹ ਦੱਸ ਦਿਓ ਕਿ ਹੁਣ ਤੱਕ ਖਾਲਸਾ ਏਡ ਨੇ ਤੁਹਾਡੀ ਕਿਸੇ ਵੀ ਪੱਧਰ ਤੇ ਪਿਛਲੇ 15-20 ਸਾਲਾਂ 'ਚ ਕੋਈ ਮਦਦ ਕੀਤੀ ਅਫਗਾਨੀ ਸਿੱਖਾਂ ਦੀ ਕਿਤੇ ਵੀ, ਜਦੋਂ ਦੀ ਇਹ ਸੰਸਥਾ ਹੁਣ ਚਾਹੀ? ਮੇਰੀ ਜਾਣਕਾਰੀ ਦੇ ਵਿੱਚ ਕਿਧਰ ਵੀ ਨਹੀਂ ਹੈ। ਅੱਛਾ, ਦੂਜਾ ਸਵਾਲ ਜੀ, ਮੈਂ 2 ਦਿਨ ਪਹਿਲੇ ਰਵੀ ਸਿੰਘ ਦਾ ਇੱਕ ਫੇਸਬੁੱਕ 'ਚ ਆਪਣੀ ਗੱਡੀ 'ਚ ਬੈਠ ਕੇ ਗੱਲ ਕਰ ਰਹੇ ਸੀ ਕਿ ਅਫਗਾਨੀ ਸਿੱਖਾਂ ਦੇ ਨਾਂ ਤੇ ਲੋਕ ਪੈਸੇ ਇਕੱਠੇ ਕਰ ਰਹੇ ਨੇ ਸਾਡੇ ਨਾਂ ਤੇ ਯੂਜ਼ ਕਰਕੇ, ਪਰ ਕਹਿੰਦੇ ਸੀ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਸੋਰਸ ਨਹੀਂ ਮਿਲਿਆ ਅਫਗਾਨੀ ਸਿੱਖਾਂ ਦਾ, ਮੈਂ ਚਾਹੁੰਦਾ ਹਾਂ ਕੁਝ ਕਰਾਂ ਜਾਂ ਕੁਝ ਪੈਸਾ ਇਨਵੈਸਟ ਕਰਾਂ, ਲੇਕਿਨ ਅਗਰ ਕੋਈ ਢੂੰਡੇ ਤਾਂ ਉਹ ਰੋਹਿੰਗਿਆ ਦੇ ਕਿਹੜਾ ਐਡਰੈਸ ਉਹਨਾਂ ਨੂੰ ਮਿਲ ਗਿਆ, ਕੌਣ ਉਹਨਾਂ ਨੂੰ ਗਾਈਡ ਕੀਤਾ, ਤੇ ਸੀਰੀਆ ਤੇ ਇਧਰ ਕਿਹਨਾਂ ਨੇ ਗਾਈਡ ਕੀਤਾ ਕਿ ਅਫਗਾਨਿਸਤਾਨ ਵਿੱਚ ਇਹਨਾਂ ਨੂੰ ਗਾਈਡੈਂਸ ਚਾਹੀਦੀ ਸੀ, ਜਦਕਿ ਅਫਗਾਨੀ ਸਿੱਖ ਦਿੱਲੀ ਵਿੱਚ, ਇੰਗਲੈਂਡ ਵਿੱਚ, ਸਾਰੀ ਦੁਨੀਆ ਦੇ ਵਿੱਚ ਵਸਦੇ ਨੇ, ਕਿਸੇ ਨੂੰ ਮਿਲ ਕੇ ਵੀ ਉਹਨਾਂ ਨੂੰ ਕੁਝ ਗਾਈਡੈਂਸ ਚਾਹੀਦੀ ਸੀ, ਮਿਲ ਜਾਂਦੀ ਸੀ ਜੀ। ਔਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਸੋਸ਼ਲ ਮੀਡੀਆ ਤੇ
ਇਹ ਮੈਂ ਨਹੀਂ ਕਹਿ ਰਿਹਾ ਹੈਗਾ ਵੀ ਸ਼ਾਇਦ ਤੁਹਾਡੀ ਇੰਟੈਂਸ਼ਨ ਸੀਗੀ, ਔਰ ਹੋਰ ਵੀ ਕੁਝ ਖਾਲਿਸਤਾਨੀ ਹੋਰ ਵੀ ਆਰਗੇਨਾਈਜੇਸ਼ਨ ਦੀ ਇੰਟੈਂਸ਼ਨ ਸੀ ਵੀ ਉਹ ਲੋਕੀ ਹਿੰਦੁਸਤਾਨ ਨਾ ਜਾਣ। ਜੇਕਰ ਉੱਥੇ ਆਪਣੇ ਆਪ ਨੂੰ ਅਨਸੇਫ ਸਮਝਦੇ ਹੈਗੇ ਨੇ ਕਾਬਲ ਦੇ ਅੰਦਰ, ਤਾਂ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਸ਼ਰਨ ਲੈ ਲੈਣੀ ਚਾਹੀਦੀ ਹੈ। ਔਰ ਜੇਕਰ ਇਹ ਗੱਲ ਹੋਈ ਹੈ ਤਾਂ ਆਈ ਥਿੰਕ ਰਵੀ ਸਿੰਘ ਪਲੀਜ਼ ਸੰਗਤ ਦੇ ਨਾਲ ਤੁਸੀਂ ਸਾਂਝੀ ਕਰਿਓ ਵੀ ਉਹਦੇ ਪਿੱਛੇ ਲੌਜਿਕ ਕੀ ਹੈਗਾ ਸੀਗਾ, ਵੀ ਕੀ ਉਹ ਜਿਹੜੀਆਂ ਲੋਕੀ ਹੈਗੇ ਨੇ ਅੱਜ ਇੰਡੀਆ ਦੇ ਵਿੱਚ ਬੈਠੇ ਹੈਗੇ ਨੇ ਜਾ ਕੇ, ਐਟਲੀਸਟ ਉੱਥੇ ਸੇਫ ਤਾਂ ਹੈਗੇ ਨੇ ਨਾ। ਤੁਸੀਂ ਉਹਨਾਂ ਦਾ ਨਹੀਂ ਕੁਛ ਕਰ ਸਕੇ ਹੈਗੇ, ਉਹ ਅਲੱਗ ਗੱਲ ਹੀ ਹੈਗੀ ਹੈ। ਕਿਉਂ ਨਹੀਂ ਕਰੇ ਹੈਗੇ ਮੇਰੀ ਸਮਝ ਤੋਂ ਬਾਹਰ ਹੈ। ਜਦੋਂ ਕੋਲੇ ਤੁਹਾਡੇ ਕੋਲ 4-5 ਮਿਲੀਅਨ ਪਾਊਂਡ ਜਿਹੜਾ ਹੈਗਾ ਉਹ ਕੀ ਅੱਗ ਲਾਉਣਾ ਹੈਗਾ ਬਾਅਦ ਦੇ ਵਿੱਚ, ਜਦੋਂ ਮਾੜੇ ਵਕਤ ਦੇ ਵਿੱਚ ਕਿਸੇ ਦਾ ਹੱਥ ਨਾ ਫੜਿਆ ਹੈਗਾ। ਤੁਸੀਂ 84 ਦਾ ਇਸ਼ੂ ਹਮੇਸ਼ਾ ਚੁੱਕਦੇ ਹੈਗੇ ਹੋ, ਪਰ ਤੁਹਾਡੇ ਕੋਲੇ ਇੰਨੀ ਫੰਡਿੰਗ ਹੋਣ ਦੇ ਬਾਵਜੂਦ ਵੀ ਤੁਸੀਂ ਦੱਸ ਸਕਦੇ ਹੋ ਵੀ 100 ਬੰਦਿਆਂ ਦੀਆਂ 100 ਫੈਮਿਲੀ ਦਾ ਤੁਸੀਂ ਨਾਂ ਦੱਸ ਸਕਦੇ ਹੈਗੇ ਹੋ, ਈਵਨ ਕਿ 100 ਫੈਮਿਲੀ ਦਾ ਤੁਸੀਂ ਕੋਈ ਹੈਲਪ ਕਰੀ ਹੋਵੇ, ਨਹੀਂ ਕਰੀ ਹੈਗੀ। ਔਰ ਜਦੋਂ ਤੁਸੀਂ ਹੈਲਪ ਹੀ ਨਹੀਂ ਕਰਨੀ ਹੈਗੀ, ਉਹ ਮੁੱਦਾ ਹਮੇਸ਼ਾ ਤੁਸੀਂ ਉਹ ਕਿਉਂ ਚੁੱਕਦੇ ਹੈਗੇ ਹੋ, ਜਾਣ ਬੁੱਝ ਕੇ ਚੁੱਕਦੇ ਹੈਗੇ ਹੋ। ਜਦੋਂ ਤੁਸੀਂ ਉਹਨਾਂ ਦੀ ਇਹੋ ਹੀ ਨਹੀਂ ਕਰਦੇ ਹੈਗੇ, ਤੁਸੀਂ ਹੈਲਪ ਹੀ ਨਹੀਂ ਕਰਦੇ ਹੈਗੇ। ਮੁੱਦਾ ਚੁੱਕੋ ਔਰ ਠੋਕ ਕੇ ਹੈਲਪ ਵੀ ਕਰੋ, ਉਹਨਾਂ ਦੇ ਲਈ ਅਟਰਨੀ ਵੀ ਹਾਇਰ ਕਰੋ। ਉਹ ਲੀਗਲ ਜਿਹੜੀ ਬੈਟਲ ਹੈਗੀ ਹੈ, ਜਿਹੜੇ ਲੋਕੀ ਉੱਥੇ ਗੁੰਡੇ ਜਿਨ੍ਹਾਂ ਨੇ ਇਹ ਨੁਕਸਾਨ ਕਰਿਆ ਸੀ ਉਹਨਾਂ ਨੂੰ ਅੰਦਰ ਕਰਾਉਣ ਲਈ ਉਹਨਾਂ ਦੀ ਹੈਲਪ ਕਰੋ। ਉਸ ਤੋਂ ਅੱਗੇ ਆ ਜਾਓ, ਭਾਈ SPS ਓਬਰਾਏ ਸਾਹਿਬ ਹੈਗੇ ਨੇ ਜਿਹੜੇ ਦੁਬਈ ਬੇਸਡ ਹੈਗੇ ਨੇ। ਆਈ ਥਿੰਕ ਉਹਨਾਂ ਦੇ ਕੋਈ ਆਰਗੇਨਾਈਜੇਸ਼ਨ ਉਹ ਵੀ ਰਨ ਕਰਦੇ ਹੈਗੇ ਨੇ, ਸਰਬੱਤ ਦਾ ਭਲਾ ਸ਼ਾਇਦ, ਹਾਂ। ਤੁਸੀਂ ਉਹਨਾਂ ਨੂੰ 2 ਵਾਰੀ ਜਾ ਕੇ ਦੁਬਈ ਮਿਲੇ, ਉਹਨਾਂ ਦੀ ਬਿਨਾਂ ਪਰਮਿਸ਼ਨ ਤੋਂ ਤੁਸੀਂ ਪੈਸੇ ਇਕੱਠੇ ਕਰਨੇ ਸ਼ੁਰੂ ਕਰਨ ਦੀ ਐਡ ਦਿੱਤੀ, ਔਰ ਫਿਰ ਉਹਨਾਂ ਨੇ ਤੁਹਾਨੂੰ ਇੱਕ ਥ੍ਰੈਟ ਕਰਿਆ ਹੈਗਾ ਲੀਗਲ ਨੋਟਿਸ ਦਾ, ਫਿਰ ਤੁਸੀਂ ਉਹ ਵਿਡਰਾਅ ਕਰਿਆ ਹੈਗਾ ਸਾਰਾ। ਕੀ ਇਹ ਤੁਸੀਂ ਦੱਸ ਸਕਦੇ ਹੈ ਕਿ ਇਹ ਇਨਸੀਡੈਂਟ ਹੋਇਆ ਜਾਂ ਨਹੀਂ ਹੋਇਆ? ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਹੈਗਾ, ਇਹ ਤੁਸੀਂ ਦੱਸ ਦਿਓ ਹੈਗੇ ਵੀ ਤੁਹਾਡੀ ਮੀਟਿੰਗ ਉਹਨਾਂ ਦੇ ਨਾਲ ਹੋਈ ਹੈ, ਆਹ ਜਿਹੜੀ ਮੈਂ ਗੱਲ ਕਰਦਾ ਉਹ ਗਲਤ ਹੈਗੀ ਹੈ ਜਾਂ ਨਹੀਂ ਹੈਗੀ ਹੈ। ਜੇਕਰ ਤੁਸੀਂ ਕਹਿੰਦੇ ਹੋ ਗਲਤ ਹੈਗੀ ਹੈ ਤਾਂ ਆਪਾਂ ਜਿਹੜੇ SPS ਓਬਰਾਏ ਸਾਹਿਬ ਹੈਗੇ ਨੇ, ਆਪਾਂ ਉਹਨਾਂ ਨੂੰ ਲਾਈਨ 'ਤੇ ਪਾ ਕੇ ਆਪਾਂ ਇੱਕ ਪਬਲਿਕ ਦੇ ਵਿੱਚ ਇੱਕ ਡਿਬੇਟ ਕਰ ਲਾਂਗੇ। ਉਸ ਤੋਂ ਬਾਅਦ ਤੁਸੀਂ ਇੱਕ ਪ੍ਰਾਈਮ ਏਸ਼ੀਆ ਨਿਊਜ਼ ਦੇ ਵਿੱਚ 28 ਦਸੰਬਰ ਨੂੰ ਮਿਸਟਰ ਟੈਣਾ ਹੈਗੇ ਨੇ, ਇੱਕ ਬੀਬਾ ਆਈ ਥਿੰਕ ਉਹਨਾਂ ਦਾ ਨਾਮ ਹੈਗਾ ਹਰਮਨ ਕੌਰ ਥਿੰਦ, ਉਹਨਾਂ ਦੀ ਇੱਕ ਬੜੀ ਡੀਟੇਲ ਇੰਟਰਵਿਊ ਦੇ ਵਿੱਚ ਇੱਕ ਤੁਸੀਂ ਕੁਛ ਬੜੇ ਇੰਟਰਸਟਿੰਗ ਫੈਕਟ ਉਹ ਕਰੇ ਹੈਗੇ ਨੇ, ਪਬਲਿਕ ਕਰੇ ਨੇ, ਕਿ ਜਿਹੜੀ UK ਦੇ ਵਿੱਚ ਕੋਈ ਵੀ ਪ੍ਰਿੰਟ ਮੀਡੀਆ ਔਰ ਨਾ ਕੋਈ ਜਿਹੜੇ ਇੰਨੇ ਚੈਨਲ ਹੈਗੇ ਨੇ ਉੱਥੇ ਪੰਜਾਬੀ ਦੇ, ਕੋਈ ਵੀ ਬੰਦਾ ਤੁਹਾਡੇ ਹੱਕ ਦੀ ਗੱਲ ਨਹੀਂ ਕਰਦਾ ਹੈਗਾ ਔਰ ਤੁਹਾਨੂੰ ਟਾਈਮ ਨਹੀਂ ਦਿੰਦਾ ਹੈਗਾ। ਇਹ ਮੈਂ ਤੁਹਾਨੂੰ ਇੱਕ ਸੱਚਾਈ ਦੱਸਦਾ ਜਿਹੜੀ ਕਈ ਲੋਕਾਂ ਨੂੰ ਬਹੁਤ ਹੀ ਜਦੋਂ ਸੁਣਦੇ ਪਰੇਸ਼ਾਨੀ ਹੁੰਦੀ ਆ, ਕਿਉਂਕਿ ਇਹ ਸੱਚਾਈ ਆ। ਅਸੀਂ ਲੋਕਾਂ ਨੂੰ ਗਵਰਨਮੈਂਟ ਦੇ ਚੈਨਲਾਂ ਨੂੰ ਬਲੇਮ ਕਰਦੇ, ਸਾਡੇ ਆਪ ਸਿੱਖ ਮੀਡੀਆ UK ਵਿੱਚ ਖਾਲਸਾ ਏਡ ਨੂੰ 5-6 ਸਾਲ ਹੋ ਗਏ ਬੈਨ ਕੀਤੇ ਨੂੰ। ਜਿਹੜੇ ਵੱਡੇ ਸਾਡੇ ਚੈਨਲ ਆ ਇੱਥੇ UK ਵਿੱਚ ਸਿੱਖਾਂ ਦੇ, ਉਹਨਾਂ ਨੇ ਖਾਲਸਾ ਏਡ ਨੂੰ ਬੈਨ ਕੀਤਾ ਆ। ਈਰਖਾ, ਜੈਲਸੀ, ਈਰਖਾ ਕਰਕੇ, ਜੈਲਸੀ ਕਰਕੇ, ਹੋਰ ਨਹੀਂ ਕੁਛ। ਫਿਰ ਆਪਣੀਆਂ ਜਥੇਬੰਦੀਆਂ ਉਹਨੇ ਆਪਣੀਆਂ ਅਪੀਲਾਂ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ ਦੇ ਤੁਸੀਂ ਕਾਫੀ ਇਲਜ਼ਾਮ ਲਾਏ ਹੈਗੇ ਸੀਗੇ। ਤੁਸੀਂ ਕਿਹਾ ਸੀ ਵੀ ਆਪਣੇ ਛੁਰੀਆਂ ਮਾਰਦੇ ਹੁੰਦੇ ਹੈਗੇ ਨੇ, ਗਦਾਰੀ ਕਰਦੇ ਹੁੰਦੇ ਹੈਗੇ ਨੇ, ਔਰ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਵੀ ਤੁਹਾਡਾ ਦੁਨੀਆ ਭਰ 'ਤੇ ਐਡਾ ਵੱਡਾ ਨਾ ਹੋਵੇ, ਪਰ ਤੁਹਾਡੇ ਘਰ ਦੇ ਵਿੱਚ, ਤੁਹਾਡੇ ਮੁਲਕ ਦੇ ਵਿੱਚ, UK ਦੇ ਵਿੱਚ ਇੰਨੇ ਚੈਨਲ ਹੈਗੇ ਨੇ। ਮੈਂ ਸੰਗਤ ਨੂੰ ਇਹ ਰਿਕੁਐਸਟ ਵੀ ਕਰੂੰਗਾ ਵੀ ਇਹ ਮੈਂ ਨਹੀਂ ਕਹਿ ਰਿਹਾ ਹੈਗਾ, ਤੁਸੀਂ ਉੱਥੋਂ ਦੇ ਜਿਹੜੇ ਲੋਕਲ ਚੈਨਲ ਹੈਗੇ ਨੇ, ਈਵਨ ਕਿ ਜਿਹੜੀ ਲੋਕਲ ਗੁਰਦੁਆਰਾ ਕਮੇਟੀਆਂ ਨੇ, ਇਹ ਗੱਲ ਉਹਨਾਂ ਨੂੰ ਵੈਰੀਫਾਈ ਕਰ ਲਿਓ। ਐਡੀ ਕੀ ਗੱਲ ਹੋ ਗਈ ਕਿ ਰਵੀ ਸਿੰਘ ਖਾਲਸਾ ਦੀ, ਜਿਨ੍ਹਾਂ ਦਾ ਨੋਬਲ ਪੀਸ ਪ੍ਰਾਈਜ਼ ਦੇ ਬਾਹਰੋਂ ਲੋਕੀ ਬਹੁਤ ਜ਼ਿਆਦਾ ਉਹ ਪ੍ਰਮੋਟ ਕਰ ਰਹੇ ਹੈਗੇ ਨੇ ਵੀ ਇਹਨਾਂ ਨੂੰ ਮਿਲਣਾ ਚਾਹੀਦਾ ਹੈ, ਉਹਨਾਂ ਨੂੰ UK ਦੇ ਅੰਦਰ ਹੀ ਉਹਨਾਂ ਦੀ ਵਿਰੋਧਤਾ ਇੰਨੀ ਕਿਉਂ ਹੈਗੀ ਹੈ? ਉਹਨਾਂ ਨੂੰ ਔਨ ਏਅਰ ਟਾਈਮ ਕਿਉਂ ਨਹੀਂ ਮਿਲਦਾ ਹੈਗਾ? ਔਰ ਤੁਸੀਂ ਆਪ ਕਿਹਾ ਹੈਗਾ ਵੀ ਇੱਕੋ ਚੈਨਲ ਹੈਗਾ ਜਿਹੜਾ ਕਿ ਆਈ ਥਿੰਕ ਬਰਮਿੰਗਮ ਹੈਗਾ ਬੇਸਡ, KTV,
ਉਹਨੂੰ ਕੁਝ ਲੋਕੀ ਕਹਿੰਦੇ ਹੈਗੇ ਨੇ ਵੀ ਕੇ ਸਟੈਂਡ ਫॉर ਖਾਲਿਸਤਾਨ ਜਾਂ ਖਾਲਿਸਤਾਨ ਟੀਵੀ, ਕਹਿੰਦੇ ਸਿਰਫ ਉਹੀ ਤੁਹਾਨੂੰ ਟਾਈਮ ਦਿੰਦਾ ਹੈਗਾ, ਹੋਰ ਕੋਈ ਚੈਨਲ ਹੈਗਾ ਹੋਰ, ਹਾਲਾਂਕਿ ਉੱਥੋਂ ਦੇ ਬੜੇ ਪ੍ਰੋਮੀਨੈਂਟ ਕਾਫੀ ਇਸਟੈਬਲਿਸ਼ ਚੈਨਲ ਹੈਗੇ ਨੇ, ਤੁਹਾਨੂੰ ਕੋਈ ਉਹ ਨਹੀਂ ਦਿੰਦਾ ਹੈਗਾ। ਇਹ ਮੇਰੀ ਸਮਝ ਤੋਂ ਬਾਹਰ ਹੈਗੀ ਹੈ। ਔਰ ਇਹਦੇ ਅੱਗੇ ਤੁਸੀਂ ਕੁਝ ਸ਼ਹੀਦ ਪਰਿਵਾਰਾਂ ਵਾਸਤੇ ਜਿਹੜੇ ਕਿ ਜਾਂ ਤੁਸੀਂ ਕਹਿ ਸਕਦੇ ਹੋ ਵੀ ਅੱਤਵਾਦ ਦੇ ਦੌਰਾਨ ਜਾਂ ਖਾੜਕੂਵਾਦ ਦੇ ਦੌਰਾਨ ਕੁਛ ਜਿਹੜੇ ਮੁੰਡੇ ਹੈਗੇ ਸੀ ਜਾਂ ਪਰਿਵਾਰ ਹੈਗੇ ਸੀ, ਉਹਨਾਂ ਦੇ ਕੋਈ ਬੰਦੇ ਹੈਗੇ ਸੀ, ਉਹ ਸ਼ਹੀਦ ਹੋ ਗਏ ਹੈਗੇ ਸੀ। ਤੁਸੀਂ ਉਹਨਾਂ ਦੇ ਨਾਂ 'ਤੇ ਇੱਕ ਸ਼ਹੀਦੀ ਫੰਡ ਜਿਹੜਾ ਹੈਗਾ ਸ਼ੁਰੂ ਕਰਿਆ ਸੀਗਾ, ਉਹਦੀ ਤੁਹਾਨੂੰ ਡੋਨੇਸ਼ਨ ਵੀ ਆਈ ਹੈਗੀ ਹੈ ਔਰ ਤੁਸੀਂ ਮੰਨਿਆ ਵੀ ਹੈਗਾ। ਔਰ ਇੱਕ ਗੁਰਮੁਖ ਸਿੰਘ ਨਾਗੋਕੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਉਹ ਸ਼ਹੀਦ ਹੈਗੇ ਨੇ, ਉਹਨਾਂ ਦੀ ਬੇਟੀ ਨੇ ਇੱਕ ਵੀਡੀਓ ਪਾਈ ਸੀ, ਬੜੀ ਤਰਸਯੋਗ ਵੀਡੀਓ ਹੈਗੀ ਸੀ। ਉਹ ਵੀਡੀਓ ਸੁਣ ਕੇ ਦਿਲ ਨੂੰ ਕੁਛ ਹੁੰਦਾ ਹੈਗਾ ਸੀ ਵੀ ਇਹਨਾਂ ਲੋਕਾਂ ਦਾ ਦੇਖੋ ਕੀ ਉਹਨਾਂ ਨੇ ਕਿਹਾ ਹੈਗਾ ਸੀ। ਉਸ ਬੇਟੀ ਨੇ ਕਿਹਾ ਹੈਗਾ, ਗੁਰਮੁਖ ਸਿੰਘ ਨਾਗੋਕੇ ਦੀ ਬੇਟੀ ਕਹਿ ਰਹੇ ਹੈਗੇ ਨੇ ਕਿ ਅਸੀਂ ਬਹੁਤ ਅਰਜ਼ੋਈਆਂ ਕਰੀਆਂ, ਬਹੁਤ ਹਾੜੇ ਕੱਢੇ ਹੈਗੇ ਵੀ ਭਾਈ ਸਾਡੀ ਹਾਲਤ ਬਹੁਤ ਬੁਰੀ ਹੈਗੀ ਹੈ ਵੀ ਜਿਹੜੇ ਰਵੀ ਸਿੰਘ ਹੈਗੇ ਨੇ ਖਾਲਸਾ ਏਡ ਵਾਲੇ, ਉਹਨਾਂ ਨੂੰ ਬਹੁਤ ਬੇਨਤੀਆਂ ਕਰੀਆਂ ਪਰ ਸਾਡਾ ਉਹਨਾਂ ਨੇ ਹੱਥ ਨਹੀਂ ਫੜਿਆ ਹੈਗਾ। ਰਵੀ ਸਿੰਘ ਖਾਲਸਾ ਏਡ ਮਤਲਬ ਉਹ ਵੀ ਸ਼ਾਇਦ ਸੁਣ ਹੀ ਰਿਹਾ ਹੋਊਗਾ ਜਾਂ ਵੇਖ ਰਿਹਾ ਹੋਊਗਾ। ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਮਤਲਬ ਫੇਸਬੁੱਕ 'ਤੇ ਉਹਨਾਂ ਬਾਰੇ ਪੜ੍ਹਿਆ, ਮੈਂ ਉਹਨਾਂ ਨੂੰ ਮੈਸੇਜ ਵੀ ਕੀਤਾ, ਅਪੀਲ ਕੀਤੀ ਹੱਥ ਜੋੜ ਕੇ, ਜਦ ਕਿ ਸਾਡਾ ਫਰਜ਼ ਨਹੀਂ ਆ ਅਪੀਲ ਕਰਨ ਦਾ। ਮੈਂ ਇਹਨਾਂ ਨੂੰ ਕਿਹਾ ਭਾਜੀ ਮੈਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਰੂਰਤ ਆ। ਮੈਨੂੰ ਕਹਿੰਦੇ ਅਸੀਂ ਫੋਨ ਕਰਾਂਗੇ ਰਵੀ ਸਿੰਘ ਹੁਣਾਂ ਨੂੰ, ਭਾਜੀ ਹੁਣਾਂ ਨੂੰ, ਅਤੇ ਉਹਨਾਂ ਕੋਲ ਅਪੁਆਇੰਟਮੈਂਟ ਲੈ ਕੇ ਫਿਰ ਤੁਹਾਨੂੰ ਦੱਸਾਂਗੇ। ਹਜੇ ਤੱਕ ਦੱਸ ਰਹੇ ਆ ਮੈਨੂੰ, ਔਰ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਬਾਰੇ ਕੋਈ ਨਹੀਂ ਪੁੱਛ ਰਿਹਾ। ਖਾਲਸਾ ਜੀ, ਇਹ ਤੁਹਾਡੀ ਰਿਕਾਰਡਿੰਗ ਆਲਰੇਡੀ YouTube ਤੇ ਪਈ ਹੈ ਕਿਸੇ ਸੱਜਣ ਦੇ ਨਾਲ, ਸਾਰੀ ਡੀਟੇਲ ਰਿਕਾਰਡਿੰਗ ਪਈ ਹੈਗੀ ਹੈ 20-22 ਮਿੰਟ ਦੀ, ਜਿਹਦੇ ਵਿੱਚ ਤੁਸੀਂ ਫਿਰ ਉੱਥੇ ਕਹਿੰਦੇ ਹੈਗੇ ਹਾਂਜੀ ਹਾਂ ਸਾਡੇ ਕੋਲ ਪੈਸੇ ਤਾਂ ਹੈਗੇ ਨੇ, ਅਸੀਂ ਇੰਡੀਆ ਭੇਜ ਨਹੀਂ ਸਕਦੇ ਹੈਗੇ। ਹੁਣ ਜਦੋਂ ਤੁਸੀਂ ਭੇਜ ਨਹੀਂ ਸਕਦੇ ਹੈਗੇ ਸੀ, ਤੁਹਾਨੂੰ ਪਤਾ ਹੈਗਾ ਤੁਹਾਡੇ ਕੋਲ FCRA ਨੰਬਰ ਨਹੀਂ ਹੈਗਾ, ਫਿਰ ਤੁਸੀਂ ਉਹਨਾਂ ਦੇ ਨਾਂ ਦੇ ਉੱਤੇ ਪੈਸਾ ਕਿਉਂ ਇਕੱਠਾ ਕਰਿਆ ਹੈਗਾ, ਉਹ ਚਾਦਰ ਕਿਉਂ ਵਿਛਾਈ ਹੈਗੀ। ਔਰ ਉੱਥੋਂ ਕਈ ਵਾਰੀ ਲੱਗਦਾ ਹੁੰਦਾ ਵੀ ਤੁਹਾਡੇ ਔਰ ਬਾਕੀ ਜਿਹੜੀ ਖਾਲਿਸਤਾਨੀ ਧਿਰਾਂ ਫਿਰਦੀਆਂ ਹੈਗੇ ਨੇ ਦੁਕਾਨਦਾਰੀਆਂ ਖੋਲ੍ਹੀਆਂ, ਉਹ ਵੀ ਤਾਂ ਹੀ ਕੁਛ ਕਰਦੀਆਂ ਨੇ। ਔਰ ਤੁਸੀਂ ਦੇਖੋ ਕਿੱਡਾ ਵੱਡਾ ਵਿਸ਼ਵਾਸ ਹੁੰਦਾ ਲੋਕਾਂ ਦਾ ਵੀ ਹਾਂ ਵੀ ਇਹਨਾਂ ਨੇ ਸ਼ਹੀਦ ਪਰਿਵਾਰਾਂ ਦੇ ਉੱਤੇ ਪਰਿਵਾਰਾਂ ਦੇ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਦੀ ਹੈਲਪ ਕਰਨੀ ਹੈਗੀ ਹੈ। ਔਰ ਤੁਸੀਂ ਅੱਗੇ ਉਹ ਤੁਹਾਡੀ ਰਿਕਾਰਡਿੰਗ ਦੇ ਵਿੱਚ ਉਹ ਬੰਦਾ ਕਹਿ ਰਿਹਾ, ਕਹਿੰਦੇ ਜੀ ਤੁਸੀਂ 4-4 ਹਜ਼ਾਰ ਰੁਪਈਆ ਦੇਣ ਦੇ ਪਿੱਛੇ ਵੀ ਤੁਸੀਂ ਬੰਦਿਆਂ ਨੂੰ 3-3 ਮਹੀਨੇ ਹਾੜੇ ਕਢਾਉਣੇ ਹੈਗੇ। ਔਰ ਤੁਹਾਡੀ ਆਪ ਉਹਨਾਂ ਦੇ ਨਾਲ ਰਿਕਾਰਡਿੰਗ ਕਨਵਰਸੇਸ਼ਨ ਹੈਗੀ ਹੈ, ਸੋਸ਼ਲ ਮੀਡੀਆ 'ਤੇ ਪਈ ਹੈ, ਲੋਕੀ ਸਰਚ ਕਰਕੇ ਦੇਖ ਲੈਣ। ਨਹੀਂ ਵੀਰ ਜੀ, ਨਹੀਂ ਤਾਂ ਐਂ ਕਰ ਸਕਦੇ ਆਪਾਂ। ਹੁਣ ਦੇਖੋ ਬਈ ਕਾਫੀ ਟਾਈਮ ਹੋ ਗਿਆ, ਮਤਲਬ ਘੱਟੋ ਘੱਟ 6 ਮਹੀਨੇ ਹੋ ਗਏ ਹੋਣੇ ਆ ਜੀ ਤਕਰੀਬਨ ਪੈਨਸ਼ਨ ਆਈ ਨੂੰ। ਉਹ ਜਿਹੜੇ ਪਰਿਵਾਰ ਸੀ ਆਪਣੇ, ਉਹ ਇੱਥੇ ਆ ਕੇ ਪੁੱਛਦੇ ਸੀਗੇ ਆਪਾਂ ਨੂੰ ਬਈ ਪੈਨਸ਼ਨ ਆਈ ਨਹੀਂ ਗੀ। ਜੇਕਰ ਮੁੜ ਕੇ ਮੈਂ ਕਿਹਾ ਤੁਹਾਨੂੰ ਵੀ 1-2 ਵਾਰੀ ਕਿਹਾ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ, ਰਿਪਲਾਈ ਨਹੀਂ ਕੀਤਾ। ਫਿਰ ਮੈਂ ਧਰਮਿੰਦਰ ਜੀ ਨੂੰ ਕਿਹਾ, ਉਹਨਾਂ ਨੇ ਨਹੀਂ ਕੋਈ ਦੱਸਿਆ ਜੀ। ਅੱਛਾ ਜੀ, ਤੇ ਫੋਨ ਕਰ ਲਿਆ ਕਰ ਜਾਂ ਧਰਮਿੰਦਰ ਨੂੰ ਕਰ ਲਿਆ ਕਰ ਫੋਨ। ਮੈਂ ਉਹਨਾਂ ਨੂੰ ਕੀਤਾ ਸੀਗਾ ਜੀ, ਧਰਮਿੰਦਰ ਸਿੰਘ ਨੂੰ ਵੀ ਮੈਂ ਦੱਸਿਆ ਸੀਗਾ ਜੀ। ਮੈਂ ਉਹਨਾਂ ਨੂੰ ਘੱਟੋ ਘੱਟ 3-4 ਵਾਰੀ ਫੋਨ ਕੀਤਾ ਹੋਣਾ ਜੀ ਉਹਨਾਂ ਨੂੰ, ਬਟ ਉਹਨਾਂ ਨੇ ਵੀ ਕੋਈ ਉਹ ਦੱਸਿਆ ਨਹੀਂ। ਉਹ ਕਹਿੰਦੇ ਬਈ ਪਿੱਛੋਂ ਨਹੀਂ ਆ ਰਹੇ, ਮੈਂ ਰਵੀ ਸਿੰਘ ਜੀ ਨਾਲ ਗੱਲ ਕਰੂੰਗਾ। ਫਿਰ ਮੈਂ ਮੁੜ ਕੇ ਪਿਛਲੇ ਸਾਲ ਕਾਫੀ ਪ੍ਰੋਬਲਮ ਆ ਗਈ ਸੀ, ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਸੀਗੀ। ਨਹੀਂ ਜਿਹੜੇ ਆਪਣੇ ਸਪਾਂਸਰ ਕਰਦੇ ਆ ਵੀਰ ਜੀ ਇੱਧਰ, ਬਈ ਉਹਨੂੰ ਸਪਾਂਸਰ ਵਾਲੇ ਜਿਹੜੇ ਵੀਰ ਆਪਾਂ ਨੂੰ ਦਿੰਦੇ ਆ, ਆਪਣਾ ਮਿਸ਼ਨ ਕਰਦੇ ਆ ਜੀ। ਔਰ ਜਦੋਂ ਤੁਸੀਂ ਖਾਲਸਾ ਜੀ ਸਰਬੱਤ ਦਾ ਭਲਾ ਮੰਨਦੇ ਹੈਗੇ ਹੋ, ਉਹ ਫਿਰ ਉੱਥੇ ਹੋਰ ਵੀ ਲੋਕੀ ਬਹੁਤ ਮਰੇ ਹੈਗੇ ਨੇ ਪੰਜਾਬ ਦੇ ਵਿੱਚ, ਦੋਸ਼ੀ ਵੀ ਮਰੇ ਨੇ ਔਰ ਨਿਰਦੋਸ਼ ਵੀ ਮਰੇ ਹੈਗੇ ਨੇ। ਫਿਰ ਜਦੋਂ ਸਰਬੱਤ ਦਾ ਭਲਾ ਮੰਨਦੇ ਹੈਗੇ ਆ, ਜੋ ਅਸੀਂ ਬਾਕੀ ਮੁਲਕਾਂ ਦੇ ਵਿੱਚ ਇਸਲਾਮਿਕ ਕੰਟਰੀਆਂ ਦੇ ਵਿੱਚ ਵੀ ਇੰਨੀ ਸੇਵਾ ਕਰ ਸਕਦੇ ਹੈਗੇ ਆ, ਫਿਰ ਜਿਹੜੇ ਸਾਡੇ ਉੱਥੇ ਮਰੇ ਹੈਗੇ ਨੇ, ਚਾਹੇ ਉਹ ਚਾਹੇ ਅੱਤਵਾਦੀ ਨੇ ਮਾਰਿਆ ਹੋਵੇ, ਚਾਹੇ ਉਹ ਕਿਸੇ ਪੁਲਿਸ ਦਾ ਬੰਦਾ ਮਾਰਿਆ ਹੋਵੇ, ਚਾਹੇ ਪੁਲਿਸ ਵਾਲੇ ਨੇ ਮਾਰਿਆ ਹੋਵੇ, ਪਰ ਜਿਹੜੇ ਨਿਰਦੋਸ਼ ਨੇ, ਜਿਹੜੇ ਤੁਹਾਨੂੰ ਜਾਇਜ਼ ਸਮਝਦੇ ਹੈਗੇ ਹੋ, ਉਹਨਾਂ ਪਰਿਵਾਰਾਂ ਦਾ ਤਾਂ ਕੋਈ ਕਸੂਰ ਨਹੀਂ। ਉਹਨਾਂ ਤਾਂ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਦੇਖਣਾ ਚਾਹੀਦਾ ਹੈਗਾ ਆਪਾਂ ਨੂੰ, ਚਾਹੇ ਉਹ ਹਿੰਦੂ ਹੋਵੇ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈਗਾ, ਚਾਹੇ ਕਿਸੇ ਦਾ ਕੋਈ ਬੱਸਾਂ 'ਚੋਂ ਲਾ ਕੇ ਮਾਰਿਆ ਹੈਗਾ, ਚਾਹੇ ਕੋਈ ਵੈਸੀ ਤੁਰਿਆ ਜਾਂਦਾ ਵਿਚਾਰਾ, ਕੋਈ ਮਜ਼ਦੂਰ ਮਾਰ ਦਿੱਤਾ ਹੈਗਾ, ਉਹ ਤਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈਗੀ ਸੀ, ਸਾਰਿਆਂ ਦੀ ਕਰਨੀ ਚਾਹੀਦੀ ਹੈਗੀ ਸੀ। ਉਹਨਾਂ ਦੇ ਵਿੱਚੋਂ ਇੱਕ ਆਪਾਂ ਤੁਸੀਂ ਇਹ ਇੱਕ ਡਿਸਕ੍ਰਿਮੀਨੇਟ ਕਿਉਂ ਕਰ ਰਹੇ ਹੈਗੇ ਹੋ ਵੀ ਸਿਰਫ ਸਿੱਖਾਂ ਨੂੰ ਆਪਾਂ ਕਿਉਂ ਹੈਲਪ ਕਰੀ ਹੈਗੀ। ਪਰ ਚਲੋ ਠੀਕ ਹੈ, ਤੁਸੀਂ ਕੁਛ ਕਰਦੇ ਹੈਗੇ ਸੀਗੇ, ਪਰ ਉਹਨਾਂ ਦੀ ਵੀ ਤੁਸੀਂ ਪੂਰ ਨਹੀਂ ਚਾੜਿਆ ਹੈਗਾ ਕੰਮ। ਖਾਲਸਾ ਜੀ, ਕਾਫੀ ਕੁਛ ਪਿਆ ਹੈਗਾ, ਫਾਈਲਾਂ ਕਾਫੀ ਵੱਡੀਆਂ ਨੇ,
ਮੈਂ ਤੁਹਾਨੂੰ ਪਹਿਲਾਂ ਵੀ ਟਵੀਟ ਕਰਕੇ ਵੀ ਇਹ ਕਿਹਾ ਸੀ ਵੀ ਕੁਝ ਲੋਕੀ ਕਹਿੰਦੇ ਹੈਗੇ ਨੇ ਵੀ ਟਰਾਂਸਪੇਰੈਂਸੀ ਰੱਖੋ, ਲੋਕਾਂ ਦਾ ਵਿਸ਼ਵਾਸ ਵਧੇਗਾ, ਲੋਕਾਂ ਨੂੰ ਇਨਸਪਾਇਰ ਕਰਨਾ ਚਾਹੀਦਾ ਹੈਗਾ। ਲੋਕੀ ਦੇਖ ਕੇ ਵੀ ਹਾਂ ਦੇਖੋ ਰਵੀ ਸਿੰਘ ਨੇ ਆਹ ਕੰਮ ਕਰੇ ਹੈਗੇ ਨੇ, ਇਹਨਾਂ ਨੇ ਲੰਗਰ ਲਗਾਇਆ ਹੈਗਾ, ਇੱਦਾਂ ਦੇ ਲੋਕੀ ਹੋਰ ਵੀ ਇਨਸਪਾਇਰ ਹੋ ਕੇ ਤੁਹਾਡੇ ਨਾਲ ਲੱਗਣ। ਆਉਣ ਵਾਲੀ ਜਨਰੇਸ਼ਨ ਹੈ ਜਿਨ੍ਹਾਂ ਨੂੰ ਪੂਰੀ ਕੋਈ ਅਸਲੀਅਤ ਕਿਸੇ ਦੀ ਨਹੀਂ ਪਤਾ ਹੁੰਦੀ ਹੈਗੀ, ਉਹ ਲੋਕਾਂ ਦੇ ਪਿੱਛੇ ਲੱਗ ਜਾਂਦੇ ਹੈਗੇ ਨੇ। ਮੈਂ ਉਮੀਦ ਕਰੂੰਗਾ ਵੀਡੀਓ ਕਾਫੀ ਲੰਬੀ ਹੋ ਗਈ ਹੈਗੀ ਔਰ ਹੋਰ ਵੀ ਵੀਡੀਓ ਆਪਾਂ ਪਾ ਸਕਦੇ ਹਾਂ, ਪਰ ਆਪਾਂ ਪਹਿਲਾਂ ਤੁਹਾਡੇ ਇਸ ਦੀ ਇੰਤਜ਼ਾਰ ਕਰਾਂਗੇ ਹੈਗੇ। ਤੁਸੀਂ ਮੇਰੇ ਤੇ ਇਲਜ਼ਾਮ ਲਾਉਣੇ ਹੈਗੇ ਨੇ, ਮੇਰੇ ਬਾਰੇ ਕੋਈ ਬੁਰਾ ਭਲਾ ਕਹਿਣਾ ਹੈਗਾ, ਯੂ ਆਰ ਮੋਸਟ ਵੈਲਕਮ। ਤੁਸੀਂ ਕੁਛ ਵੀ ਕਹਿਣਾ ਹੈਗਾ, ਕਿੱਥੇ ਕਹਿਣਾ ਹੈਗਾ, ਕੁਛ ਵੀ ਮਰਜ਼ੀ ਕਹਿਣਾ ਹੈਗਾ, ਤੁਸੀਂ ਮੈਨੂੰ ਗਦਾਰ ਕਹੋ, ਤੁਸੀਂ ਮੈਨੂੰ ਏਜੰਸੀਆਂ ਦਾ ਬੰਦਾ ਕਹੋ, ਤੁਸੀਂ ਮੈਨੂੰ RSS ਦਾ ਬੰਦਾ ਕਹੋ, ਮੈਨੂੰ ਬਾਦਲਾਂ ਦਾ ਕਹੋ, ਚਾਹੇ ਮੈਨੂੰ ਕੈਪਟਨ ਦਾ ਕਹੋ, ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਮੈਂ ਸਿਰਫ ਜਿਹੜੇ ਕੁਛ ਕੁਐਸਚਨ ਹੈਗੇ ਨੇ, ਜੈਨੂਅਨ ਕੁਐਸਚਨ ਨੇ, ਜਿਹੜੇ ਲੋਕਾਂ ਦਾ ਕੰਸਰਨ ਹੈਗਾ, ਉਹ ਤੁਸੀਂ ਪਲੀਜ਼ ਇਹ ਕਿਰਪਾ ਕਰਕੇ ਪਾ ਦਿਓ। ਔਰ ਜਾਣ ਤੋਂ ਪਹਿਲਾਂ ਲਾਸਟ ਬਟ ਨਾਟ ਲੀਸਟ, ਖਾਲਸਾ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ ਵੀ ਪਲੀਜ਼ ਜਿਹੜਾ ਕਿਸਾਨਾਂ ਦੀ ਮੂਵਮੈਂਟ ਚੱਲੀ ਉਹ ਪੀਸਫੁਲ ਹੈ। ਇਸ ਦੇ ਮੂਵਮੈਂਟ ਦੇ ਚੱਲਦੇ ਤੇ ਤੁਹਾਡੇ ਤੇ ਬੜਾ ਸੀਰੀਅਸ ਕੁਐਸਚਨ ਮਾਰਕ ਖੜਾ ਹੋ ਗਿਆ ਹੈਗਾ। ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈਗਾ, ਕਿਉਂਕਿ ਜਿਹੜੀ ਤੁਹਾਡੀ ਦੋਸਤੀ ਹੈਗੀ ਸੀ, ਜੇ ਤੁਹਾਡੀ ਐਸੋਸੀਏਸ਼ਨ ਦੀਪ ਸਿੱਧੂ ਨਾਲ ਹੈਗੀ ਸੀ, ਉਹ ਦੀਪ ਸਿੱਧੂ ਦੇ ਉੱਤੇ ਵੀ, ਉਹਦੇ ਜਿਹੜੀ ਬਾਕੀ ਉਹਦੇ ਨਾਲ ਜਿਹੜੀ ਇੱਕ ਤੀੜ ਤੁਰੀ ਫਿਰਦੀ ਹੈਗੀ ਸੀ ਉੱਤੇ, ਔਰ ਉਹਦੇ ਨਾਲ ਹੀ ਤੁਹਾਡੇ ਤੇ ਵੀ ਬਹੁਤ ਵੱਡਾ ਕੁਐਸਚਨ ਮਾਰਕ, ਬੜਾ ਸੀਰੀਅਸ ਕੁਐਸਚਨ ਮਾਰਕ ਹੈ। ਮੈਂ ਬੇਨਤੀ ਕਰਦਾ ਵੀ ਤੁਸੀਂ ਕਿਸਾਨ ਮੂਵਮੈਂਟ ਦੇ ਵਿੱਚ ਦੁਬਾਰਾ ਪਾਰਟਿਸਿਪੇਟ ਨਹੀਂ ਕਰੋਗੇ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਉਹਦੇ ਵਿੱਚ ਸਾਰੀ ਸਿੱਖ ਕੌਮ ਦਾ ਵੀ ਫਾਇਦਾ ਹੈਗਾ, ਕਿਤੇ ਹੋਰ ਕੋਈ ਤਮਾਸ਼ਾ ਨਾ ਬਣੇ। ਕੱਲ੍ਹ ਨੂੰ ਤੁਹਾਡੇ ਨਾਲ ਲੱਗ ਕੇ ਹੁਣ ਆਟੇ ਨਾਲ ਪੜੇਥਣ ਵੀ ਬਹੁਤ ਲੱਗਣੇ ਹੈਗੇ ਨੇ, ਕੋਈ ਹੋਰ ਨਾ ਕਿਸੇ ਦਾ ਨੁਕਸਾਨ ਹੋ ਜਾਵੇ, ਕਿਸੇ ਮਾਮਾ ਦੇ ਪੁੱਤ ਨਾ ਮਰ ਜਾਣ। ਇਸ ਕਰਕੇ ਸਿਆਣਪ ਇਹੀ ਹੋਏਗੀ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉੱਥੋਂ ਲੀਡਰਸ਼ਿਪ ਹੈਗੀ ਹੈ, ਹੱਥ ਬੰਨ੍ਹ ਕੇ ਤੁਸੀਂ ਬੇਨਤੀ ਕਰ ਸਕਦੇ ਹੋ ਵੀ ਹਾਂ ਸਾਡੇ ਤੋਂ ਭੁੱਲ ਹੋ ਗਈ ਹੈਗੀ, ਇੱਦਾਂ ਦੀ ਭੁੱਲ ਅੱਗੇ ਨਹੀਂ ਕਰਾਂਗੇ। ਅੱਜ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਇਸ ਚੀਜ਼ ਦੇ ਨਾ ਕੋਈ ਰਿਲੇਟਡ ਕੋਈ ਕਮੈਂਟ ਕਰਾਂਗੇ, ਨਾ ਅਸੀਂ ਇੰਟਰਫੀਅਰ ਡਾਇਰੈਕਟਲੀ ਇੰਟਰਫੀਅਰ ਨਹੀਂ ਕਰੋਗੇ। ਔਰ ਇਹਦੇ ਨਾਲ ਹੀ ਜੋ ਤੁਸੀਂ ਉਹਨਾਂ ਦੇ ਨਾਂ 'ਤੇ ਪੈਸਾ ਇਕੱਠਾ ਕਰਿਆ ਹੈਗਾ, ਔਰ ਤੁਸੀਂ 4 ਬੰਦੇ ਇੱਥੇ ਜਿਹੜੇ ਪ੍ਰੋਮੀਨੈਂਟ ਬੰਦੇ ਹੈਗੇ ਨੇ, ਗੁਰਸਿੱਖ ਬੰਦੇ ਹੈਗੇ ਨੇ, ਉਹਨਾਂ ਨੂੰ ਬਿਠਾ ਕੇ ਉਹਦਾ ਹਿਸਾਬ ਕਿਤਾਬ ਕਰਕੇ ਉਹਨਾਂ ਦਾ ਜਿਹੜਾ ਪੈਸਾ ਉਹਨਾਂ ਦੇ ਨਾਂ 'ਤੇ ਇਕੱਠਾ ਹੋਇਆ ਹੈਗਾ, ਉਹ ਟ੍ਰਾਂਸਫਰ ਕਰ ਦਿਓ। ਜੇ ਤੁਸੀਂ ਨਹੀਂ ਟ੍ਰਾਂਸਫਰ ਕਰ ਸਕਦੇ ਹੈਗੇ, ਐਟਲੀਸਟ ਜਿਹੜੇ ਲੋਕਾਂ ਨੇ ਤੁਹਾਨੂੰ ਲੱਖਾਂ 50 ਲੱਖ ਜਿਨ੍ਹਾਂ ਨੇ ਦਿੱਤਾ ਹੈਗਾ, ਤੁਸੀਂ ਉਹਨਾਂ ਨੂੰ ਵਾਪਸ ਕਰ ਦਿਓ, ਤਾਂ ਜੋ ਉਹੀ ਪੈਸਾ ਉਹ ਲੋਕੀ ਸਿੱਧਾ ਕਿਸਾਨ ਯੂਨੀਅਨ ਨੂੰ, ਜਾਂ ਉੱਥੇ ਜਿਹੜਾ ਕੋਈ ਵਿਚਾਰਾ ਕੋਈ ਫਾਹਾ ਲੈ ਕੇ ਮਰ ਗਿਆ ਹੈਗਾ, ਇਹਨਾਂ ਲੋਕਾਂ ਨੇ ਜਿਹੜੀਆਂ ਖੁਦਕਸ਼ੀਆਂ ਕਰੀਆਂ ਹੈਗੀਆਂ ਨੇ ਕਿਸਾਨਾਂ ਨੂੰ, ਕਿਸੇ ਦੇ ਪਰਿਵਾਰ ਦਾ ਭਲਾ ਹੋ ਜਾਊਗਾ। ਇਹ ਮੇਰੀਆਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਹੈਗੀਆਂ ਨੇ, ਔਰ ਮੈਂ ਤੁਹਾਡੀ ਇਸ ਰਿਸਪੌਂਸ ਦੀ ਇੰਤਜ਼ਾਰ ਕਰੂੰਗਾ ਹੈਗਾ, ਕਿਉਂਕਿ ਜਿੰਨੀ ਦੇਰ ਤੱਕ ਕਈ ਵਾਰੀ ਹੁੰਦਾ ਹੈ ਵੀ ਜਿਵੇਂ ਤੁਸੀਂ ਸਲਾਹ ਦਿੰਦੇ ਹੁੰਦੇ ਹੋ ਨਾ, ਮੇਰੀ ਤਾਂ ਕੋਈ ਇੰਨੀ ਔਕਾਤ ਨਹੀਂ ਹੈਗੀ, ਮੈਂ ਤੁਹਾਨੂੰ ਤੁਸੀਂ ਮੇਰੇ ਤੋਂ ਬਹੁਤ ਸਿਆਣੇ ਹੈਗੇ ਹੋ, ਤੁਹਾਡਾ ਐਕਸਪੀਰੀਅੰਸ ਜ਼ਿਆਦਾ ਹੈਗਾ, ਪਰ ਮੈਂ ਤਾਂ ਸਿਰਫ ਤੁਹਾਡੇ ਕੁਛ ਇੰਤਜ਼ਾਰ ਜਿਹੜਾ ਦੇਖਦਾ ਹੈਗਾ ਵੀ ਤੁਸੀਂ ਇਹਨੂੰ ਰਿਸਪੌਂਡ ਕਿੰਨੀ ਜਲਦੀ ਕਰੋਗੇ ਹੈਗੇ। ਕੁਐਸਚਨ ਕਾਫੀ ਨੇ, ਤੁਸੀਂ ਲਿਖ ਲਿਓ, ਜੇ ਨਹੀਂ ਲਿਖ ਸਕਦੇ ਹੈਗੇ ਤੁਸੀਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਵੀ ਪਾ ਦੂੰਗਾ, ਔਰ ਇਹੀ ਕਿਸੇ ਬਲੌਗ ਦੇ ਵਿੱਚ ਪਾ ਕੇ ਸਾਰੀ ਜੋ ਆਪਣੀ ਡਿਸਕਸ਼ਨ ਹੈਗੀ ਆ, ਜੋ ਮੇਰੇ ਕੋਲੇ ਪੇਪਰ ਵਰਕ ਪਿਆ ਹੈਗਾ, ਸਾਰਾ ਕੁਛ ਆਪਾਂ ਇੱਕ ਉਹਦੇ ਵਿੱਚ ਪਾ ਦਾਂਗੇ ਹੈਗੇ ਵੀ ਜੇਕਰ ਤਾਂ ਜੋ ਲੋਕੀ ਆਪਣੇ ਆਪ ਹੀ ਦੇਖ ਲੈਣ, ਉਹਦਾ ਫੈਸਲਾ ਕਰ ਲੈਣ। ਔਰ ਜੋ ਮੈਂ ਕਿਹਾ ਹੈਗਾ ਮੈਂ ਉਹ 'ਤੇ ਪਹਿਰਾ ਦੇਵਾਂਗਾ, ਔਰ ਮੈਂ ਕਿਸੇ ਦੇ ਚਿੱਕੜ ਉਛਾਲਣ ਦੇ ਵਿੱਚ ਯਕੀਨ ਨਹੀਂ ਰੱਖਦਾ ਹੈਗਾ। ਔਰ ਜਦੋਂ ਤੁਸੀਂ ਮੇਰੇ 'ਤੇ ਇਹ ਰਿਸਪੌਂਡ ਕਰੋਗੇ ਹੈਗੇ, ਪਲੀਜ਼ ਸੈਂਸੀਬਲੀ, ਹਵਾ ਦੇ ਵਿੱਚ ਗੋਲ ਮੋਲ ਗੱਲਾਂ ਨਾ ਕਰਿਓ। ਜਿੰਨਾ ਮੈਂ ਸਟ੍ਰੇਟ ਤੁਹਾਨੂੰ ਕੁਐਸਚਨ ਪੁੱਛੇ ਹੈਗੇ ਨੇ, ਮੈਂ ਉਮੀਦ ਕਰਦਾ ਤੁਸੀਂ ਟੂ ਦਾ ਪੁਆਇੰਟ ਉਹਨਾਂ ਚੀਜ਼ਾਂ ਨੂੰ
ਦਾ ਜਵਾਬ ਦੇਵਾਂਗੇ। ਇਹਦੇ ਨਾਲ ਜਿਹੜੇ ਬਹੁਤ ਜ਼ਿਆਦਾ ਪੁਆਇੰਟ ਜਿਹੜੇ ਬਚ ਗਏ ਹੈਗੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰ ਲਵਾਂਗੇ। ਔਰ ਵਾਰੀ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਹੈਗਾ ਸੀਗਾ ਵੀ ਜਿੰਨੀ ਜਲਦੀ ਇਹ ਕੋਵਿਡ ਦਾ ਜਿਹੜਾ ਕੰਜਰ ਕਿੱਤਾ ਜਾਂ ਦੂਰ ਹੋਊਗਾ ਨਾ, ਮੈਂ ਲੰਡਨ ਦੇ ਵਿੱਚ ਆਵਾਂਗਾ। ਮੈਂ ਦੁਬਾਰਾ ਫੇਰ ਦੁਹਰਾਉਣਾ, ਲੰਡਨ ਦੇ ਵਿੱਚ ਆ ਕੇ ਜਿਹੜਾ ਸਾਊਥ ਹਾਲ ਗੁਰਦੁਆਰਾ ਸਾਹਿਬ ਹੈਗੇ ਨੇ, ਉੱਥੇ ਆਪਾਂ ਜਿਹੜੇ ਪ੍ਰੋਮੀਨੈਂਟ ਬੰਦੇ ਹੈਗੇ ਨੇ, ਗੁਰਸਿੱਖ ਬੰਦੇ ਹੈਗੇ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇਹ ਚੀਜ਼ਾਂ ਡਿਸਕਸ ਕਰ ਲਾਂਗੇ, ਤਾਂ ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇ। ਔਰ ਉਹਦੇ ਵਿੱਚ ਤੁਹਾਡੀ ਵੀ ਕ੍ਰੈਡੀਬਿਲਿਟੀ ਵਧੇਗੀ ਔਰ ਲੋਕਾਂ ਨੂੰ ਸਾਰਿਆਂ ਨੂੰ ਚਾਨਣਾ ਹੋ ਜਾਊਗਾ। ਔਰ ਟਰਾਂਸਪੇਰੈਂਸੀ ਕਿਸੇ ਵੀ ਚੀਜ਼ ਦੇ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ। ਮੈਂ ਉਮੀਦ ਕਰਦਾ ਤੁਸੀਂ ਜਲਦੀ ਜਵਾਬ ਦੇਵੋਗੇ। ਦੋਸਤੋ, ਇਹ ਤੁਸੀਂ ਜੋ ਦੇਖ ਰਹੇ ਹੋ ਦੀ ਖਾਲਸਾ ਟੁਡੇ, ਇਹ ਸਾਰੇ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਤੇ, YouTube ਤੇ, ਇੰਸਟਾਗ੍ਰਾਮ ਤੇ, ਟਵਿੱਟਰ ਦੇ ਉੱਤੇ ਅਵੇਲੇਬਲ ਹੈਗਾ। ਤੁਸੀਂ ਇਹਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਇਸ ਟੌਪਿਕ ਦੇ ਰਿਲੇਟਡ ਔਰ ਜਿਹੜਾ ਉਹ ਖਾਲਿਸਤਾਨੀ ਗੰਦ ਪਾ ਰਹੇ ਹੈਗੇ ਨੇ, ਹਿੰਦੂ ਸਿੱਖ ਏਕਤਾ ਦੇ ਵਿੱਚ ਭੰਗ ਪਾ ਰਹੇ ਹੈਗੇ ਨੇ, ਬਾਕੀ ਲੋਕਾਂ ਨਾਲੋਂ ਸਾਨੂੰ ਤੋੜ ਰਹੇ ਹੈਗੇ ਨੇ, ਜਿਹੜਾ 99% ਜਿਹੜੀ ਸਾਇਲੈਂਟ ਜਿਹੜੀ ਮੈਜੋਰਿਟੀ ਇੱਥੇ ਬੈਠੀ ਹੈਗੀ ਹੈ ਸਾਡੀ, ਉਹਦੀਆਂ ਧੱਜੀਆਂ ਉਡਾ ਰਹੇ ਹੈਗੇ ਨੇ ਔਰ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਰੈਡੀਕਲਾਈਜ਼ ਕਰ ਰਹੇ ਹੈਗੇ ਨੇ। ਉਹਨਾਂ ਦੀਆਂ ਕਰਤੂਤਾਂ ਦੇ ਉੱਤੋਂ ਪਰਦਾ ਹੌਲੀ ਹੌਲੀ ਚੱਕਾਂਗੇ। ਇਸ ਕਰਕੇ ਇਸ ਚੈਨਲ ਨੂੰ, ਦੀ ਖਾਲਸਾ ਟੁਡੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰ ਲਿਓ। ਇੰਨਾ ਕਹਿੰਦਾ ਹੋਇਆ, ਕਿਸੇ ਦੇ ਹਿਰਦੇ ਨੂੰ ਸੱਟ ਲੱਗੀ ਹੋਵੇ, ਕੋਈ ਮੇਰੇ ਤੋਂ ਕਿਸੇ ਦੇ ਪ੍ਰਤੀ ਗਲਤ ਸ਼ਬਦ ਬੋਲਿਆ ਗਿਆ ਹੋਵੇ, ਔਰ ਹਾਲਾਂਕਿ ਮੇਰੀ ਕੋਸ਼ਿਸ਼ ਹੁੰਦੀ ਹੈਗੀ ਹੈ ਮੇਰਾ ਕੋਈ ਵੀ ਪਾਈ ਹੋਈ ਵੀਡੀਓ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਤੁਸੀਂ ਸੁਣ ਸਕਦੇ ਹੈਗੇ ਹੋ। ਔਰ ਮੈਂ ਅੱਜ ਤੱਕ ਈਵਨ ਕਿ ਜਿਹੜੇ ਖਾਲਿਸਤਾਨੀ ਵੀ ਹੈਗੇ ਨੇ, ਕੋਈ ਵੀ ਹੈਗਾ, ਮੈਂ ਉਹਨਾਂ ਨੂੰ ਸਾਹਬ ਲਾਉਣਾ ਹੈਗਾ ਅੱਗੇ ਨਾਂ ਦੇ, ਹਾਲਾਂਕਿ ਉਹ ਸਾਹਬ ਕਹਾਉਣ ਦੇ ਕਾਬਲ ਨਹੀਂ ਹੈਗੇ, ਪਰ ਫਿਰ ਵੀ ਮੈਂ ਆਪਣਾ ਕਦੇ ਵੀ ਮਿਆਰ ਨੀਚਾ ਨਹੀਂ ਕਰੂੰਗਾ ਔਰ ਨਾ ਅੱਜ ਤੱਕ ਕਰਿਆ ਹੈਗਾ। ਔਰ ਮੈਂ ਹਮੇਸ਼ਾ ਰਿਸਪੈਕਟ ਕਰੂੰਗਾ। ਸਾਡੇ ਬਜ਼ੁਰਗਾਂ ਨੇ ਇਹ ਚੀਜ਼ ਸਾਨੂੰ ਸਿਖਾਈ ਹੈਗੀ ਹੈ। ਅਸੀਂ ਇੰਤਜ਼ਾਰ ਕਰਾਂਗੇ ਆਉਣ ਵਾਲੇ ਬਹੁਤ ਹੀ ਜਲਦੀ, ਜਦੋਂ ਕਿ ਰਵੀ ਸਿੰਘ ਖਾਲਸਾ ਜੀ, ਖਾਲਸਾ ਏਡ ਵਾਲੇ ਸਾਡੇ ਇਹਨਾਂ ਸਵਾਲਾਂ ਦਾ ਜਵਾਬ ਦੇਣਗੇ, ਤਾਂ ਜੋ ਅਸੀਂ ਉਹਨਾਂ ਨੂੰ ਰਿਸਪੌਂਡ ਕਰ ਸਕਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।